ਇੱਕ ਵਾਰੀ ਫੇਰ ਤੁਹਾਡੇ ਨਾਲ ਹਾਜ਼ਰ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਇੰਨਾ ਪਿਆਰ ਤੁਸੀਂ ਦਿੱਤਾ ਪੂਰੀ ਦੁਨੀਆ ਦੇ ਵਿੱਚ, ਪੰਜਾਬੀ ਜਿੱਥੇ ਵੀ ਰਹਿੰਦੇ ਨੇ ਉੱਥੇ ਪ੍ਰਾਈਮ ਏਸ਼ੀਆ ਟੀਵੀ ਦੇਖਿਆ ਜਾਂਦਾ। ਉਹਦਾ ਮਾਧਿਅਮ ਕੋਈ ਵੀ ਹੋ ਸਕਦਾ। ਇਹ ਇੱਕ ਨਵੀਂ ਕਹਿ ਲਓ ਕਿ ਵੀ ਉਪਲਬਧੀ ਹੈ ਇੱਕ ਤਰ੍ਹਾਂ ਦੀ ਤਕਨੀਕ ਦੀ, ਕਿ ਪਹਿਲਾਂ ਉਹੀ ਕੰਮ ਹੁੰਦਾ ਸੀ ਵੀ ਇੱਕ ਵੰਝ ਹੋਣਾ, ਵੰਝ ਦੇ ਉੱਪਰ ਸਾਈਕਲ ਦਾ ਚੱਕਾ ਹੋਣਾ, ਦੋ ਤਾਰਾਂ ਹੋਣੀਆਂ, ਫਿਰ ਜਾ ਕੇ ਥੱਲੇ ਵਾਲੀ ਗਰਾਰੀ ਘੁਮਾ ਕੇ 2-3 ਵੋਲਟ ਮੀਟਰ ਲਾ ਕੇ ਤੇ ਫਿਰ ਕਿਤੇ ਬਲੈਕ ਐਂਡ ਵਾਈਟ ਫੋਟੋ ਆਉਣੀ ਤੇ 7 ਵਾਲੀਆਂ ਖਬਰਾਂ ਬਾਪੂ ਨੂੰ ਸੁਣਾਉਣੀਆਂ। ਤੇ ਕਿੱਥੇ ਹੁਣ ਚਾਹੇ ਆਪਾਂ ਫੋਨ ਤੇ ਐਪ ਤੇ YouTube ਤੇ ਜਾਂ ਸਮਾਰਟ TV ਤੇ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਤਰ੍ਹਾਂ ਆਪਾਂ ਜੇ TV ਦੇਖਣਾ ਚਾਹੀਏ ਦੇਖ ਸਕਦੇ ਹਾਂ। ਅੱਜ ਇੱਕ ਵਾਰ ਫਿਰ ਆਪ ਜੀ ਦੇ ਨਾਲ ਹਾਜ਼ਰ ਹਾਂ ਤੇ ਤਕਨੀਕ ਦੇ ਨਾਲ ਹੀ ਆਪਾਂ ਬੰਦਾ ਕੈਨੇਡਾ ਤੋਂ ਜੋੜ ਲਈਦਾ ਆਪਣੇ ਨਾਲ। ਕੀ ਹਾਲ ਬਾਠ ਸਾਹਿਬ? ਚੜ੍ਹਦੀ ਕਲਾ ਜੀ, ਠੀਕ ਠਾਕ ਆ ਸੰਧਾਲੀਆ ਸਾਹਿਬ। ਆ ਜਦੋਂ ਤੁਸੀਂ ਗੱਲ ਕਰਦੇ ਸੀ ਨਾ ਕਿ ਭਾਈ ਕਿੱਦਾਂ ਸੌਖਾ ਹੋ ਗਿਆ ਸਾਰਾ ਕੰਮ, ਮੈਂ ਸੋਚਦਾ ਸੀ ਕਿ ਤਕਨੀਕ ਨੇ ਵੈਸੇ ਹੌਲਾ ਤਾਂ ਬਹੁਤ ਕੀਤਾ ਕੰਮ। ਤੁਸੀਂ ਇਹ ਦੇਖੋ ਕਿ ਕਿਸੇ ਨੇ ਪ੍ਰਾਈਮ ਫੋਕਸ ਦੇਖਣਾ ਹੈ, ਕੋਈ ਹੋਰ ਪ੍ਰੋਗਰਾਮ ਦੇਖਣਾ ਹੈ, ਕੁਛ ਵੀ ਦੇਖਣਾ ਹੈ, ਕਿੰਨੀ ਕੁ ਦੂਰੀ ਹੈ, ਬੰਦਾ ਰਜਾਈ 'ਚ ਵੜਿਆ, ਫੋਨ ਕੱਢਣਾ, ਠੂੰਗਾ ਮਾਰਨਾ, ਰਜਾਈ 'ਚ ਵੜ ਕੇ ਦੇਖ ਲਓ। ਤੁਸੀਂ ਰੋਟੀ ਖਾਂਦੇ ਹੋ, ਚਾਹ ਪੀਂਦੇ ਹੋ, ਮੂਹਰੇ ਰੱਖ ਕੇ ਦੇਖ ਲਓ। ਸਹੂਲਤ ਦੀ ਗੱਲ ਕਰਦਾ, ਕਈ ਚੀਜ਼ਾਂ ਕਈ ਮੌਕਿਆਂ 'ਤੇ ਨਹੀਂ ਕਰਨੀਆਂ ਚਾਹੀਦੀਆਂ। ਤੁਸੀਂ ਪਾਰਲੀਮੈਂਟ ਦੇ ਵਿੱਚ ਬੈਠੇ, ਆਪਣੇ MP ਸਾਹਿਬ ਵੀ ਦੇਖਦੇ ਰਹਿੰਦੇ ਆ। ਹੋਰ ਦੇਖੋ ਤੁਸੀਂ, ਕੋਈ ਮੰਡੀ ਦੇ ਵਿੱਚ ਬੈਠਾ, ਕੋਈ ਅੰਦੋਲਨ ਦੇ ਵਿੱਚ ਬੈਠਾ, ਉਹਨੇ ਜੇਬ ਦੇ ਵਿੱਚੋਂ ਫੋਨ ਕੱਢਣਾ, ਡਾਟਾ ਹੋਣਾ ਚਾਹੀਦਾ, ਉਹਦੇ ਕੋਲ ਆ ਗਿਆ। ਬਹੁਤ ਸੁੱਖ ਸਹੂਲਤਾਂ ਹੋ ਗਈਆਂ। ਮੈਂ ਤਾਂ ਆਪਣੇ ਸਮੇਂ ਦੇ ਬਾਰੇ ਸੋਚਦਾ ਸੀ, ਪਤਾ ਨਹੀਂ ਤੁਸੀਂ ਹੰਡਾਇਆ ਕਿ ਨਹੀਂ ਹੰਡਾਇਆ, ਕਿਉਂਕਿ ਤੁਹਾਡੇ ਵਾਲੀ ਤਾਂ ਸ਼ਾਇਦ ਰੇਡੀਓ ਹੋਣੇ ਆ, TV ਖਰੇ ਆਏ ਸੀ ਕਿ ਨਹੀਂ ਆਏ ਸੀ ਉਦੋਂ? ਨਹੀਂ, ਰੇਡੀਓ ਵੀ ਨਹੀਂ ਹੈਗੇ ਉਦੋਂ ਨਾ, ਕਾਂ ਦੇ ਹੱਥ ਸੁਨੇਹਾ ਘੱਲੀਦਾ। ਮੈਂ ਤਾਂ ਦੇਖਦਾ ਸੀ, ਮੈਂ ਸੋਚਦਾ ਸੀ ਸੰਧਾਲੀਆ ਸਾਹਿਬ ਕਿ ਸਾਰਿਆਂ ਕੋਲ TV ਹੋਣੇ ਨਾ। ਤੁਸੀਂ TV ਤੇ ਫਿਲਮ ਦੇਖਣੀ ਹੈ, ਕੋਈ ਚਿੱਤਰਹਾਰ ਦੇਖਣਾ ਹੈ, ਕੋਈ ਖਬਰਾਂ ਸੁਣਨੀਆਂ, ਜੱਦੋ-ਜਹਿਦ ਹੁੰਦੀ ਸੀ। ਅੱਜ ਵਾਲੇ ਜਿਹੜੇ ਸੱਜਣ ਨੇ, ਅੱਜ ਵਾਲੇ ਜਿਹੜੇ ਬੱਚੇ ਨੇ ਜਾਂ ਨੌਜਵਾਨ ਨੇ, ਸ਼ਾਇਦ ਉਸ ਮਸਲੇ ਨੂੰ ਸਮਝ ਨਹੀਂ ਸਕਣਗੇ। ਹੁਣ ਤਾਂ ਇਹ ਆ ਕਿ ਭਾਈ ਤੁਹਾਡੇ ਕੋਲ ਆ, ਤੁਸੀਂ ਦੇਖਣਾ, ਵੱਡੀ ਸਕਰੀਨ ਤੇ ਸ਼ੇਅਰ ਕਰਨਾ, ਛੋਟੀ ਤੇ ਦੇਖਣਾ, ਜਿੱਥੇ ਮਰਜ਼ੀ ਤੁਹਾਡੇ ਹੱਥ 'ਚ ਆ ਸਾਰਾ ਕੁਝ। ਉਦੋਂ ਪਿੰਡ ਦੇ ਵਿੱਚ 5-4 ਟੈਲੀਵਿਜ਼ਨ ਹੋਣੇ, ਤਾਂ ਫਿਰ ਬਾਕੀ ਨਿਆਣਿਆਂ ਦਾ ਜੀ ਕਰਦਾ ਹੁੰਦਾ ਸੀ ਕਿ ਐਤਵਾਰ ਨੂੰ ਭਾਈ ਆਹ ਚੀਜ਼ ਆਉਣੀ ਹੈ, ਲੜਾਈ ਵਾਲੀ ਫਿਲਮ ਆਉਣੀ ਹੈ ਜਾਂ ਚਿੱਤਰਹਾਰ ਆਉਣਾ ਹੈ, ਤੇ ਉਹ ਭਾਈ ਫਿਰ ਆਪਾਂ ਦੇਖਣਾ ਹੈ। ਤੇ ਪਹਿਲਾਂ ਤਾਂ ਜਾ ਕੇ ਅਗਲਿਆਂ ਦੇ ਘਰ ਤਾਕੀ ਨਾਲ ਲਾ ਕੇ ਦੇਖਣਾ TV ਚੱਲਦਾ। ਜੇ ਚੱਲਦਾ ਤਾਂ ਮਲਕ ਦੇਣੀ, ਬੂਹਾ ਖੋਲ ਕੇ ਜਾ ਕੇ ਬਹਿ ਜਾਓ ਕਿ ਭਾਈ ਅਗਲਿਆਂ ਦਾ TV ਲੱਗਾ। ਦੂਸਰੀ, ਜੇ ਨਹੀਂ ਚੱਲਦਾ ਤਾਂ ਫਿਰ, ਕਿਉਂਕਿ ਅਗਲੇ ਦੇ ਘਰ ਵੜਨਾ ਕਿਹੜਾ ਸੌਖਾ, ਇੱਕ ਸੰਗ ਵੀ ਆਉਂਦੀ ਹੁੰਦੀ ਕਈ ਵਾਰੀ ਨਿਆਣਿਆਂ ਨੂੰ। ਫਿਰ ਉਹਦੇ ਤੋਂ ਬਾਅਦ ਆਲੇ ਦੁਆਲੇ ਘੁੰਮੀ ਜਾਣਾ, ਕਦੀ ਗਲੀ 'ਚ ਐਨੂੰ ਗੇੜਾ ਮਾਰਿਆ, ਕਦੀ ਆਉਣ ਨੂੰ ਮਾਰਿਆ। ਜਿੱਦਾਂ ਹੀ ਅੰਦਰੋਂ TV ਦੀ ਆਵਾਜ਼ ਆਈ, ਉੱਦਾਂ ਹੀ ਨਾਲ ਹੀ ਜਾ ਕੇ ਅੰਦਰ ਜਾ ਵੜਨਾ। ਇਹਦੇ ਨਾਲ ਕਈ ਵਾਰੀ ਕਹਿਣਾ ਕਿ ਭਾਈ ਅਗਲੇ ਕੁੰਡਾ ਖੜਕਾ ਕੇ, ਕਈਆਂ ਨੂੰ ਇਹ ਵੀ ਅਹਿਸਾਸ ਹੋਇਆ ਹੋਣਾ ਕਿ ਨਹੀਂ ਅੱਜ ਸਾਡੇ ਪ੍ਰਾਹੁਣੇ ਆਏ ਆ ਬਈ। ਉਧਰ ਫਿਰ ਨਿਆਣੇ ਨੇ ਬਾਹਰ ਕਦੇ ਇੱਧਰਲੇ ਪਾਸੇ ਹੱਥ ਮਾਰ, ਕਦੇ ਉੱਧਰਲੇ ਪਾਸੇ, ਕਚੀਚੀਆਂ ਹੀ ਹੁੰਦੀਆਂ ਸੀ, ਉਹ ਵੱਟੀ ਬੁੱਟੀ ਜਾਣੀਆਂ। ਉਦੋਂ ਸਵਾਦ ਵੀ ਵੱਧ ਆਉਂਦਾ ਸੀ, ਪ੍ਰੋਗਰਾਮ ਵੀ ਥੋੜ੍ਹੇ ਹੁੰਦੇ ਸੀ। ਤੇ ਹੁਣ ਤਾਂ ਭਾਈ ਠੀਕ ਹੈ, ਜੇਬ ਦੇ ਵਿੱਚ ਹੱਥ ਮਾਰਿਆ, 8 ਵਜੇ ਵਾਲਾ ਪ੍ਰੋਗਰਾਮ ਤੁਸੀਂ 11 ਵਜੇ ਦੇਖ ਲਓ, 14 ਵਜੇ ਦੇਖ ਲਓ, 18 ਵਜੇ ਦੇਖ ਲਓ, ਕਹਾਣੀ ਕੋਈ ਨਹੀਂ। ਹੁਣ ਤਾਂ ਮੌਜਾਂ ਭਾਈ। ਨਹੀਂ ਦੇਖੋ ਬਾਠ ਸਾਹਿਬ, ਉਦੋਂ ਜਿਹੜਾ ਐਂਟੀਨਾ ਸੀ ਨਾ, ਜਿਹਨੂੰ ਯਾਗੀ ਐਂਟੀਨਾ ਕਹਿੰਦੇ, ਸ਼ਾਇਦ ਜੇ ਮੈਂ ਗਲਤ ਨਾ ਕਹਾਂ, ਉਹ ਐਂਟੀਨਾ ਤੇ ਉਸ ਐਂਟੀਨੇ ਦੀ ਸੈਟਿੰਗ ਹੀ ਆਪਣੇ ਆਪ ਦੇ ਵਿੱਚ ਇੱਕ ਸਭ ਤੋਂ ਵੱਡਾ ਕੰਮ ਹੁੰਦਾ ਸੀ। ਤੁਸੀਂ ਦੇਖੋ ਵੀ ਜੇ ਪੌੜੀ ਹੋਣੀ ਫਿਰ ਤੇ ਬਹੁਤ ਵਧੀਆ, ਜੇ ਪੌੜੀ ਨਹੀਂ ਹੋਣੀ ਤੇ ਕੋਠਿਆਂ ਨੂੰ ਘਾਸਰਾਂ ਪਈਆਂ ਹੁੰਦੀਆਂ। ਪਤਾ ਹੁੰਦਾ ਹੈ ਵੀ ਇੱਥੇ ਜੇ ਖੁੱਡਾ, ਪਹਿਲਾਂ ਇੱਥੇ ਹੱਥ ਰੱਖਣਾ, ਫਿਰ 2 ਇੱਟਾਂ ਅੱਗੇ ਰੱਖੀਆਂ, ਫਿਰ ਪ੍ਰਛੱਤੀ ਤੋਂ ਕੋਠੇ ਤੇ। ਫਿਰ ਹੋ ਸਕਦਾ ਕਿਸੇ ਵੇਲੇ ਉਹ ਮਤਲਬ ਚਿੱਤਰਹਾਰ ਦੇਖਣ ਦੇ ਚੱਕਰ 'ਚ, ਫਿਲਮ ਦੇਖਣ ਦੇ ਚੱਕਰ 'ਚ ਕੋਠੇ ਟੱਪਦਿਆਂ ਪਜਾਮਾ ਵੀ ਪੜਵਾ ਲੈਣਾ ਵੀ ਭਾਈ ਸਾਹਿਬ ਉੱਧਰੋਂ ਜਲੰਧਰ ਸਾਫ਼ ਆਉਂਦਾ, ਉੱਧਰ ਨੂੰ ਘੁਮਾ ਕੇ ਥੋੜ੍ਹਾ ਦਿੱਲੀ ਇੱਥੇ ਜੇ ਚੱਲਦਾ, ਜਾਂ ਉਹ ਲਾਹੌਰ ਵਾਲਾ ਦੇਖਣਾ ਤੇ ਇਸ ਵਾਲੇ ਪਾਸੇ ਜਿਹਨੂੰ ਇੱਥੇ ਜੇ ਕਰੀਏ ਤੇ ਕੰਮ ਚੱਲਦਾ। ਦੁੱਖ ਸਭ ਤੋਂ ਵੱਧ ਪਤਾ ਕਦੋਂ ਹੁੰਦਾ ਸੀ? ਇੰਨਾ ਖਪਾ ਕਰਕੇ, ਲੀੜੇ ਲਬੇੜ ਕੇ, ਪਜਾਮਾ ਪੜਵਾ ਕੇ, ਜਦੋਂ ਐਂਟੀਨਾ ਸਿੱਧਾ ਕਰਨਾ ਤੇ ਆਵਾਜ਼ ਆਉਣੀ, ਹਾਂ ਠੀਕ ਆ ਇੱਥੇ ਰਹਿਣ ਦਿਓ, ਹੁਣ ਨਾ ਹਿੱਲਣ ਦੇਈ। ਆਪਣੇ ਲੋ 2-4 ਇੱਟਾਂ ਉਟਾਈਆਂ ਲਾ ਕੇ, ਤਾਰ ਤੂਰ ਘਸ ਕੇ ਤੇ ਥੱਲੇ ਉਤਰਨਾ ਔਖੇ ਹੋ ਕੇ, ਉਹਨੇ 'ਚ ਇਹਨੂੰ ਕਾਣ ਕੇ ਬਹਿ ਜਾਣਾ ਤੇ ਕਾਂ ਨੇ ਫੇਕ ਮਾਰ ਦੇਣਾ। ਨਹੀਂ, ਇਹ ਗੱਲ ਤੁਹਾਡੀ ਠੀਕ ਹੈ। ਤੁਸੀਂ ਦੇਖੋ ਜਿਨ੍ਹਾਂ ਨੂੰ ਤਜਰਬੇ ਆ, ਉਦੋਂ ਜਿਹੜੇ ਪਾਈਪ ਦੇ ਉੱਤੇ ਉਹ ਐਂਟੀਨਾ ਲਾਇਆ ਹੁੰਦਾ ਸੀ, ਉਹ ਪਾਈਪ ਹੁੰਦਾ ਸੀ ਲੋਹੇ ਦਾ ਜੰਗਾਲਿਆ, ਸਿਰੇ ਦਾ ਜੰਗਾਲਿਆ, ਜਿਹੜਾ ਕਿਸੇ ਕੰਮ ਦਾ ਨਾ ਹੋਣਾ। ਤੇ ਜਿਹੜੇ ਬੰਦੇ ਦੀ ਡਿਊਟੀ ਲੱਗਣੀ, ਉਹਨੂੰ ਘੁਮਾਉਣਾ, ਉਹਦੇ ਹੱਥ ਸਾਰੇ ਹੀ ਲਾਲ ਹੋਏ ਹੋਣੇ। ਤੇ ਬਹੁਤੀਆਂ ਸੱਟਾਂ ਕੋਠੇ ਤੇ ਚੜ੍ਹ ਕੇ ਐਂਟੀਨਾ ਘੁਮਾਉਂਦਿਆਂ ਦੇ ਕਦੇ ਨਹੀਂ ਸੀ ਲੱਗਦੀਆਂ। ਹਾਂ, ਜਦੋਂ ਐਂਟੀਨਾ ਘੁੰਮ ਜਾਣਾ, ਉਹਨੇ ਕਹਿਣਾ ਬਸ ਇੱਥੇ ਰਹਿਣ ਦੇ, ਆ ਗਿਆ, ਸਾਫ਼ ਹੋ ਗਿਆ। ਫਿਰ ਉਹ ਕਹਿੰਦੇ ਨਹੀਂ, ਮਾੜੀ ਜਿਹੀਆਂ 2 ਲੈਣਾ ਜੇ ਆਉਂਦੀਆਂ, ਉਹਨੇ ਮਾੜਾ ਜਿਹਾ ਹੋਰ ਐਂ ਕਰਕੇ ਘੁਮਾਉਣਾ, ਹੁਣ ਸਾਫ਼ ਹੋ ਗਿਆ। ਬਾਕੀ ਜਿਨ੍ਹਾਂ ਦੀ ਬਾਹਰ ਡਿਊਟੀ ਲੱਗੀ ਹੁੰਦੀ ਸੀ ਕਿ ਸਾਫ਼ ਹੋਇਆ ਦੱਸਣਾ, ਉਹਨਾਂ ਨੇ ਤਾਂ ਛਾਲ ਮਾਰ ਕੇ ਜਾ ਕੇ ਦਰੀ ਤੇ ਬਹਿ ਜਾਣਾ ਦੇਖਣ। ਉਹ ਜਿਹੜਾ ਕੋਠੇ ਦੇ ਵਿਚਾਰਾ ਹੱਥ ਵੀ ਜਿੰਨੇ ਰੰਗਾਲਾ ਹੈ,
ਸਾਰਾ ਜੰਗਾਲ ਵੀ ਹੱਥਾਂ ਨੂੰ ਲੱਗ ਗਿਆ। ਉਹਦਾ ਹੁੰਦਾ ਕਿ ਹੁਣ ਮੈਂ ਕਿਤੇ ਬਾਕੀਆਂ ਤੋਂ ਪਿੱਛੇ ਨਾ ਰਹਿ ਜਾਵਾਂ। ਆ ਜਿਹੜਾ ਇੱਕ ਮੁੱਕਾ ਮਾਰਨਾ 2.5 ਕਿਲੋ ਦਾ ਹੱਥ ਕਿਸੇ ਨੇ ਉਹ ਕਿਤੇ ਦੇਖਣੋਂ ਬੰਝ, ਉਹ ਲੱਕੜ ਦੀਆਂ ਪੌੜੀਆਂ ਹੁੰਦੀਆਂ ਸੀ ਜਿਹੜੀਆਂ ਲੱਕੜ ਵਾਲੀਆਂ, ਛੇਤੀ ਉਤਰਨ ਦੇ ਚੱਕਰ ਦੇ ਵਿੱਚ ਲੱਤਾਂ ਬਹੁਤ ਲੋਕਾਂ ਨੇ ਤੜਾਈਆਂ, ਗੋਡੇ ਗਾਡੇ ਤਾਂ ਛਿੱਲੇ ਹੀ ਹੁੰਦੇ ਰਹਿੰਦੇ। ਜੇ ਤਜਰਬਾ ਹੋਇਆ ਤਾਂ ਦੱਸ ਦਿਓ। ਨਹੀਂ ਬਿਲਕੁਲ ਜ਼ਰੂਰ ਇਹ ਟਿੱਪਣੀਆਂ ਲਿਖਿਆ ਕਰੋ ਜੀ, ਕਿਉਂਕਿ ਅੱਛਾ ਲੱਗਦਾ ਉਹ ਸਮੇਂ ਨੂੰ ਯਾਦ ਕਰਕੇ। ਹੈ ਤਾਂ ਉਹ ਭਾਵੇਂ ਇੱਕ ਪੁਰਾਣੀ ਯਾਦ ਛੋਟੀ ਜੀ, ਐਂਡ ਜਿਨ੍ਹਾਂ ਨੇ ਉਹ ਨਹੀਂ ਦੇਖੀ ਉਹਨਾਂ ਨੂੰ ਲੱਗਦਾ ਹੋਣਾ ਵੀ ਯਾਰ ਇਹ ਕਿਹੜਾ ਕੰਮਾਂ 'ਚੋਂ ਕੰਮ ਹੋਇਆ, ਪਰ ਉਹ ਵੀ ਇੱਕ ਫਨ ਹੀ ਸੀਗਾ ਆਪਣੇ ਆਪ ਦੇ ਵਿੱਚ ਇੱਕ ਸਮੇਂ ਦਾ ਵੀ ਯਾਰ ਆਹੀ ਸਮਾਂ ਆ, ਇੰਨੇ ਕੁ ਵਜੇ ਬੱਤੀ ਆਉਣੀ ਆ, ਬੱਤੀ ਦਾ ਵੀ ਕੁਝ ਪਤਾ ਨਹੀਂ ਕਦੋਂ ਕੱਟ ਲੱਗ ਜੇ, ਵੋਲਟੇਜ ਵੀ ਘੱਟ ਵੱਧ ਹੋ ਸਕਦੀ ਆ, ਇੰਨੇ ਕੁ ਵਜੇ ਪ੍ਰੋਗਰਾਮ ਆਉਣਾ, ਘਰਦਿਆਂ ਕੋਲੋਂ ਵੀ 100 ਮਿੰਟਾਂ ਤਰਲੇ ਕਰਕੇ ਫਲਾਨਾ ਕੰਮ ਕਰ ਦੂੰ, ਮੈਂ ਢੀਂਗੜਾ ਕਰ ਦੂੰ, ਜਾਂ ਮੈਂ ਆਹ ਕਰਤਾ। ਉਹ ਡੀਲਾਂ ਕਰ ਕਰਕੇ ਜਿਹੜਾ ਸਮਾਂ ਮਿਲਦਾ ਹੁੰਦਾ ਸੀ, ਤੇ ਉਹਦੇ ਵਿੱਚ ਐਂਟੀਨਾ ਸੈੱਟ ਜੇ ਨਾ ਹੋਵੇ ਜਾਂ ਖਰਾਬ ਹੋ ਜਾਵੇ, ਤੇ ਫਿਰ ਉਹ ਜਿਹੜਾ ਦੁੱਖ ਸੀ ਉਹ ਆਪਣੇ ਟਾਈਮ ਦਾ ਸੀਗਾ। ਜ਼ਰੂਰ ਲਿਖਿਓ। WhatsApp ਇਹ ਗੱਲਾਂ ਆਪਾਂ ਬਹੁਤੀਆਂ ਲੰਮੀਆਂ ਨਾ ਕਰ ਲਈ, ਕਿਉਂਕਿ ਅੱਜ ਆਪਾਂ ਗੱਲਾਂ ਕੁਝ ਹੋਰ ਵੀ ਕਰਨੀਆਂ। ਇਸ ਤੋਂ ਪਹਿਲਾਂ ਕਿ ਆਪਾਂ ਅੱਜ ਦੇ ਮੁੱਦੇ ਵਾਲੇ ਪਾਸੇ ਨੂੰ ਆਈਏ, ਜਿਹੜਾ ਕਿਸਾਨੀ ਵਾਲਾ, ਖੇਤੀ ਵਾਲਾ, ਇੱਕ ਘਟਨਾ ਹੋਰ ਮੈਂ ਕਹਿੰਦਾ ਵੀ ਆਪਾਂ ਕਰ ਲਈਏ। ਕਹਿੰਦੇ ਸ਼ਿਵਰਾਜ ਸਿੰਘ ਚੌਹਾਨ ਸਾਹਿਬ ਨੇ ਕਿਤੇ ਉਹ ਗਏ ਸੀਗੇ ਤੇ ਉੱਥੇ ਕਹਿੰਦੇ ਬੰਦਾ ਇੱਕ ਸਸਪੈਂਡ ਕਰਤਾ। ਉਹ ਕੀ ਕਹਾਣੀ ਬਣੀ ਆ, ਮੈਂ ਆਪਾਂ ਉਹ ਵਿਚਾਰ ਲਈਏ ਪਹਿਲਾਂ। ਸੰਧਾਲੀਆ ਸਾਹਿਬ, ਮੈਨੂੰ ਕਹਾਣੀ ਐਵੇਂ ਲੱਗਦੀ ਆ, ਮੈਨੂੰ ਨਹੀਂ ਲੱਗਦਾ। ਦੇਖੋ ਕਹਾਣੀ ਦੇਖੋ, ਮੱਛਰ ਕਿੱਥੇ, ਭਾਰਤ 'ਚ ਮੱਛਰ ਕਿੱਥੇ ਆ? ਆ ਜਿਹੜੇ ਬੰਦੇ ਦਿੱਲੀ ਦੇ ਆਲੇ ਦੁਆਲੇ ਬੈਠੇ 5-6 ਥਾਵਾਂ ਦੇ ਉੱਤੇ ਲੱਖਾਂ ਦੀ ਗਿਣਤੀ ਦੇ ਵਿੱਚ ਟਰਾਲੀਆਂ ਨੇ, ਉੱਥੇ ਟਰਾਲੀਆਂ 'ਚ ਬੈਠੇ ਆ, ਸਟੇਜ ਦੇ ਮੂਹਰੇ ਦਰੀ ਤੇ ਬਹਿੰਦੇ ਆ, ਕੋਈ ਟਰਾਲੀ ਦੇ ਵਿੱਚ ਸੁੱਤਾ, ਕੋਈ ਟਰਾਲੀ ਦੇ ਥੱਲੇ ਸੁੱਤਾ, ਕੋਈ ਸੜਕ ਦੇ ਕੋਲੇ ਬੱਟੇ ਦੇ ਉੱਤੇ ਸਿਰ ਰੱਖ ਕੇ ਸੁੱਤਾ, ਆਲੇ ਦੁਆਲੇ ਮੀਂਹ ਮੜ ਜਾ ਪੈ ਜਾਵੇ ਤਾਂ ਗੋਡੇ ਚਿੱਕੜ, ਗੋਡੇ ਮੱਛਰ ਫਿਰ ਵੀ ਕਿੱਥੇ ਆ? ਮੈਨੂੰ ਸਮਝ ਨਹੀਂ ਆਉਂਦੀ ਕਿ ਭਾਰਤ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਕਾਹਤੋਂ ਆ ਸੰਧਾਲੀਆ ਸਾਹਿਬ। ਇੱਕ ਪਾਸੇ ਤਾਂ ਉਹ ਬੰਦੇ ਉੱਥੇ ਬੈਠੇ ਆ, ਕਹਿੰਦੇ ਉੱਪਰੋਂ ਪੱਥਰ ਵੱਜਦੇ ਆ, ਥੱਲੇੋਂ ਮੱਛਰ ਵੱਢਦੇ ਆ, ਨਾਲ ਦੀ ਨਾਲ ਉਧਰਲੇ ਪਾਸੇ ਸੜਕਾਂ ਵੀ ਪੁੱਟੀਆਂ, ਕਿੱਲ-ਕੁੱਲ ਵੀ ਗੱਡੇ ਵਾ, ਉਹ ਫਿਰ ਵੀ ਕਹਿੰਦੇ ਚਲੋ ਕੋਈ ਗੱਲ ਨਹੀਂ ਭਾਈ, ਭਲਾ ਹੋਵੇ ਜਿਹੜਾ ਵੀ ਬੰਦਾ ਆਇਆ, ਕੋਈ ਗੱਲ ਨਹੀਂ, ਮਹਾਰਾਜ ਸੁੱਖ ਰੱਖੂਗਾ, ਕੋਈ ਗੱਲ ਨਹੀਂ, ਮਹਾਰਾਜ ਦੇ ਰੰਗ ਆ ਭਾਈ, ਇਦਾਂ ਹੀ ਲਿਖੀ ਹੋਊ। ਉਹ ਤਾਂ ਇਦਾਂ ਕਹੀ ਜਾਂਦੇ ਆ। ਤੇ ਦੂਜੇ ਪਾਸੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਸ਼ਿਵਰਾਜ ਸਿੰਘ ਚੌਹਾਨ, ਕੋਈ ਪਹਿਲੀ ਵਾਰੀ ਮੁੱਖ ਮੰਤਰੀ ਨਹੀਂ ਬਣੇ। ਬੜੀ ਅਜੀਬ ਕਹਾਣੀ ਘਟ ਗਈ ਉਹਨਾਂ ਦੇ ਨਾਲ। ਆ ਪਿਛਲੇ ਦਿਨੀ ਉੱਥੋਂ ਦੀ ਇੱਕ ਸੋਨ ਨਦੀ ਦੇ ਵਿੱਚ ਬੱਸ ਡਿੱਗ ਪਈ ਸੀ, 50 ਤੋਂ ਵੱਧ ਬੰਦੇ ਚੜ੍ਹਾਈ ਕਰ ਗਏ, ਦੁਨੀਆ ਤੋਂ ਚਲੇ ਗਏ। ਮੁੱਖ ਮੰਤਰੀ ਸਾਹਿਬ ਚਲੋ ਦੌਰਾ ਕਰਨਾ ਹੁੰਦਾ, ਦੇਖਣਾ ਹੁੰਦਾ ਕਿ ਭਾਈ ਕੀ ਹਾਲਾਤ ਨੇ, ਜਿਹੜੇ ਪੀੜਿਤ ਪਰਿਵਾਰ ਉਹਨਾਂ ਨੂੰ ਮਿਲਣਾ ਹੁੰਦਾ, ਕੁਝ ਗ੍ਰਾਂਟ ਦੇਣੀ ਹੁੰਦੀ ਹੈ, ਕਿਸੇ ਨੂੰ ਨੌਕਰੀ ਦੇਣੀ ਹੁੰਦੀ ਹੈ, ਫੋਟੋ ਲਹਾਉਣੀਆਂ ਹੁੰਦੀਆਂ ਤੇ ਫੋਟੋ ਲਵਾਉਣੀਆਂ ਹੁੰਦੀਆਂ। ਉਹਨਾਂ ਨੇ ਚਲੋ ਸਾਰਾ ਦਿਨ ਉੱਥੇ ਘੁੰਮਦੇ ਲੋਕਾਂ ਨੂੰ ਮਿਲਦੇ ਗਿਲਦੇ ਰਿਹਾ। ਤਾਂ ਫਿਰ ਜਿਹੜਾ ਜ਼ਿਲ੍ਹੇ ਦਾ ਰੈਸਟ ਹਾਊਸ ਆ, ਸਰਕਾਰੀ ਆਰਾਮ ਘਰ, ਉੱਥੇ ਫਿਰ ਰਾਤ ਗੁਜ਼ਾਰਨੀ ਸੀ। ਹੁਣ 12 ਕੁ ਵਜੇ ਨਾਲ ਰਾਤ ਨੂੰ ਵਿਹਲੇ ਹੋਏ, ਸਥਾਨਕ ਲੀਡਰ ਮਿਲਣ ਆਏ, ਕਿਸਾਨਾਂ ਦੇ ਲੀਡਰ ਵੀ ਮਿਲਣ ਆਏ। 12 ਕੁ ਵਜੇ ਵਿਹਲੇ ਹੋ ਕੇ ਜਦੋਂ ਇਸ਼ਨਾਨ ਪਾਣੀ ਕਰਕੇ ਫਿਰ ਬਿਸਤਰੇ ਦੇ ਉੱਤੇ, ਮੰਜੇ ਦੇ ਉੱਤੇ ਪਏ ਬੈੱਡ ਤੇ, ਮੱਛਰ ਭੀਂ ਕਰਕੇ ਖੱਬੇ ਕੰਨ ਦੇ ਦੁਆਲੇ, ਭੀਂ ਕਰਕੇ ਸੱਜੇ ਕੰਨ ਦੇ ਦੁਆਲੇ, ਇੱਕ ਦੋ ਵਾਰੀ ਐਂ ਕੀਤਾ, ਪੱਖਾ ਕਰ ਕਰੀ ਜਾਵੇ, ਚਲੋ ਜੋ ਵੀ ਸੀਗਾ। ਉਹਦੇ ਤੋਂ ਬਾਅਦ ਫਿਰ 2:30 ਕੁ ਵਜੇ ਨੂੰ ਐਨ ਲਾਈਨ ਹਾਜ਼ਰ ਕਰ ਲੈ ਸਾਰੀ ਕਿ ਭਾਈ ਤੁਸੀਂ ਰੈਸਟ ਹਾਊਸ ਚਲਾਉਂਦੇ ਹੋ, ਸਰਕਾਰੀ ਬੰਦੇ ਹੋ, ਤਨਖਾਹਾਂ ਲੈਂਦੇ ਹੋ। 2:45 ਵਜੇ ਫਿਰ ਉੱਥੇ ਮੱਛਰ ਮਾਰਨ ਵਾਲੀ ਦਵਾਈ ਛਿੜਕੀ, ਤੜਕੇ 2:45 ਵਜੇ। ਤੁਸੀਂ ਦੇਖੋ ਕਿਉਂਕਿ ਮੁੱਖ ਮੰਤਰੀ ਸਾਹਿਬ ਨੂੰ ਨੀਂਦਰ ਨਹੀਂ ਸੀ ਆਉਂਦੀ। ਯਾਨੀ ਕਿ ਉਸ ਟਾਈਮ ਦੀ ਗੱਲ WhatsApp ਇਹ ਉਸ ਟਾਈਮ ਵਾਲੇ ਦਵਾਈ ਛਿੜਕੀ ਜਾ ਰਹੀ ਸੀ ਜਦੋਂ ਪਿੰਡ ਬਾਬੇ ਨੇ ਉੱਠ ਕੇ ਇਸ਼ਨਾਨ ਪਾਨ ਕਰ ਲਿਆ ਸੀ। ਹਾਂ ਬਿਲਕੁਲ, ਜਦੋਂ ਬਾਬਾ ਜੀ ਕਹਿੰਦੇ ਹੁੰਦੇ ਆ ਕਿ ਉੱਠੋ ਵੀ ਸੰਗਤੋ, ਹੁਣ ਇਸ਼ਨਾਨ ਕਰਕੇ ਗੁਰੂ ਘਰ ਹਾਜ਼ਰੀਆਂ ਭਰੋ, ਆਪਣੇ ਕੰਮਾਂ ਕਾਰਾਂ ਨੂੰ ਸੰਕੋਚੋ, ਉਸ ਲਈ ਫਿਰ ਉੱਥੇ ਮੱਛਰ ਮਾਰਨ ਵਾਲੀ ਜਿਹੜੀ ਦਵਾਈ ਛਿੜਕੀ ਗਈ। ਦੇਖੋ ਤੁਸੀਂ ਕਿਆ ਬਾਤਾਂ, ਜਣੀ ਮੁੱਖ ਮੰਤਰੀ ਸਾਹਿਬ ਨੂੰ ਮੱਛਰ ਲੜਿਆ, ਫਿਰ ਮੱਛਰ ਮਾਰਨ ਦੀ ਦਵਾਈ ਛਿੜਕੀ। ਹੋਰ ਦੇਖੋ 4 ਵਜੇ, 4 ਤੜਕੇ ਦੇ 1.5 ਘੰਟਾ ਹੋਇਆ ਸੀ ਮੁੱਖ ਮੰਤਰੀ ਸਾਹਿਬ ਨੂੰ ਸੁੱਤਿਆਂ। ਜਿਹੜੀ ਰੈਸਟ ਹਾਊਸ ਦੀ ਪਾਣੀ ਵਾਲੀ ਟੈਂਕੀ ਆ, ਉਹ ਕਿਤੇ ਚਲਾਤੀ ਹੋਣੀ ਉਸ ਲਈ ਕਿਸੇ ਨੇ ਕਿ ਭਾਈ ਮੁੱਖ ਮੰਤਰੀ ਸਾਹਿਬ ਨੇ ਸਵੇਰੇ ਇਸ਼ਨਾਨ ਪਾਣੀ ਵੀ ਕਰਨਾ ਹੈ। ਉਹ ਟੈਂਕੀ ਦੇ ਵਿੱਚੋਂ ਓਵਰਫਲੋ ਹੋ ਕੇ ਪਾਣੀ ਬਾਹਰ ਨਿਕਲ ਲੱਗ ਪਿਆ, ਤੇ ਜਦੋਂ ਧਾਰ ਜੇ ਤਰ ਕਰਕੇ ਥੱਲੇ ਡਿੱਗਦੀ ਹੋਣੀ ਆ, ਮੁੱਖ ਮੰਤਰੀ ਸਾਹਿਬ ਦੀ ਨੀਂਦਰ ਫਿਰ ਖੁੱਲ ਗਈ। ਹੁਣ ਜਦੋਂ ਮੁੱਖ ਮੰਤਰੀ ਸਾਹਿਬ ਦੀ ਨੀਂਦਰ ਫਿਰ ਖੁੱਲ ਗਈ, ਉਹ ਫਿਰ ਜਦੋਂ ਬਾਹਰਲੇ ਪਾਸੇ ਗਏ, ਫਿਰ ਜਾ ਕੇ ਅਧਿਕਾਰੀਆਂ ਨੂੰ ਕਿਹਾ ਭਾਈ ਆ ਓਵਰਫਲੋ ਹੋਈ ਜਾਂਦੀ ਆ, ਟੈਂਕੀ ਬੰਦ ਕਰੋ, ਪਾਣੀ ਵੇਸਟ ਜਾਈ ਜਾਂਦਾ। ਜਾਣੀ ਕੁੱਲ ਮਿਲਾ ਕੇ ਨੀਂਦਰ ਸੂਤਰ ਨਹੀਂ ਆਈ। ਤੇ ਨੀਂਦਰ ਜਦੋਂ ਸੂਤਰ ਨਹੀਂ ਆਈ ਤਾਂ ਫਿਰ ਰੈਸਟ ਹਾਊਸ ਦਾ ਇੰਚਾਰਜ ਜਿਹੜਾ ਉਹ ਸਵੇਰੇ ਸਸਪੈਂਡ ਹੋ ਗਿਆ। ਪਰ ਸੰਧਾਲੀਆ ਸਾਹਿਬ, ਮੇਰੇ ਮਨ ਦੇ ਵਿੱਚ ਇੱਕ ਗੱਲ ਤਾਂ ਆਉਂਦੀ ਆ ਨਾ, ਲੱਖਾਂ ਲੋਕ ਦੇਖੋ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਆ, ਉਹਨਾਂ ਦੇ ਵਿਚਾਰਿਆਂ ਦੇ ਵੀ ਮੱਛਰ ਲੜਦਾ ਹੋਣਾ, ਉਹਨਾਂ ਦੇ ਵੀ ਵਿਚਾਰਿਆਂ ਦੇ ਕੰਨ ਆ, ਉਹਨਾਂ ਦੇ ਵੀ ਖੂਨ ਹੈਗਾ, ਮੱਛਰ ਮਾੜਾ ਮੋਟਾ ਪੀਂਦਾ ਹੋਣਾ, ਉਹਨਾਂ ਨੇ ਤਾਂ ਕਿਸੇ ਸਸਪੈਂਡ ਕਰਾਇਆ ਨਹੀਂ, ਉੱਥੇ ਤਾਂ ਆਪਾਂ ਸੜਕਾਂ ਪੱਟੀ ਜਾਂਦੇ ਹਾਂ। ਦੇਖੋ ਗੱਲ ਇਹ ਆ WhatsApp, ਇਹਦੇ 'ਚ ਕਸੂਰ ਨਾ ਤੇ ਉਹ ਜਿਹੜਾ ਬੰਦਾ ਇੰਚਾਰਜ ਸੀ ਉਹਦਾ ਸੀ, ਨਾ ਮੁੱਖ ਮੰਤਰੀ ਸਾਹਿਬ ਦਾ ਸੀ, ਨਾ ਜਿਹੜੇ ਬੰਦੇ ਦਵਾਈ ਛਿੜਕਣ ਗਏ ਉਹਨਾਂ ਦਾ ਸੀ, ਨਾ
ਹੋਰ ਕਿਸੇ ਚੀਜ਼ ਦਾ ਸੀ। ਕਸੂਰ ਸੀਗਾ ਅਸਲ ਦੇ ਵਿੱਚ ਮੱਛਰ ਦਾ। ਇਹ ਮੱਛਰ ਪਤਾ ਨਹੀਂ ਕਿਉਂ ਇੰਨਾ ਅਨਪੜ੍ਹ ਮੱਛਰ ਉੱਥੇ ਲਈ ਫਿਰਦੇ, ਥੋੜ੍ਹਾ ਪੜ੍ਹੇ ਲਿਖਿਆ ਮੱਛਰ ਰੱਖਦੇ ਆ ਸਰਕਾਰੀ ਰੈਸਟ ਹਾਊਸ ਦੇ ਵਿੱਚ, ਜਿਹਨੂੰ ਪਤਾ ਹੁੰਦਾ ਮੁੱਖ ਮੰਤਰੀ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਦੇ ਨਾਲ ਕਿਵੇਂ ਬਿਹੇਵ ਕਰਨਾ, ਕੰਨ ਦੇ ਲਾਗੇ ਭੀਂ ਕਰਨਾ, ਜਾਂ ਫਿਰ ਬਸ ਹੌਲੀ ਜੀ ਪੈਰ ਤੇ ਦੰਦੀ ਵੱਢ ਕੇ ਨਿਕਲ ਜਾਣਾ। ਜਾਂ ਜੇ ਆਪਾਂ 4 ਦਿਨ ਨਾ ਵੀ ਉਹ ਕੰਮ ਕਰਦੇ, ਬਾਅਦ ਦੇ ਵਿੱਚ ਵੀ ਤੇ ਰੈਸਟ ਹਾਊਸ ਖਾਲੀ ਹੁੰਦਾ, ਉੱਥੇ ਕੋਈ ਹੋਰ ਆ ਜਾਂਦਾ ਜਿਹੜਾ ਲਹੂ ਪੀਣਾ ਸੀ ਉਹਦਾ ਪੀ ਲੈਂਦੇ। ਉਹਨਾਂ ਨੇ ਨਾ ਮੁੱਖ ਮੰਤਰੀ ਸਾਹਿਬ ਨੂੰ ਪਛਾਣਿਆ, ਨਾ ਉਹ ਉਦੋਂ ਸੁਧਰੇ, ਇਸ ਕਰਕੇ ਸਾਰਾ ਕੁਝ ਹੋਇਆ। ਅਸਲ ਕਸੂਰਵਾਰ ਤੇ ਸੀਗੇ ਮੱਛਰ, ਪਰ ਚਲੋ ਬਲੀ ਹੁਣ ਵਿਚਾਰੇ ਕਿ ਸਰਕਾਰੀ ਅਧਿਕਾਰੀ ਦੀ ਚਲ ਗਈ, ਤੇ ਹੁਣ ਕੀ ਕਰ ਸਕਦੇ। ਨਹੀਂ, ਕਮੇਟੀ ਬਿਠਾ ਦਈਏ ਜੇ ਬਹੁਤਾ ਪਤਾ ਕਰਨਾ ਕਿ ਭਾਈ ਮੱਛਰਾਂ ਦੇ ਵਿੱਚੋਂ ਵੀ ਕਿਹੜੇ ਮੱਛਰ ਦਾ ਕਸੂਰ ਹੈ। ਹੋ ਸਕਦਾ ਮੱਛਰ ਸੈਲਫੀ ਲੈਂਦਾ ਹੋਵੇ ਕਿ ਭਾਈ ਮੈਂ ਤਾਂ, ਕਿਉਂਕਿ ਜਿਹੜਾ ਮੱਛਰ ਹੁਣ ਮੁੱਖ ਮੰਤਰੀ ਸਾਹਿਬ ਦੇ ਲੜਕੇ ਗਿਆ, ਮੱਛਰਾਂ ਦਾ ਤਾਂ ਸਰਪੰਚ ਵੱਜਦਾ ਹੋਣਾ ਉਹ ਨਾ, ਕਿ ਭਾਈ ਤੁਸੀਂ ਕਿਹਦੇ ਲੜੀ ਜਾਂਦੇ ਹੋ, ਕਦੇ ਇਹਦੇ ਲੜੀ ਜਾਂਦੇ ਹੋ, ਕਦੇ ਕਿਸਾਨ ਦੇ ਲੜਦੇ ਹੋ, ਕਦੇ ਜਿਹੜਾ ਬੰਦਾ ਦਰਜਾ 4 ਕਰਮਚਾਰੀ ਉੱਥੇ ਰੱਖਿਆ ਕਦੇ ਉਹਦੇ ਲੜਦੇ ਹੋ। ਮੈਂ ਮੁੱਖ ਮੰਤਰੀ ਸਾਹਿਬ ਦੇ ਲੜਕੇ ਆਇਆ, ਉਹ ਤਾਂ ਉਹ ਹੀ ਨਹੀਂ ਕਿਸੇ ਨੂੰ ਸਿਆਣਦਾ ਨਾ, ਸਾਰੇ ਪਿੰਡ ਮੱਛਰ ਉਹਦੀ ਚੌੜਾ ਹੋਇਆ ਤੁਰਿਆ ਫਿਰਦਾ ਹੋਣਾ। ਕੀ ਕਹਿੰਦੇ ਹੋ? ਨਹੀਂ ਬਿਲਕੁਲ ਸਹੀ। ਉਹ ਕਹਿੰਦਾ ਮੈਂ ਵੱਡੀ ਕੰਨ ਤੇ ਦੰਦੀ, ਕੰਨ ਤੇ ਉਹ ਵੀ ਮੁੱਖ ਮੰਤਰੀ ਦੇ। ਕਹਿੰਦਾ ਤੁਸੀਂ ਕਿਧਰ ਐਵੇਂ ਇੱਧਰ ਉੱਧਰ, ਕਹਿੰਦਾ ਕਦੀ ਹੋਰ ਕੋਈ ਨਹੀਂ, ਮੱਝ ਦੇ ਲੜ ਲਿਆ, ਕਦੀ ਕੱਟੇ ਦੇ ਲੜ ਲਿਆ, ਤੁਸੀਂ ਕੋਈ ਮੱਛਰ ਹੋਈ। ਇੱਕ ਗੱਲ ਤਾਂ ਹੈਗੀ, ਉਹ ਖੈਰ ਆਪਾਂ ਨੂੰ ਸਮਝ ਨਹੀਂ ਆਉਂਦੀ, ਮੱਛਰਾਂ 'ਚ ਟੌਰ ਉਹਦਾ ਵਾਕਿਆ ਬਣ ਗਿਆ। ਹੁਣ ਉਹ ਗੱਲ ਵੱਖਰੀ ਵੀ ਚਲੋ ਇੱਕ ਬੰਦੇ ਦੀ ਬਲੀ ਦਿੱਤੀ ਗਈ, ਪਰ ਕਾਰਨ ਹੈ ਨਾ WhatsApp ਦੇਖੋ, ਇੱਥੋਂ ਆਪਾਂ ਅੰਦਾਜ਼ਾ ਲਾ ਲਈਏ ਵੀ ਉਹ ਰੈਸਟ ਹਾਊਸ ਦੇ ਵਿੱਚ ਵੀ ਕਦੀ ਕੋਈ ਇਸ ਲੈਵਲ ਦਾ ਬੰਦਾ ਨਹੀਂ ਆਇਆ ਹੋਣਾ, ਇਸ ਕਰਕੇ ਨਾ ਵਿਚਾਰੇ ਕਦੀ ਇੰਚਾਰਜ ਨੇ ਸੋਚਿਆ ਹੋਣਾ ਵੀ ਇਹਦੀ ਹਾਲਤ ਕਿਹੋ ਜਿਹੀ ਰੱਖਣੀ ਚਾਹੀਦੀ ਹੈ। ਤੇ ਜਿੱਥੋਂ ਦੇ ਰੈਸਟ ਹਾਊਸ ਦੀ ਹਾਲਤ ਇਹੋ ਜਿਹੀ ਆ, ਉਸ ਏਰੀਏ 'ਚ ਜਿਹੜਾ ਉਹ ਪੁਲ ਸੀਗਾ ਜਿੱਥੇ ਉਹ ਬੱਸ ਡਿੱਗੀ, ਉਹਦੀ ਹਾਲਤ ਕਿਹੋ ਜਿਹੀ ਹੋਊਗੀ, ਇਹਦਾ ਅੰਦਾਜ਼ਾ ਤੇ ਆਪਾਂ ਆਪ ਹੀ ਲਾ ਸਕਦੇ ਹਾਂ। ਇਹ ਅੰਦਾਜ਼ਾ ਤਾਂ ਲਾਉਣਾ ਪਊਗਾ ਸੰਧਾਲੀਆ ਸਾਹਿਬ, ਉਹ ਗੱਲ ਬਣਨੀ ਨਹੀਂ, ਉਹ ਸਰਨਾ ਨਹੀਂ ਹੈ। ਦੇਖੋ ਅੱਜ ਕਿਸਾਨਾਂ ਦਾ ਮੁੱਦਾ ਸਭ ਤੋਂ ਅਹਿਮ ਹੈ। ਬਿੱਲ ਚੰਗੇ ਆ ਮਾੜੇ ਆ, ਆਪਾਂ ਉਹਨਾਂ ਨੂੰ ਇੱਕ ਪਾਸੇ ਰੱਖ ਦਿੰਨੇ ਆ। ਅੱਜ ਜਦੋਂ ਕਿਸਾਨਾਂ ਦੇ ਮੁੱਦੇ ਦੇ ਉੱਤੇ ਸਰਕਾਰ ਸੋਚੇ, ਸਾਡਾ ਪੱਤਰਕਾਰ ਭਾਈਚਾਰਾ ਕੋ ਅੱਖਰ ਲਿਖਣ ਬੋਲਣ ਤੇ ਜਾਂ ਦਿਖਾਉਣ ਦੀ ਕੋਸ਼ਿਸ਼ ਕਰੇ, ਜਾਂ ਕੋਈ ਵੀ ਬੰਦਾ ਜਿਹੜਾ ਇਸ ਮੁੱਦੇ ਦੇ ਉੱਤੇ ਟਿੱਪਣੀ ਕਰਨ ਦੀ ਕੋਸ਼ਿਸ਼ ਕਰੇ, ਉਹ ਇੱਕ ਗੱਲ ਜ਼ਰੂਰ ਸਮਝੇ ਕਿ ਭਾਈ ਜਦੋਂ ਗਰਮੀਆਂ ਹੁੰਦੀਆਂ ਸਾਰੇ ਬੰਦੇ ਟਿਕੀ ਦੁਪਹਿਰ ਦੇ ਵਿੱਚ ਹੁੰਦਾ ਕਿ ਭਾਈ ਆਪਾਂ ਸਵੇਰੇ ਸਵੇਰੇ ਕੰਮ ਨਿਬੇੜ ਲੈਂਦੇ ਆ ਦੁਪਹਿਰਾ ਜਿਹੜਾ ਹੈ ਨਾ ਇਹ ਫਿਰ ਅੰਦਰ ਕੱਟਾਂਗੇ, ਗਰਮੀ ਬੜੀ ਹੁੰਦੀ ਆ। ਕਿਸਾਨ ਤੇ ਮਜ਼ਦੂਰ ਤਾਂ ਉਦੋਂ ਵੀ ਬਾਹਰ ਹੁੰਦੇ ਆ ਜਦੋਂ ਸਾਰਿਆਂ ਦੀ ਕੋਸ਼ਿਸ਼ ਹੁੰਦੀ ਆ ਕਿ ਠੰਡ ਬੜੀ ਆ ਭਾਈ ਇਹਨਾਂ ਦਿਨਾਂ ਦੇ ਵਿੱਚ ਕਿਤੇ ਨਹੀਂ ਜਾਣਾ, ਵਿਆਹ ਸ਼ਾਦੀ ਵੀ ਨਾ ਰੱਖਿਓ। ਉਦੋਂ ਟਰੈਕਟਰ ਟਰਾਲੀ ਲੈ ਕੇ ਕਿਸਾਨ ਤੇ ਮਜ਼ਦੂਰ 5-5 ਦਿਨ ਤੇ 5-5 ਰਾਤਾਂ ਮਿੱਲਾਂ ਤੇ ਮੂਹਰੇ ਹੁੰਦੇ ਆ। ਜਦੋਂ ਬਾਕੀ ਸਾਰੀ ਦੁਨੀਆ ਇਹ ਕਹਿੰਦੀ ਆ ਕਿ ਭਾਈ ਮੱਛਰਦਾਨੀ ਲਾ ਕੇ ਸੌਵੋ, ਐਂ ਕਰੋ ਪ੍ਰਬੰਧ ਕਰ ਲਓ, ਐਂ ਕਰੋ ਆਪਾਂ ਅੰਦਰਲੇ ਪਾਸੇ ਨਾ ਇੱਥੇ ਕਿੰਨਾ ਕੁ ਥਾਂ ਜਿਹੜਾ ਜਾਲੀ ਵਾਲਾ ਬਣਾ ਲਏ, ਮੱਛਰ ਅੰਦਰ ਵੜੂ ਕਿੱਦਾਂ, ਕਛੂਆ ਲਾ ਲੈਂਦੇ ਆ। ਪਰ ਜਿਹੜਾ ਰਾਤਾਂ ਨੂੰ ਕਦੇ ਮੱਕੀ ਨੂੰ ਪਾਣੀ ਲਾਉਂਦਾ ਤੇ ਕਦੇ ਝੋਨੇ ਨੂੰ ਪਾਣੀ ਲਾਉਂਦਾ, ਉਹ ਹੁਣ ਕਛੂਏ ਦਾ ਉਹ ਜਿਹੜਾ ਗੋਲਾ ਜਿਹਾ ਹੁੰਦਾ ਉਹਨੂੰ ਕਿੱਥੇ ਆਪਣੇ ਨਾਲ ਚੱਕੀ ਫਿਰੇ। ਉਹਨਾਂ ਦੇ ਮੱਛਰ ਕਿੰਨਾ ਕੁ ਲੜਿਆ, ਕਿੰਨੇ ਕੁ ਉਹਨਾਂ ਦੇ ਸੱਪ ਲੜੇ, ਕਿੰਨੇ ਕੁ ਉਹਨਾਂ ਦੇ ਕਿਸੇ ਹੋਰ ਨਿੱਕੇ ਮੋਟੇ ਸਪੋਲੀਏ ਨੇ ਦੰਦੀਆਂ ਵੱਢੀਆਂ, ਤੇ ਕਿੰਨੇ ਕੁ ਉਹ ਤੰਗ ਹੋਏ ਨੇ, ਤੇ ਫਾਹੇ ਕਿੰਨਿਆਂ ਕੁ ਨੇ ਲਏ ਆ, ਤੇ ਫਾਹੇ ਲੈਣੇ ਕਿੰਨੇ ਔਖੇ ਆ। ਮੈਨੂੰ ਲੱਗਦਾ ਉਹ ਸਾਰੀਆਂ ਚੀਜ਼ਾਂ ਨੂੰ ਜੇ ਥੋੜ੍ਹਾ ਜਿਹਾ ਅਹਿਸਾਸ ਕਰਕੇ ਕੋਈ ਬੰਦਾ ਬੋਲੇ, ਨੀਤੀ ਬਣਾਵੇ ਜਾਂ ਇਸ ਮੁੱਦੇ ਤੇ ਵਿਚਾਰ ਕਰੇ, ਤਾਂ ਸ਼ਾਇਦ ਰਾਏ ਤੇ ਫੈਸਲੇ ਹੋਰ ਹੋ ਜਾਣ। ਭਾਟ ਸਾਹਿਬ ਅਸਲ ਦੇ ਵਿੱਚ ਤਾਂ ਚਾਹੀਦਾ ਹੀ ਇਹ ਹੈ ਜਿਹੜੀ ਚੀਜ਼ ਦੀ ਆਪਾਂ ਗੱਲ ਕਰ ਰਹੇ ਹਾਂ, ਜੇ ਕਿਤੇ ਇੱਦਾਂ ਹੋ ਜਾਵੇ ਨਾ ਤੇ ਮਸਲੇ ਸਾਰੇ ਹੱਲ ਹੋ ਜਾਣ। ਪਰ ਅਫਸੋਸ ਇਹ ਆ ਕਿ ਇਸ ਵਾਲੇ ਪਾਸੇ ਨਾ ਤਾਂ ਕਿਸੇ ਦਾ ਧਿਆਨ ਆ ਤੇ ਨਾ ਹੀ ਕੋਈ ਇਸ ਤਰੀਕੇ ਨਾਲ ਸੋਚਦਾ, ਕਿਉਂਕਿ ਇਸ ਤਰੀਕੇ ਨਾਲ ਸੋਚਿਆ ਜਾਵੇ ਤੇ ਫਿਰ ਆਪਣੇ ਆਪ ਹੀ ਜਿਹੜੀਆਂ ਨੀਤੀਆਂ ਦੇ ਇਸ ਵਕਤ ਲੜਾਈ ਲੜੀ ਜਾ ਰਹੀ ਉਹ ਨੀਤੀਆਂ ਦੇ ਵਾਲੇ ਪਾਸੇ ਧਿਆਨ ਹੀ ਨਹੀਂ ਜਾਣਾ। ਇੱਕ ਚੀਜ਼ ਹੋਰ ਮੈਂ ਜ਼ਿਕਰ ਕਰਾਂ ਇੱਥੇ ਭਾਟ ਸਾਹਿਬ ਕਿ ਜਦੋਂ ਆਪਾਂ ਇਸ ਲੜਾਈ ਦੀ ਗੱਲ ਕਰਦੇ ਹਾਂ, ਆਪਾਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਹਰ ਐਂਗਲ ਤੋਂ ਵਿਚਾਰੀ ਇਹ ਗੱਲ ਨੂੰ, ਪਰ ਮੈਨੂੰ ਲੱਗਦਾ ਹੈ ਕਿ ਵੀ ਜੇ ਇਹ ਲੜਾਈ ਨੂੰ ਇਸੇ ਤਰ੍ਹਾਂ ਹੀ ਬਣਾ ਲਿਆ ਜਾਣਾ ਕਿ ਮੰਨ ਲਓ ਅੱਜ ਕੁਝ ਮੰਗਾਂ ਦੀ ਗੱਲ ਹੈ, ਉਹਨਾਂ ਮੰਗਾਂ 'ਚੋਂ ਮੰਨ ਲਓ 99% ਵੀ ਮੰਨੀਆਂ ਜਾਂਦੀਆਂ ਨੇ, 100% ਵੀ ਮੰਨੀਆਂ ਜਾਂਦੀਆਂ ਨੇ, ਕੱਲ੍ਹ ਨੂੰ ਕੋਈ ਮੁੱਦਾ ਹੋਰ ਆ ਜਾਊਗਾ। ਪਰ ਕੀ ਕੁਝ ਚੀਜ਼ਾਂ ਐਸੀਆਂ ਵੀ ਨੇ ਜਾਂ ਐਸੇ ਢੰਗ ਤਰੀਕੇ ਵੀ ਨੇ ਜਿਨ੍ਹਾਂ ਢੰਗ ਤਰੀਕਿਆਂ ਦੇ ਨਾਲ ਬਹੁਤ ਸਾਰਾ ਕੁਝ ਆਪਣੇ ਤੌਰ ਦੇ ਉੱਪਰ ਕਿਸਾਨਾਂ ਵੱਲੋਂ, ਪਿੰਡ ਦੇ ਲੋਕਾਂ ਵੱਲੋਂ ਜਾਂ ਆਮ ਜਿਹੜੇ ਲੋਕ ਨੇ, ਚਾਹੇ ਉਹ ਕੋਈ ਛੋਟਾ ਮੋਟਾ ਕੰਮ ਕਾਰੋਬਾਰੀ ਕਿਉਂ ਨਹੀਂ ਕਰਦੇ, ਉਹ ਕੁਝ ਇਹੋ ਜਿਹੇ ਕਰ ਲੈਣ ਜਿਹਦੇ ਨਾਲ ਇਹ ਜਿਹੜੀਆਂ ਮੁਸ਼ਕਲਾਂ ਨੇ ਉਹ ਸਰਕਾਰ ਵਾਲੇ ਪਾਸੋਂ ਜੇ ਬਹੁਤੀਆਂ ਹੱਲ ਨਾ ਵੀ ਹੋਣ ਤੇ ਆਪਣੇ ਆਪ ਉਹਨਾਂ ਨੂੰ ਹੱਲ ਕਰਨ ਵਾਲੇ ਪਾਸੇ ਕੋਈ ਰਾਹ ਕੱਢ ਲਿਆ ਜਾਵੇ। ਜ਼ਰੂਰੀ ਹੈ ਸੰਧਾਲੀਆ ਸਾਹਿਬ, ਵੈਸੇ ਤਾਂ ਸਰਕਾਰਾਂ ਦੀਆਂ ਡਿਊਟੀਆਂ ਬਣਦੀਆਂ, ਪਰ ਜੇ ਹੁਣ ਨਹੀਂ ਕਰਦੀਆਂ ਸਰਕਾਰਾਂ ਤਾਂ ਫਿਰ ਕੀ ਕੀਤਾ ਜਾ ਸਕਦਾ। ਇਹ ਗੱਲ ਤੁਹਾਡੀ ਠੀਕ ਹੈ ਕਿ ਹੁਣ ਉਧਰਲੇ ਪਾਸੇ ਨੂੰ ਧਿਆਨ ਕਰਨਾ ਪਊਗਾ ਕਿ ਕੁਛ ਨਾ ਕੁਛ ਤਾਂ ਨੁਕਤੇ, ਕੁਛ ਮਸਲੇ, ਕੁਝ ਕੰਮ ਤਾਂ ਇਦਾਂ ਦੇ ਹੋਣਗੇ ਨਾ ਜਿਹੜੇ ਆਪਣੇ ਪੱਧਰ ਦੇ ਉੱਤੇ ਸੁਧਾਰੇ ਜਾ ਸਕਦੇ ਆ, ਆਪਣੇ ਪੱਧਰ ਦੇ ਉੱਤੇ ਵਿਚਾਰੇ ਜਾ ਸਕਦੇ ਆ। ਕਿਉਂਕਿ ਸਰਕਾਰ ਤਾਂ ਇਦਾਂ ਕਹਿ ਦੂ ਕਿ ਭਾਈ 35 ਰੁਪਏ ਵਧਾਏ, 45 ਰੁਪਏ ਵਧਾਏ, 100 ਰੁਪਈਆ ਪ੍ਰਤੀ ਕੁਇੰਟਲ ਵਧਾਇਆ। ਸਰਕਾਰ ਤਾਂ ਬਾਰਦਾਨਾ ਵੇਲੇ ਸਿਰ ਭੇਜ ਦਊ, ਮੰਨ ਲਓ ਜੇ ਚੰਗੀ ਵੀ ਹੋਵੇ। ਸਰਕਾਰ ਕਾਨੂੰਨ ਰੱਦ ਕਰ ਦੂ ਜਾਂ ਕਹਿ ਦੂ ਕਿ ਭਾਈ ਆਹ ਕੁਛ ਕਰਨਾ। ਇਹਦੇ ਤੋਂ ਬਿਨਾਂ ਵੀ ਚਾਹੇ ਪੰਜਾਬ ਆ ਚਾਹੇ ਹਰਿਆਣਾ ਢੇਰ ਲੱਗਾ ਪਿਆ।
ਦੈੜ ਲੱਗਾ ਪਿਆ, ਅੰਬਾਰ ਲੱਗਾ ਪਿਆ ਸਮੱਸਿਆਵਾਂ ਦਾ। ਤੇ ਉਹਦੇ ਵਿੱਚੋਂ ਆ ਜਿੰਨਾ ਕੁ ਭਾਈਚਾਰਾ ਆਪਣੇ ਪੰਜਾਬੀਆਂ ਨੇ, ਹਰਿਆਣਵੀਆਂ ਨੇ ਹੁਣ ਦਿਖਾਇਆ, ਸੰਧਾਲੀਆ ਸਾਹਿਬ, ਜੇ ਇਹਦੇ ਤੋਂ ਅੱਧਾ ਵੀ ਆਪਾਂ ਪਿੰਡਾਂ ਦੇ ਵਿੱਚ ਲੈ ਜਾਈਏ, ਉੱਥੇ ਜਾ ਕੇ ਦੇਖੀਏ, ਆਪਾਂ ਇੱਕ ਇੱਕ ਕਰਕੇ ਬਹੁਤ ਸਾਰੀਆਂ ਚੀਜ਼ਾਂ ਗਿਣੀ ਦੇਾਂਗੇ ਕਿ ਕਿਹੜੀਆਂ ਸਮੱਸਿਆਵਾਂ ਨੇ ਜਿਹੜੀਆਂ ਅਸੀਂ ਆਪੇ ਹੀ ਆਪਣੇ ਗਲ ਦੇ ਦੁਆਲੇ ਰੱਸਾ ਬਣਾ ਕੇ ਵਲੇਟੀਆਂ ਤੇ ਹੱਲ ਕੀਤੀਆਂ ਜਾ ਸਕਦੀਆਂ। ਇਹ ਪਰ ਨਾ ਇਹਦੀ ਸ਼ੁਰੂਆਤ ਸਭ ਤੋਂ ਪਹਿਲਾਂ ਬਾਟ ਸਾਹਿਬ ਮੇਰਾ ਖਿਆਲ ਜਿਹੜੀ ਇਸ ਵਕਤ ਇੱਕ ਘਟਨਾ ਵਾਪਰ ਚੁੱਕੀ ਆ ਤੇ ਇੱਕ ਕਾਲ ਜਿਹੜੀ ਦਿੱਤੀ ਜਾ ਚੁੱਕੀ ਆ, ਉਹ ਜੇ ਉਸੇ ਤਰ੍ਹਾਂ ਹੀ ਐਜ਼ ਇਟ ਇਜ਼ ਹੀ ਕੰਮ ਕਰਦੀ ਆ ਤੇ ਫਿਰ ਉਹਦੇ ਨਾਲ ਫਾਇਦੇ ਨੁਕਸਾਨ ਤੋਂ ਸ਼ੁਰੂ ਕਰ ਲਈ। ਦੇਖੋ, ਪਹਿਲੀ ਗੱਲ ਤੇ ਆਪਾਂ ਇਹ ਕਲੀਅਰ ਕਰ ਦਈਏ ਜੀ ਕਿ ਜੋ ਇਸ ਵਕਤ ਕਿਸਾਨ ਜਥੇਬੰਦੀਆਂ ਜਾਂ ਕਿਸਾਨਾਂ ਦੇ ਲੀਡਰ ਫੈਸਲਾ ਲੈਂਦੇ ਨੇ, ਅਸੀਂ ਨਾ ਤਾਂ ਉਸ ਫੈਸਲੇ ਦਾ ਵਿਰੋਧ ਕਰ ਸਕਦੇ ਹਾਂ ਤੇ ਨਾ ਉਹਦੀ ਹਾਮੀ ਭਰ ਸਕਦੇ ਹਾਂ, ਕਿਉਂਕਿ ਉਹ ਉਹਨਾਂ ਦਾ ਇੱਕ ਵੱਖਰਾ ਅੰਦੋਲਨ ਚੱਲ ਰਿਹਾ। ਪਰ ਹਾਂ, ਉਹਨਾਂ ਵੱਲੋਂ ਕੀਤੇ ਜਾ ਰਹੇ ਕੰਮ, ਉਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਕਾਲਸ ਜਾਂ ਉਹਨਾਂ ਦੇ ਜਿਹੜੇ ਪ੍ਰਭਾਵ ਨੇ, ਉਹਨਾਂ ਨੂੰ ਵਿਚਾਰਿਆ ਜ਼ਰੂਰ ਜਾ ਸਕਦਾ ਹੈ ਕਿ ਇਸ ਚੀਜ਼ ਦਾ ਇੱਕ ਆ ਵੀ ਹੈ ਪੱਖ, ਇੱਕ ਚੀਜ਼ ਦਾ ਇੱਕ ਆ ਵੀ ਪੱਖ ਹੈ। ਪਿਛਲੇ ਦਿਨੀ ਆਪਾਂ ਜ਼ਿਕਰ ਕੀਤਾ ਸੀ ਰਕੇਸ਼ ਟਕੈਤ ਹੋਰਾਂ ਦਾ, ਜਿਨ੍ਹਾਂ ਨੇ ਇਹ ਗੱਲ ਕਹੀ ਸੀ ਕਿ ਵੀ ਆਉਣ ਵਾਲਾ ਜਿਹੜਾ ਸਮਾਂ ਹੈ ਜੀ, ਉਹ ਕਰੋ ਜਾਂ ਮਰੋ ਵਾਲੀ ਗੱਲ ਵੀ ਹੋ ਸਕਦੀ ਹੈ। ਹੋ ਸਕਦਾ ਹੈ ਕਿ ਤੁਹਾਨੂੰ ਆਪਣੀਆਂ ਫਸਲਾਂ ਵਾਲੇ ਪਾਸਿਓਂ ਵੀ ਮੁੱਖ ਮੋੜਨਾ ਪਵੇ। ਜੇ ਇੱਕ ਅੱਧੀ ਫਸਲ ਕੁਰਬਾਨ ਕਰਨੀ ਪੈ ਗਈ ਤੇ ਕੋਈ ਫਰਕ ਨਹੀਂ ਪੈਂਦਾ, ਫਸਲ ਨੂੰ ਸਾੜ ਦਿਆਂਗੇ, ਅੱਗ ਲਾ ਕੇ ਖਤਮ ਕਰ ਦਿਆਂਗੇ, ਪਰ ਅਸੀਂ ਆਪਣੀਆਂ ਮੰਗਾਂ ਮਨਵਾ ਕੇ ਜਾਵਾਂਗੇ। ਹੁਣ ਇਸ ਕਾਲ ਦੇ ਆਉਣ ਤੋਂ 2 ਦਿਨ ਬਾਅਦ ਪੰਜਾਬ 'ਚ ਆਪਾਂ ਨੂੰ ਇੱਕ ਘਟਨਾ ਸੁਣਨ ਵੇਖਣ ਨੂੰ ਮਿਲਦੀ ਹੈ, ਜਿੱਥੇ ਇੱਕ ਕਿਸਾਨ ਵੱਲੋਂ 2-2.5 ਏਕੜ ਕਣਕ ਜਿਹੜੀ ਆ ਉਹ ਇਸੇ ਰੋਸ ਵਜੋਂ ਵਾਹ ਦਿੱਤੀ ਜਾਂਦੀ ਹੈ ਵੀ ਸਰਕਾਰਾਂ ਜਿਹੜੀਆਂ ਜੀ ਉਹ ਸਾਡੀ ਬਾਂਹ ਨਹੀਂ ਫੜਦੀਆਂ, ਸਾਡੀ ਫਸਲ ਦਾ ਮੁੱਲ ਨਹੀਂ ਦਿੰਦੀਆਂ। ਹੁਣ ਹੋ ਸਕਦਾ ਹੈ ਕਿ ਇੱਕ ਘਟਨਾ ਹੋਵੇ, ਆਉਣ ਵਾਲੇ ਦਿਨਾਂ 'ਚ ਇਹੋ ਜਿਹੀਆਂ ਹੋਰ ਵਾਪਰਨ, ਪਰ ਕੀ ਇਹ ਰਸਤਾ ਜਿਹੜਾ ਉਹ ਸਹੀ ਆ ਕਿ ਗਲਤ ਆ? ਪਹਿਲਾਂ ਥੋੜ੍ਹੀ ਜਿਹੀ ਗੱਲ ਆਪਾਂ ਇੱਥੋਂ ਸ਼ੁਰੂ ਕਰੀਏ, ਫਿਰ ਅੱਗੇ ਵਧਦੇ ਹਾਂ। ਇਹ ਤੁਸੀਂ ਠੀਕ ਕਿਹਾ ਕਿ ਭਾਈ ਕਿਸਾਨਾਂ ਨੇ ਆਪਣੇ ਫੈਸਲੇ ਲੈਣੇ ਆ। ਮੁੱਦਾ ਲੋਕਾਂ ਦੇ ਢਿੱਡ ਦੇ ਨਾਲ, ਲੋਕਾਂ ਦੀ ਭੁੱਖ ਦੇ ਨਾਲ, ਲੋਕਾਂ ਦੀ ਫਸਲ ਤੇ ਲੋਕਾਂ ਦੀ ਨਸਲ ਦੇ ਨਾਲ ਜਿਹੜਾ ਉਹ ਜੁੜਿਆ ਹੋਇਆ। ਭਾਰਤ ਦੇ ਬਹੁਤੇ ਲੋਕ ਖੇਤੀਬਾੜੀ ਦੇ ਨਾਲ ਸੰਬੰਧ ਰੱਖਦੇ ਆ ਤੇ ਜਦੋਂ ਉਹਦਾ ਅੰਦੋਲਨ ਚੱਲੇ ਤਾਂ ਫਿਰ ਲੀਡਰ ਕੀ ਫੈਸਲਾ ਕਰਦੇ ਆ ਉਹਦੇ ਤੋਂ ਅਸੀਂ ਪਰੇ ਤਾਂ ਨਹੀਂ ਹੋ ਸਕਦੇ। ਪਰ ਅੱਜ ਬਹੁਤ ਸਾਰੀਆਂ ਗੱਲਾਂ ਆਪਾਂ ਵਿਚਾਰਨੀਆਂ। ਲੋਕਾਂ ਦੇ ਵਿੱਚ ਇੱਕ ਵੱਡੀ ਪੱਧਰ ਦੇ ਉੱਤੇ ਚਰਚਾ ਚੱਲਦੀ ਹੈ। ਬਹੁਤ ਸਾਰੇ ਲੋਕ ਦੇਸ਼ ਦੇ ਵਿੱਚੋਂ, ਪਿੰਡਾਂ ਦੇ ਵਿੱਚੋਂ, ਵਿਦੇਸ਼ ਦੇ ਵਿੱਚੋਂ ਵੀ ਕਹਿੰਦੇ ਆ ਕਿ ਭਾਈ ਠੀਕ ਹੈ, 2-3 ਸਾਲ ਕੌੜਾ ਕੁੱਟ ਭਰ ਲਓ, ਫਸਲਾਂ ਬੀਜੋ ਹੀ ਨਾ ਜਾਂ ਖਾਣ ਜੋਗੀਆਂ ਬੀਜੋ। ਇੱਕ ਪ੍ਰਚਾਰ ਇਹ ਚੱਲਦਾ ਕਿ ਭਾਈ ਪਿੰਡ ਪੱਧਰ ਦੇ ਉੱਤੇ ਤੁਹਾਨੂੰ ਘਰ ਜੋਗਾ ਜੋ ਕੁਝ ਚਾਹੀਦਾ ਉਹੀ ਬੀਜੋ। 2 ਸਾਲਾਂ ਦੇ ਵਿੱਚ ਹੀ ਸਰਕਾਰਾਂ ਦੇ ਆਪਣੇ ਆਪ ਹੀ ਇਹ ਗੱਲ ਸਮਝ ਆ ਜਾਣੀ ਹੈ ਕਿ ਭਾਈ ਦੇਖੋ ਇਹ ਕਿੰਨੇ ਜ਼ਰੂਰੀ ਲੋਕ ਨੇ। ਜਦੋਂ ਭੰਡਾਰ ਘਟਣ ਲੱਗ ਪਏ, ਜਦੋਂ ਲੋਕ ਜਿਨ੍ਹਾਂ ਨੂੰ ਖੋਰ ਕਣਕ ਤੇ ਚੌਲ ਚਾਹੀਦੇ ਆ ਉਹਨਾਂ ਨੂੰ ਉਨੀ ਮਾਤਰਾ ਦੇ ਵਿੱਚ ਚੀਜ਼ਾਂ ਗਈਆਂ ਨਾ, ਇਹ ਇੱਕ ਵਿਚਾਰ ਹੈ। ਹਾਲਾਂਕਿ ਮੈਨੂੰ ਐ ਲੱਗਦਾ ਕਿ ਜਿਹੜੇ ਸੱਜਣ ਇਹ ਵਿਚਾਰ ਅੱਗੇ ਰੱਖਦੇ ਆ ਸ਼ਾਇਦ ਉਹ ਕੈਲਕੂਲੇਸ਼ਨ ਪੂਰੀ ਨਹੀਂ ਕਰਦੇ। ਸ਼ਾਇਦ ਦੇਸ਼ ਦੇ ਵਿੱਚ ਪੰਜਾਬ ਤੋਂ ਬਾਹਰ ਕਿੰਨਾ ਅਨਾਜ ਹੁੰਦਾ ਤੇ ਕਿੰਨਾ ਚਾਹੀਦਾ, ਸ਼ਾਇਦ ਉਧਰਲੇ ਪਾਸੇ ਧਿਆਨ ਨਹੀਂ ਕੀਤਾ ਜਾ ਰਿਹਾ। ਹਾਂ, ਆਪਾਂ ਇਤਰਾਜ਼ ਨਹੀਂ ਕਰਦੇ, ਆਪਾਂ ਇਹ ਨਹੀਂ ਕਹਿੰਦੇ ਕੋਈ ਗਲਤ ਕਹਿੰਦੇ ਆ, ਉਹ ਇੱਕ ਰਾਹ ਦੱਸਦੇ ਆ ਕਿ ਭਾਈ ਆਪਾਂ ਐਂ ਕਰ ਲਈਏ। ਜੇ ਆਪਣੀ ਗੱਲ ਨਹੀਂ ਸੁਣਦੇ, ਜ਼ਮੀਨਾ ਹੋ ਗਿਆ, ਮੁਲਾਕਾਤ ਨਹੀਂ ਹੋ ਰਹੀ, ਮੁਲਾਕਾਤ ਦੀ ਤਰੀਕ ਤੈਅ ਨਹੀਂ ਹੋ ਰਹੀ, ਤੇ ਆਪਾਂ ਐਂ ਕਰਦੇ ਆ ਖਾਣ ਜੋਗਾ ਹੀ ਉਪਜਾਈਏ, ਔਖੇ ਹੋ ਲਈਏ, ਸੌਖੇ ਹੋ ਲਈਏ, ਖਰਚੇ ਘਟਾ ਲਈਏ, ਚਾਹੇ ਜਿੰਨੇ ਵੀ ਤੰਗ ਹੋਣਾ ਪਵੇ ਹੋ ਲਈਏ, ਪਰ 2-3 ਸਾਲਾਂ ਦੇ ਵਿੱਚ ਹੀ ਦੇਖਿਓ ਕਹਿੰਦੇ ਤੁਹਾਡੀ ਅਹਿਮੀਅਤ ਸਮਝ ਆ ਜਾਣੀ ਹੈ। ਹੁਣ ਆ ਜਿਹੜੀ ਅੱਗ ਲਾਉਣ ਵਾਲੀ ਗੱਲ, ਪਿਛਲੇ ਦਿਨਾਂ ਦੇ ਵਿੱਚ ਇੱਕ ਚਰਚਾ ਚੱਲੀ ਕਿ ਭਾਈ ਆ ਜਦੋਂ ਕਣਕ ਦੀ ਵਾਢੀ ਸ਼ੁਰੂ ਹੋਣੀ ਆ, ਸਰਕਾਰ ਤਾਂ ਉਹਨੂੰ ਉਡੀਕਦੀ ਹੈ, ਸੱਤਾਧਾਰੀ ਧਿਰ ਨੂੰ ਐ ਲੱਗਦਾ ਫਿਰ ਸਾਰੇ ਕਿਸਾਨਾਂ ਨੇ ਆਪੋ ਆਪਣੀ ਕਣਕ ਸਾਂਭਣੀ ਹੈ, ਕਰਜ਼ੇ ਦੀਆਂ ਕਿਸ਼ਤਾਂ ਮੋੜਨੀਆਂ, ਉਹਨਾਂ ਨੇ ਘਰੇ ਦਾਣਾ ਫੱਕਾ ਵੀ ਰੱਖਣਾ ਹੈ, ਪਸ਼ੂ ਵੀ ਸਾਰੇ ਕਿਸਾਨਾਂ ਨੇ ਥੋੜੇ ਬਹੁਤ ਰੱਖੇ ਹੀ ਹੁੰਦੇ ਆ, ਉਹਨਾਂ ਨੇ ਕਣਕ ਦੇ ਨਾੜ ਦੀ ਤੂੜੀ ਵੀ ਬਣਾਉਣੀ ਹੈ, ਤੇ ਉਹਨਾਂ ਦਾ ਦਿੱਲੀ ਦੇ ਨੇੜੇ ਬੈਠਣਾ ਸੰਭਵ ਹੀ ਨਹੀਂ। ਮੋਰਚਾ ਆਪਣੇ ਆਪ ਹੀ ਕਮਜ਼ੋਰ ਹੋ ਜਾਣਾ ਤੇ ਮੁੜ ਕੇ ਉਹਦੇ ਤੋਂ ਬਾਅਦ ਗਰਮੀ ਆ ਜਾਣੀ ਹੈ, ਕੌਣ ਪਰਤਦਾ ਤੇ ਕੌਣ ਨਹੀਂ ਪਰਤਦਾ। ਇਦਾਂ ਦੀਆਂ ਜਦੋਂ ਚਰਚਾਵਾਂ ਚੱਲਦੀਆਂ, ਸੰਧਾਲੀਆ ਸਾਹਿਬ, ਫਿਰ ਕਿਸਾਨ ਲੀਡਰਾਂ ਨੇ ਜਵਾਬ ਦੇਣਾ ਹੁੰਦਾ। ਅਗਲਿਆਂ ਨੇ ਜਵਾਬ ਦਿੱਤਾ ਕਿ ਫਸਲ ਭਾਵੇਂ ਅੱਗ ਲਾਉਣੀ ਪਵੇ, ਭਾਵੇਂ ਖਰਾਬ ਕਰਨੀ ਪਵੇ, ਭਾਵੇਂ ਮਜ਼ਦੂਰ ਵੱਧ ਗਿਣਤੀ 'ਚ ਲਾਉਣੇ ਪੈਣ, ਮੋਰਚਾ ਨਹੀਂ ਕਮਜ਼ੋਰ ਹੋਣ ਦਿੰਦੇ। ਪਰ ਜਿਸ ਤਰੀਕੇ ਆ ਪੰਜਾਬ ਦੇ ਵਿੱਚ 2.5 ਏਕੜ ਕਣਕ ਵਾਹੀ ਹੈ, ਇਹ ਬਹੁਤ ਵੱਡਾ ਇੱਕ ਸੰਕੇਤ ਹੈ ਕਿ ਕਿਸਾਨ ਲੀਡਰ ਜਿੱਥੇ ਮਰਜ਼ੀ ਕੁਝ ਕਹਿਣ, ਉਹਦਾ ਅਸਰ ਬਹੁਤ ਦੂਰ ਤੱਕ ਹੁੰਦਾ। ਵੈਸੇ ਵੀ ਸੰਧਾਲੀਆ ਸਾਹਿਬ ਦੇਖੋ, ਤੁਸੀਂ ਝੋਨਾ ਵੱਢਿਆ ਹੋਣਾ, ਖੇਤ ਵਾਹਿਆ ਹੋਣਾ, ਵੱਟ ਪਾਈ ਹੋਣੀ ਹੈ, ਖੂੰਜਾ ਤਾਂ ਹੱਥ ਨਾਲ ਹੀ ਬਣਾਉਣਾ ਪੈਂਦਾ ਨਾ। ਜੇ ਟਰੈਕਟਰ ਦੇ ਮਗਰ ਜਿੰਦਰਾ ਪਾ ਕੇ ਮੰਨ ਲਓ ਕਿ ਵੱਟ ਉੱਦਾਂ ਪਾ ਵੀ ਦਿੱਤੀ ਹੈ, ਖੂੰਜੇ ਤਾਂ ਚਾਰੇ ਪੰਜੇ ਜਿਹੜੇ ਆ ਉਹ ਹੱਥ ਦੇ ਨਾਲ ਕਈ ਦੇ ਨਾਲ ਹੀ ਪਾਏ ਹੋਣੇ ਆ, ਹੱਥਾਂ ਦੇ ਉੱਤੇ ਰੱਟਣ ਵੀ ਪਏ ਹੋਣੇ ਆ। ਕਣਕ ਦਾ ਬੀਜ ਜਦੋਂ ਲੈ ਕੇ ਆਇਆ ਹੋਣਾ ਕਿਸਾਨ, ਤੇ ਉਹਨੇ ਜੇਬ ਦੇ ਵਿੱਚੋਂ ਪੈਸੇ ਜਦੋਂ ਗਿਣ ਕੇ ਦਿੱਤੇ ਹੋਣੇ ਆ, ਤੇ ਬੰਦਾ ਹਿਸਾਬ ਲਾਉਂਦਾ ਹੁੰਦਾ ਕਿ ਨਿੱਕੇ ਨਿਆਣੇ ਦਾ ਜੇ ਝੋਲਾ ਵੀ ਲੈ ਕੇ ਦੇਣ ਵਾਲਾ ਤੇ ਬੇਬੇ ਦੀਆਂ ਜੇ ਐਨਕਾਂ ਵੀ ਬਣਾ ਕੇ ਦੇਣ ਵਾਲੀਆਂ ਪਈਆਂ। ਮੈਂ ਇਸ ਕਰਕੇ ਇਹ ਗੱਲਾਂ ਸਾਰੀਆਂ ਕਰ ਰਿਹਾ ਕਿ ਕਣਕ ਦੇ 2.5 ਏਕੜ ਨਹੀਂ ਹੈ ਉਹ ਕਿਸੇ ਦੀਆਂ ਆਸਾਂ, ਕਿਸੇ ਦੀਆਂ ਸੱਧਰਾਂ ਆ, ਕਿਸੇ ਦੀਆਂ ਉਮੀਦਾਂ।
ਸੌਖਾ ਨਹੀਂ ਹੈ ਉਹ ਬੰਦਾ ਕਿ ਭਾਈ ਜਿਹਨੇ ਕਣਕ ਦਾ ਖੇਤ ਵਾਹਤਾ ਕਿ ਸਰਕਾਰ ਸਾਡੀ ਗੱਲ ਨਹੀਂ ਸੁਣਦੀ। ਉਹਦੇ ਤੋਂ ਬਾਅਦ ਕਿੰਨੀ ਵਾਰੀ ਪਾਣੀ ਲਾਇਆ ਹੋਊ, ਉਹਦੇ ਤੋਂ ਬਾਅਦ ਖਾਦ ਵੀ ਪਾਈ ਹੋਊ ਤੇ ਦਵਾਈ ਵੀ ਪਾਈ ਹੋਊ। ਹੁਣ ਜਦੋਂ ਕਣਕ ਹੋਰ ਮਹੀਨੇ ਤੱਕ ਵੱਢਣ ਦਾ ਟਾਈਮ ਆ ਜਾਣਾ ਸੀ, ਅਗਲੇ ਨੇ ਕਣਕ ਵਾਹਤੀ ਕਿ ਭਾਈ ਸੰਕੇਤਕ ਵਿਰੋਧ ਹੈ। ਇੱਥੇ ਇੱਕ ਬੰਦਾ ਕੁਛ ਕਰਦਾ, 10 ਬੰਦੇ ਅਗਲੇ ਦਿਨ ਕਰਦੇ ਆ, 100 ਬੰਦਾ ਤੀਜੇ ਦਿਨ ਕਰਦਾ ਹੈ। ਪਰ ਕੀ ਜੇ ਅਸੀਂ ਆਹ ਕੰਮ ਮਜਬੂਰੀ ਦੇ ਵਿੱਚ ਕਰ ਰਹੇ ਹਾਂ, ਸੰਕੇਤਕ ਵਿਰੋਧ ਦੇ ਰੂਪ ਵਿੱਚ ਕਰ ਰਹੇ ਹਾਂ, ਕੀ ਇਹਦਾ ਕੋਈ ਹੋਰ ਢੰਗ ਤਰੀਕਾ ਸੀ ਕਿ ਸਾਡੀ ਸਥਿਤੀ ਇੱਥੇ ਤੱਕ ਹੁੰਦੀ ਹੀ ਨਾ, ਅਸੀਂ ਇਸ ਔਖ ਦੇ ਵਿੱਚ ਅਪੜਦੇ ਹੀ ਨਾ? ਕਿ ਹੋਰ ਕੋਈ ਰਾਹ ਅਪਣਾਇਆ ਜਾ ਸਕਦਾ? ਹੁਣ ਵੀ ਅਸੀਂ 2 ਮਹੀਨੇ ਤੋਂ 2.5 ਮਹੀਨੇ ਤੋਂ ਦਿੱਲੀ ਬੈਠੇ ਹਾਂ, ਕੰਮ ਧੰਦੇ ਛੱਡ ਕੇ ਬੈਠੇ ਹਾਂ, ਟੱਬਰਾਂ ਤੋਂ ਪਰੇ ਜਾ ਕੇ ਬੈਠੇ ਹਾਂ। ਜੇ ਥੋੜਾ ਬਹੁਤ ਕੰਮ ਦੂਜੇ ਪਾਸੇ ਨੂੰ ਤੋਰ ਲੈਂਦੇ, ਅਗਾਊਂ ਸੋਚ ਲੈਂਦੇ ਤਾਂ ਸ਼ਾਇਦ ਕੰਮ ਹੋਰ ਹੋ ਜਾਂਦਾ। ਕੀ ਕਹਿੰਦਾ ਭਾ ਮੇਰਾ? ਨਹੀਂ, ਅਗਾਊਂ ਸੋਚਣ ਬਾਰੇ ਠੀਕ ਹੈ ਗੱਲ, ਪਰ ਇਹਨੂੰ ਆਪਾਂ ਥੋੜਾ ਜਿਹਾ ਕੰਪੈਰੀਜ਼ਨ ਜ਼ਰੂਰ ਅਸੀਂ ਆਪ ਜੀ ਦੇ ਸਨਮੁਖ ਰੱਖ ਦਿੰਦੇ ਹਾਂ ਜੀ। ਡਿਸੀਜਨ ਮੇਕਿੰਗ ਤੁਸੀਂ ਕਰਨੀ ਆ, ਫੈਸਲਾ ਆਮ ਲੋਕਾਂ ਨੇ, ਪਰਿਵਾਰ ਦੇ ਮੈਂਬਰਾਂ ਨੇ ਕਰਨਾ। ਦੇਖੋ, ਇਸ ਤੋਂ ਪਹਿਲਾਂ ਜੋ ਕੁਝ ਵੀ ਹੋ ਰਿਹਾ ਸੀ, ਜੇ ਆਤਮ ਹੱਤਿਆ ਹੁੰਦੀ ਸੀ ਤਾਂ ਕਿਸੇ ਦੇ ਘਰ 'ਚ ਹੁੰਦੀ ਸੀ, ਜੇ ਟੱਬਰ ਦਾ ਕੋਈ ਜੀ ਜਾਂਦਾ ਸੀ ਤੇ ਉਸ ਘਰ ਦਾ ਜਾਂਦਾ ਸੀ, ਜੇ ਕਿਸੇ ਦੇ ਸਿਰ ਦਾ ਸਾਈਂ ਜਾਂ ਕਿਸੇ ਦੇ ਨਿਆਣੇ ਦੇ ਸਿਰ ਤੋਂ ਉਹਦੇ ਪਿਓ ਦਾ ਸਾਇਆ ਉੱਠਦਾ ਸੀ ਤੇ ਉਹ ਨੁਕਸਾਨ ਉਸ ਪਰਿਵਾਰ ਨੂੰ ਹੁੰਦਾ ਸੀ। ਕਰਜ਼ੇ ਦੀਆਂ ਕਿਸ਼ਤਾਂ ਮੋੜਨੀਆਂ ਨੇ, ਉਹਦਾ ਕਰਕੇ ਘਰੇ ਫੀਸਾਂ ਨਹੀਂ ਦਿੱਤੀਆਂ ਜਾਂਦੀਆਂ, ਕੁਛ ਨਵਾਂ ਕੰਮ ਨਹੀਂ ਹੁੰਦਾ, ਬਹੁਤ ਮੰਦੀ ਹਾਲਤ ਹੈ। ਉਹ ਕੌਣ ਸਾਰਾ ਕੁਝ ਚੱਲ ਰਿਹਾ ਸੀ? ਉਹ ਪਰਿਵਾਰ ਚੱਲ ਰਿਹਾ ਸੀ। ਫਿਰ ਇਹੋ ਜਿਹੇ ਪਰਿਵਾਰ ਪਿੰਡ ਸੀ, ਗਲੀ ਮੁਹੱਲਿਆਂ 'ਚ ਸੀ, ਅਲੱਗ-ਅਲੱਗ ਥਾਵਾਂ 'ਤੇ ਸੀ। ਤੇ ਫਿਰ ਜਦੋਂ ਪਤਾ ਲੱਗਿਆ ਵੀ ਇਹ ਇੱਕ ਸੂਬੇ 'ਚ ਨਹੀਂ ਕਈ ਸੂਬਿਆਂ 'ਚ ਨੇ, ਇਹਦਾ ਮਤਲਬ ਇਹ ਹੋ ਗਿਆ ਕਿ ਸਮੱਸਿਆ ਲਗਭਗ ਇੱਕੋ ਜਿਹੀ ਸੀ, ਪਰ ਹਰੇਕ ਦੀ ਇੰਡੀਵਿਜੂਅਲ ਲੱਗਦੀ ਸੀ। ਉਹਨੂੰ ਲੱਗਦਾ ਸੀ ਕਿ ਇਹ ਸ਼ਾਇਦ ਮੇਰੇ ਨਾਲ ਹੀ ਹੋ ਰਿਹਾ, ਕਿਸੇ ਹੋਰ ਨਾਲ ਨਹੀਂ ਹੋ ਰਿਹਾ। ਪਰ ਜਦੋਂ ਇੱਕ ਵਾਰ ਇਹ ਇੱਕ ਵੇਵ ਬਣਦੀ ਆ, ਵੇਵ ਤੋਂ ਬਾਅਦ ਉਹ ਘਰੋਂ ਬਾਹਰ ਨਿਕਲਦੇ ਨੇ ਕਿਸਾਨ, ਤੇ ਫਿਰ ਨਿਕਲ ਕੇ ਜਦੋਂ ਉੱਪਰ ਜਾ ਕੇ ਬੈਠਦੇ ਨੇ ਦਿੱਲੀ ਦੀਆਂ ਸੜਕਾਂ 'ਤੇ, ਫਿਰ ਗੱਲ ਚੱਲਦੀ ਹੈ ਵੀ ਜੋ ਦੁੱਖ ਮੇਰਾ ਉਹੀ ਦੁੱਖ ਅਗਲੇ ਦਾ, ਉਹੀ ਦੁੱਖ ਉਦੋਂ ਅਗਲੇ ਦਾ। ਤੇ ਫਿਰ ਉੱਥੇ ਜਾ ਕੇ ਪਤਾ ਲੱਗਿਆ ਵੀ ਇਹ ਦੁੱਖ ਜਿਹੜਾ ਇਹਦਾ ਕਾਰਨ ਕੋਈ ਹੋਰ ਹੈ। ਹੁਣ ਜਦੋਂ ਇੱਕ ਚੀਜ਼ ਪਹਿਲਾਂ ਵੱਖਰਾ ਦੁੱਖ ਲੱਗਦਾ ਸੀ ਹਰੇਕ ਦਾ, ਉੱਥੇ ਜਾ ਕੇ ਪਤਾ ਲੱਗਿਆ ਵੀ ਨਹੀਂ, ਇਹ ਤਾਂ ਦੁੱਖ ਸਾਰੇ ਸਾਂਝਾ ਤੇ ਇਹਦਾ ਕਾਰਨ ਕੋਈ ਹੋਰ ਹੈ। ਤੇ ਫਿਰ ਉਸ ਤੋਂ ਬਾਅਦ ਜਦੋਂ ਆਪਾਂ ਕਾਲ ਇਸ ਤਰ੍ਹਾਂ ਦੀ ਦਿੰਦੇ ਹਾਂ ਜਿਹਦੇ ਵਿੱਚ ਫਿਰ ਇੱਕ ਇੰਡੀਵਿਜੂਅਲ ਨੁਕਸਾਨ ਹੁੰਦਾ, ਇੱਕ ਬੰਦੇ ਦਾ ਨਿੱਜੀ ਨੁਕਸਾਨ ਹੁੰਦਾ। ਜਦੋਂ ਆਪਾਂ ਹੁਣ 2.5 ਏਕੜ ਜ਼ਮੀਨ ਦੀ ਗੱਲ ਕਰਦੇ ਹਾਂ ਤਾਂ ਉਹ 2.5 ਏਕੜ ਜ਼ਮੀਨ ਇੱਕ ਕਿਸਾਨ ਦੀ ਵਾਹੀ ਗਈ, ਕੱਲ੍ਹ ਨੂੰ ਹੋ ਸਕਦਾ ਕੋਈ ਹੋਰ ਵਾਵੇ ਜਾਂ ਕੱਲ੍ਹ ਨੂੰ ਕੋਈ ਹੋਰ ਅੱਗ ਲਾਵੇ। ਉਹ ਨੁਕਸਾਨ ਕਿਹਦਾ ਹੋਇਆ? ਉਹਦਾ ਹੋਇਆ ਜਿਹਨੇ ਜੇਬ 'ਚੋਂ ਪੈਸੇ ਲਾਏ, ਜਿਹਨੇ ਮਿਹਨਤ ਕੀਤੀ, ਜਿਹਨੇ ਪੁੱਤਾਂ ਵਾਂਗੂ ਪਾਲੀ, ਜਿਹਨੂੰ ਆਸ ਉਮੀਦ ਸੀ ਕਿ ਇਹਦੇ ਤੋਂ 4 ਪੈਸੇ ਮੈਨੂੰ ਮਿਲਣਗੇ, ਉਹਨੇ ਉਹ ਚੀਜ਼ ਇੱਕ ਵਿਰੋਧ ਦਾ ਕਰਕੇ ਖਤਮ ਕਰਤੀ। ਇਸ ਤੋਂ ਪਹਿਲਾਂ ਆਪਾਂ ਆਤਮ ਹੱਤਿਆਵਾਂ ਦੀ ਵੀ ਗੱਲ ਕਰ ਲਈ ਕਿ ਜਿਹੜੀਆਂ ਵਿਰੋਧ ਦੇ ਵਿੱਚ ਹੋਈਆਂ ਨੇ, ਪਰ ਉਹਦੇ ਨਾਲ ਵੀ ਉਸ ਪਰਿਵਾਰ ਨੂੰ ਨੁਕਸਾਨ ਹੋਇਆ, ਉਸ ਬੰਦੇ ਨੂੰ ਨੁਕਸਾਨ ਹੋਇਆ। ਇਹ ਇੱਕ ਇੰਡੀਵਿਜੂਅਲ ਨੁਕਸਾਨ ਹੈ। ਇਹਦੇ ਨਾਲ, ਇਸ ਵਿਰੋਧ ਦੇ ਨਾਲ ਜਿਹੜੀਆਂ ਸਰਕਾਰਾਂ ਦੀ ਸਿਹਤ ਦੇ ਉੱਪਰ ਉੱਥੇ ਬੈਠੇ ਲੱਖਾਂ ਲੋਕਾਂ ਦਾ ਕਰਕੇ ਕੋਈ ਅਸਰ ਨਹੀਂ ਹੈਗਾ। ਉਹਦੇ ਨਾਲ ਤੁਹਾਡੇ ਪਿੰਡ ਦੇ ਵਿੱਚ ਵਾਈ ਜਾਂ ਆਪਣਾ ਨੁਕਸਾਨ ਖੁਦ ਕਰਕੇ ਕਿਸੇ ਦੇ ਸਿਰ ਚੜ੍ਹ ਕੇ ਆਪਾਂ ਜੋ ਕੁਝ ਵੀ ਕਰਦੇ ਹਾਂ, ਉਹਦੇ ਨਾਲ ਕਿੰਨਾ ਕੁ ਫਰਕ ਪੈ ਜਾਊਗਾ। ਇਹ ਕਿਤੇ ਇੱਦਾਂ ਤਾਂ ਨਹੀਂ ਹੋ ਰਿਹਾ ਵੀ ਜਿਹੜੀ ਇੰਡੀਵਿਜੂਅਲ ਮੁਸ਼ਕਲ ਦਾ ਕਰਕੇ ਆਪਾਂ ਸ਼ੁਰੂ ਕੀਤਾ ਸੀ ਅੰਦੋਲਨ, ਉਹਦੇ ਵਿਰੋਧ ਨੂੰ ਵੀ ਫਿਰ ਆਪਾਂ ਇੰਡੀਵਿਜੂਅਲੀ ਕਰਨ ਜਾ ਰਹੇ ਹਾਂ, ਜਿਹਦਾ ਕਰਕੇ ਜਿਹੜੀ ਚੀਜ਼ ਦਾ ਅਸਰ ਪਹਿਲਾਂ ਬਣ ਰਿਹਾ ਸੀ ਉਹ ਫਿਰ ਖਿਲਰ ਕੇ ਆਮ ਲੋਕਾਂ 'ਤੇ ਆ ਜਾਊਗਾ। ਮੈਂ ਸਮਝਾ ਪਾਇਆ ਵਾਟ ਸਾਹਿਬ ਕਿ ਨਹੀਂ? ਹਾਂ, ਨਹੀਂ, ਕਾਫੀ ਹੱਦ ਤੱਕ ਤੁਸੀਂ ਸਮਝਾਉਣ 'ਚ ਕਾਮਯਾਬ ਹੋਏ ਹੋ। ਜਿਹੜਾ ਤੁਸੀਂ ਇੰਡੀਵਿਜੂਅਲ ਦੀ ਗੱਲ ਕੀਤੀ ਹੈ, ਵਿਅਕਤੀਗਤ ਨਿੱਜੀ ਤੌਰ ਦੇ ਉੱਤੇ, ਆਪਾਂ ਪਿਛਲੇ ਦਿਨਾਂ ਦੇ ਵਿੱਚ ਕਈ ਵਾਰੀ ਪ੍ਰੋਗਰਾਮਾਂ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਕਿ ਤੁਸੀਂ ਪਿੰਡਾਂ ਦੇ ਵਿੱਚ ਥੋੜ੍ਹਾ ਜਿਹਾ ਕਾਇਮ ਰਹੋ, ਤੁਸੀਂ ਪਿੰਡਾਂ ਦੇ ਵਿੱਚ ਥੋੜ੍ਹਾ ਜਿਹਾ ਆਸੇ-ਪਾਸੇ ਧਿਆਨ ਦਿਓ। ਇਹ ਗੱਲ ਕਦੀ ਹੁਣ ਨਹੀਂ ਸੀ ਕਹੀ। ਜਦੋਂ ਕੋਵਿਡ ਆਇਆ ਸੀ, ਕਰੋਨਾ ਵਾਇਰਸ ਆਇਆ, ਉਦੋਂ ਵੀ ਆਪਾਂ ਇਹ ਕਹਿੰਦੇ ਸੀ ਕਿ ਭਾਈ ਪਿੰਡ ਦੇ ਵਿੱਚ ਦੇਖੋ, ਕੋਈ ਬੰਦਾ ਹੋ ਸਕਦਾ ਬਜ਼ੁਰਗ ਇਕੱਲਾ ਹੋਵੇ, ਉਹ ਦਵਾਈ ਲਿਆਉਣ ਜੋਗਾ ਨਾ ਹੋਵੇ। ਕਰਿਆਨੇ ਦੀਆਂ ਦੁਕਾਨਾਂ ਦੇ ਉੱਤੇ ਵੀ ਤਾਂ WhatsApp ਦੇ ਉੱਤੇ ਲਿਸਟਾਂ ਆਉਂਦੀਆਂ ਸੀ ਨਾ, ਆਪਾਂ ਉਦੋਂ ਵੀ ਬੇਨਤੀਆਂ ਕਰਦੇ ਸੀ, ਹੋ ਸਕਦਾ ਕਿ ਕੋਈ ਪਰਿਵਾਰ ਇਦਾਂ ਦਾ ਹੋਵੇ ਜਿਹਦੇ ਕੋਲੇ WhatsApp ਵਾਲਾ ਫੋਨ ਹੀ ਨਾ ਹੋਵੇ। ਕਈ ਆਪਣੇ ਕੋਲੇ ਮਜ਼ਦੂਰ ਹੁੰਦੇ ਸੀ ਝੁੱਗੀਆਂ ਦੇ ਵਿੱਚ ਨੇੜੇ, ਜਿਨ੍ਹਾਂ ਦੀ ਕੋਈ ਗਿਣਤੀ ਮਿਣਤੀ ਨਹੀਂ ਹੁੰਦੀ, ਕਿਉਂਕਿ ਉਹਨਾਂ ਦੀ ਗਿਣਤੀ ਮਿਣਤੀ ਉਹਨਾਂ ਦੇ ਆਧਾਰ ਕਾਰਡ, ਉਹਨਾਂ ਦੇ ਰਾਸ਼ਨ ਕਾਰਡ ਬਿਹਾਰ, ਯੂਪੀ, ਝਾਰਖੰਡ ਦੇ ਵਿੱਚ ਹੈ। ਸਾਨੂੰ ਨਿੱਜ ਤੋਂ ਪਰ ਵੱਲ, ਆਪਣੇ ਤੋਂ ਦੂਸਰੇ ਦੇ ਵੱਲ ਪਰਤਣਾ ਪੈਣਾ ਹੀ ਆ। ਉਹਦੇ ਤੋਂ ਬਿਨਾਂ ਗੱਲ ਸੂਤ ਨਹੀਂ ਆਉਣੀ। ਅਸੀਂ ਕਿਸੇ ਦੀ ਗਲਤੀ ਨਹੀਂ ਕੱਢ ਰਹੇ, ਕਮੀ ਨਹੀਂ ਕੱਢ ਰਹੇ, ਇਹ ਜਸਟ ਇੱਕ ਦੂਸਰੇ ਪੱਖ ਤੋਂ ਸੋਚਣ ਵਿਚਾਰਨ ਦਾ ਵੇਲਾ ਹੈ ਕਿ ਆਪਾਂ ਹੋਰ ਕਿੱਧਰਲੇ ਪਾਸੇ ਨੂੰ ਤੁਰਨਾ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਭਾਈ ਕੋਈ ਬੰਦਾ ਆਤਮ ਹੱਤਿਆ ਕਰ ਗਿਆ, ਉਹਦਾ ਵਿਅਕਤੀਗਤ ਨੁਕਸਾਨ ਹੋਇਆ, ਨਿੱਕੇ ਨਿਆਣੇ ਨੇ ਪੜ੍ਹਨਾ ਕਿੱਦਾਂ ਹੈ, ਉਹਦੇ ਬਜ਼ੁਰਗ ਮਾਂ-ਬਾਪ ਜਿਹੜੇ ਆ ਉਹਨਾਂ ਨੂੰ ਸੰਭਾਲਣਾ ਕਿੰਨਾ, ਡੰਗੋਰੀ ਕਿਹਨੇ ਬਣਨਾ। ਹੁਣ ਜਿਹਨੇ ਕਣਕ ਵਾਹਤੀ ਹੈ, ਨਿਆਣਿਆਂ ਨੇ ਤਾਂ ਖਾਣ ਨੂੰ ਮੰਗਣਾ ਹੈ। ਡਰਮ ਖਾਲੀ ਤੇ ਡਰਮ ਭਰੇ ਦਾ ਫਰਕ ਬਹੁਤ ਹੁੰਦਾ। ਚੱਕੀ ਦੇ ਉੱਤੇ ਦਾਣੇ ਲੈ ਕੇ ਜਾਵਾਂਗੇ ਤਾਂ ਉਹਨੇ ਆਟਾ ਉਹਦਾ ਬਣਾ ਕੇ ਪੀ ਕੇ ਦੇਣਾ ਹੈ। ਜੇ ਦਾਣੇ ਨਹੀਂ ਲੈ ਕੇ ਜਾਵਾਂਗੇ ਤਾਂ ਕਿਸੇ ਦੇ ਕੋਲ ਹਿੰਮਤ ਨਹੀਂ ਹੁੰਦੀ ਕਿ ਤੁਹਾਡੇ ਘਰੇ 60 ਕਿਲੋ ਆਟੇ ਦਾ ਬੋਰਾ ਜਿਹੜਾ ਉਹ 3 ਮਹੀਨੇ ਜਾਂ 2.5 ਮਹੀਨੇ ਲਿਆ ਕੇ ਉਹ ਸੁੱਟਦੇ ਕਿ ਭਾਈ ਆ ਖਾਓ, ਕੋਈ ਗੱਲ ਨਹੀਂ। ਹੁਣ ਪਹਿਲੀ ਗੱਲ ਹੈ ਕਿ ਇਹਨੂੰ ਵਿਅਕਤੀਗਤ ਮੁੱਦੇ ਦੇ ਰੂਪ ਦੇ ਵਿੱਚ ਨਾ ਲਿਆ ਜਾਵੇ।
ਇਹਨੂੰ ਸਮੂਹਿਕ ਰੂਪ ਦੇ ਵਿੱਚ ਜੋ ਕਿਸਾਨਾਂ ਦੇ ਆਗੂ ਫੈਸਲਾ ਕਰਨਗੇ ਉੱਪਰੋਂ ਤੁਸੀਂ ਇੰਪਲੀਮੈਂਟ ਭਲਕ ਨੂੰ ਕਰਨਾ, ਚਾਹੇ ਉਹ ਵਾਹੁਣ ਦਾ ਕਰ ਦੇਣ, ਕੁਛ ਕਰ ਦੇਣ, ਸੰਕੇਤਕ ਵਿਰੋਧ ਦਾ ਕਰ ਦੇਣ, ਜੋ ਵੀ ਹੈ ਉਧਰਲੇ ਪਾਸੇ ਧਿਆਨ ਦਿੱਤਾ ਜਾਵੇ। ਨਹੀਂ ਤਾਂ ਗੱਲ ਭਲਕ ਨੂੰ ਆਈ ਗਈ ਹੋ ਜਾਣੀ ਹੈ। ਹਰ ਇੱਕ ਬੰਦੇ ਨੇ ਸੰਧਾਲੀਆ ਸਭ ਕਿਸ਼ਤਾਂ ਦੇਣੀਆਂ, ਕਰਜ਼ੇ ਚੁੱਕੇ ਹੋ ਆ, ਟਰੈਕਟਰਾਂ ਦੀ ਰਿਪੇਅਰ ਹੋਣੀ ਹੈ, ਗਾਹਾਂ ਨਿੱਕੇ ਨਿਆਣਿਆਂ ਨੂੰ ਕਿਤਾਬਾਂ ਲੈ ਕੇ ਦੇਣੀਆਂ, ਗਰਮੀਆਂ ਵਾਲੇ ਕੱਪੜੇ ਲੈ ਕੇ ਦੇਣੇ ਆ, ਕੋਈ ਘਰ ਦੇ ਵਿੱਚ ਸਿਹਤ ਸੰਬੰਧੀ ਸਮੱਸਿਆ ਆ ਜਾਂਦੀ ਹੈ, ਉਧਰਲੇ ਪਾਸੇ ਤੁਰਨਾ ਹੈ। ਬੈਂਕ ਦੀਆਂ ਕਿਸ਼ਤਾਂ ਵਾਲੇ ਅਗਲੇ ਸਕੂਟਰ ਤੇ ਚੜ੍ਹ ਕੇ ਆ ਜਾਂਦੇ ਹੁੰਦੇ ਕਿ ਭਾਈ ਤੁਹਾਡੇ ਪੈਸੇ ਨਹੀਂ ਆਏ। ਉਹ ਸਾਰਾ ਕੁਝ ਦੇਖਣਾ ਪਊਗਾ। ਇਹਨੂੰ ਵਿਅਕਤੀਗਤ ਪੱਧਰ ਤੇ ਨਹੀਂ ਲੈਣਾ ਚਾਹੀਦਾ। ਇਹ ਬਿਲਕੁਲ ਠੀਕ ਹੈ। ਨਹੀਂ ਤਾਂ ਸੰਧਾਲੀਆ ਸਾਹਿਬ, ਪਾਣੀ ਦਾ ਮੁੱਦਾ ਅਸੀਂ ਵਿਅਕਤੀਗਤ ਲੈਂਦੇ ਸੀ ਕਿ ਭਾਈ ਪੰਜਾਬੀ ਨੂੰ ਪਾਣੀ ਕਿਉਂ ਨਹੀਂ ਮਿਲਿਆ। ਅੱਜ ਜਦੋਂ ਪੰਜਾਬ ਵਾਲੇ ਟਰੈਕਟਰਾਂ ਦੇ ਉੱਤੇ ਚੜ੍ਹ ਕੇ ਹਰਿਆਣੇ ਦੇ ਵਿੱਚ ਦੀ ਨਿਕਲ ਕੇ ਦਿੱਲੀ ਗਏ, ਉਹ ਕਹਿੰਦੇ ਯਾਰ ਪਾਣੀ ਤਾਂ ਤੁਹਾਨੂੰ ਵੀ ਚਾਹੀਦਾ। ਉਹ ਜਦੋਂ ਹਰਿਆਣੇ ਵਾਲੇ ਲਾਗੇ ਬਹਿੰਦੇ ਆ, ਉਹ ਕਹਿੰਦੇ ਯਾਰ ਐਵੇਂ ਹੀ ਕਹਿੰਦੇ ਰਿਹਾ, ਤੁਹਾਡੇ ਕੋਲ ਤਾਂ ਪਾਣੀ ਬਹੁਤ ਥੋੜਾ, ਤੁਹਾਡੇ ਕੋਲ ਤਾਂ ਸੱਚੀ ਥੋੜਾ, ਤੁਸੀਂ ਸਾਨੂੰ ਕਿੱਥੋਂ ਦੋਗੇ ਭਰਾ ਹੋ ਯਾਰ, ਸਾਡੇ ਕੋਈ ਗੱਲ ਨਹੀਂ, ਰਲ ਮਿਲ ਕੇ ਦੇਖਦੇ ਆ। ਹੋਰ ਦੇਖੋ, ਪਿਛਲੇ ਦਿਨਾਂ ਦੇ ਵਿੱਚ ਇਹ ਵੀ ਗੱਲ ਚੱਲਦੀ ਰਹੀ, ਖਬਰਾਂ ਲੱਗਦੀਆਂ ਸੀ, ਹਰਿਆਣੇ ਦੇ ਕਿਸਾਨਾਂ ਨੇ ਵਿਰੋਧ ਕੀਤਾ ਜੀ ਪੰਜਾਬ ਵਾਲੇ ਖਾਦ ਕਿਉਂ ਲੈਣ ਆਉਂਦੇ ਆ। ਪੰਜਾਬ ਵਾਲੇ ਕਿਸਾਨਾਂ ਨੇ ਵਿਰੋਧ ਕੀਤਾ ਜੀ ਹਰਿਆਣੇ ਦੇ ਕਿਸਾਨ ਸਾਡੇ ਫਸਲ ਮੰਡੀਆਂ ਦੇ ਵਿੱਚ ਕਿਉਂ ਵੇਚਣ ਆਉਂਦੇ ਆ, ਸਾਨੂੰ ਘਾਟਾ ਪੈਂਦਾ। ਆ ਦੋਨੋਂ ਇਕੱਠੇ ਹੋਏ ਆ। ਇਹ ਵੀ ਇੱਕ ਤਰ੍ਹਾਂ ਦੇ ਨਾਲ ਵਿਅਕਤੀਗਤ ਹੀ ਹੈ ਨਾ ਕਿ ਅਸੀਂ ਹਰਿਆਣੇ ਵਾਲੇ ਦੀ ਸਮੱਸਿਆ ਨਹੀਂ ਸਮਝਦੇ, ਉਹ ਸਾਡੀ। ਆ ਇਕੱਠੇ ਬੈਠੇ ਆ ਉੱਥੇ, ਉਹ ਕਹਿੰਦੇ ਅੱਛਾ ਯਾਰ ਤੁਹਾਡੇ ਵੀ ਨਰਮਾ ਹੁੰਦਾ, ਉਹ ਕਹਿੰਦੇ ਸਾਡੇ ਵੀ ਹੁੰਦਾ। ਉਹ ਯਾਰ ਤੁਹਾਡੇ ਵੀ ਚਿੱਟੀ ਮੱਖੀ ਆਉਂਦੀ, ਕਹਿੰਦੇ ਸਾਡੇ ਵੀ ਆਉਂਦੀ ਹੈ। ਉਹ ਯਾਰ ਤੁਹਾਡੇ ਵੀ ਆ ਜਿਹੜਾ ਪਿਛਲੇ ਦਿਨੀ ਚੱਕਰਾਵਾਤ ਜਿਹਾ ਆਏ ਸੀ, ਉਹ ਤੁਹਾਡੇ ਵੀ ਆਉਂਦੇ ਆ, ਉਹ ਕਹਿੰਦੇ ਸਾਡੇ ਵੀ ਆਉਂਦੇ ਆ। ਆ ਤੁਹਾਡੇ ਵੀ ਉਹ ਜਿਹੜੀਆਂ ਭੂੰਡੀਆਂ ਜਿਹੀਆਂ ਆ ਜਾਂਦੀਆਂ ਇਕੱਠੇ ਹੋ ਕੇ, ਸਾਡੇ ਵੀ ਆਉਂਦੀਆਂ। ਅੱਛਾ ਤੁਹਾਡੇ ਵੀ ਆਲੂ ਸੁੱਟਣੇ ਪੈ ਜਾਂਦੇ, ਸਾਡੇ ਵੀ ਸੁੱਟਣੇ ਪੈ ਜਾਂਦੇ। ਜਾਣੀ ਸਾਨੂੰ ਥੋੜਾ ਜਿਹਾ ਦਰਵਾਜ਼ੇ ਖੋਲ ਕੇ ਵਿਅਕਤੀਗਤ ਤੋਂ ਉੱਪਰਲੇ ਪਾਸੇ ਨੂੰ ਜਾਣਾ ਪਊਗਾ, ਨਹੀਂ ਤਾਂ ਇਕੱਲੇ ਨੁਕਸਾਨ ਕਰਾ ਲਾਂਗੇ। ਕਈ ਵਾਰੀ ਆਂਢੀ ਗੁਆਂਢੀ ਵੀ ਮਦਦ ਕਰਨ ਜੋਗਾ ਨਹੀਂ ਹੁੰਦਾ, ਨਿਆਣੇ ਵਿਲਕਣ ਦੇ ਕੋਈ ਫਾਇਦਾ ਨਹੀਂ। ਹੁਣ ਮੇਰਾ ਖਿਆਲ ਇਹ ਗੱਲ ਸਾਡੇ ਪਰਿਵਾਰ ਦੇ ਮੈਂਬਰ ਜ਼ਰੂਰ ਸਮਝੇ ਹੋਣਗੇ ਕਿ ਅਸੀਂ ਕਿਸ ਚੀਜ਼ ਵੱਲ ਇਸ਼ਾਰਾ ਕਰ ਰਹੇ ਹਾਂ, ਕਿ ਜੇ ਇੱਕ ਨਿੱਜੀ ਸਮੱਸਿਆ ਸੀ, ਉਸ ਨਿੱਜੀ ਸਮੱਸਿਆ ਨੂੰ ਅਸੀਂ ਨਿੱਜੀ ਸਮਝਦੇ ਰਹੇ, ਪਰ ਜਦੋਂ ਅੰਦੋਲਨ ਹੋਇਆ, ਜਦੋਂ ਬਾਹਰ ਤੱਕ ਗੱਲ ਪਹੁੰਚੀ ਤੇ ਪਤਾ ਲੱਗਿਆ ਕਿ ਇਹ ਇਕੱਲੀ ਪਿੰਡ ਦੀ ਨਹੀਂ, ਇਹ ਇਕੱਲੀ ਸ਼ਹਿਰ ਦੀ ਨਹੀਂ, ਇਹ ਮਹੱਲੇ ਦੀ ਨਹੀਂ, ਇਹ ਇਲਾਕੇ ਦੀ ਨਹੀਂ, ਇਹ ਸਟੇਟ ਦੀ ਨਹੀਂ, ਇਹ ਤਾਂ ਦੇਸ਼ ਦੀ ਪ੍ਰੋਬਲਮ ਹੈ। ਉਹ ਦੇਸ਼ ਦੀ ਪ੍ਰੋਬਲਮ, ਦੇਸ਼ ਦੀ ਸਮੱਸਿਆ ਦੇ ਵਿਰੋਧ ਦੇ ਲਈ ਫਿਰ ਜੇ ਆਪਾਂ ਨਿੱਜੀ ਨੁਕਸਾਨ ਕਰਾ ਕੇ ਜਾਂ ਵਿਰੋਧ ਦਰਜ ਕਰਾਉਣ ਦੇ ਢੰਗ ਤਰੀਕੇ ਉਹੋ ਜਿਹੇ ਲੱਭਾਂਗੇ ਜਿਹਦੇ 'ਚ ਫਿਰ ਅਖੀਰ ਨਿਆਣਿਆਂ ਨੇ ਆਪਣੇ ਵੱਲ ਦੇਖਣਾ ਵੀ ਹਾਂ ਪਾਪਾ ਤੂੰ ਤਾਂ ਕਣਕ ਲੂਹਤੀ ਜਾਂ ਵਾਹਤੀ, ਹੁਣ ਮੇਰੇ ਨੇ ਪੈਸੇ ਕਿੱਥੋਂ ਦੇਣੇ ਫੀਸ ਦੇ, ਜਾਂ ਜੇ ਘਰ ਵਾਲੀ ਨੇ ਆਖਿਆ ਵੀ ਹਾਂ ਹੁਣ ਰੋਟੀ ਕਾਹਦੀ ਮੈਂ ਲਾ ਕੇ ਦਿਆਂ, ਤਾਂ ਫਿਰ ਇੱਕ ਵਾਰ ਦੁਬਾਰਾ ਹੋ ਸਕਦਾ ਕੋਈ ਜਿਹੜਾ ਸਮਾਂ ਲੰਘ ਜਾਵੇ, ਉਸ ਤੋਂ ਬਾਅਦ ਫਿਰ ਆਪਾਂ ਉਸੇ ਚੀਜ਼ ਦੇ ਵਿੱਚ ਗਲਤਾਨ ਹੋ ਜਾਈਏ ਵੀ ਦੇਖੋ ਇਸ ਤਾਂ ਹੰਬਲਾ ਮਾਰਿਆ ਸੀ ਯਾਰ, ਹੋਇਆ ਤਾਂ ਕੁਛ ਨਹੀਂ, ਫਿਰ ਹੁਣ ਕੀ ਕਰੀਏ। ਉਹ ਜਿਹੜੀ ਨਿਰਾਸ਼ਾ ਨਾ ਆਵੇ, ਅਸੀਂ ਇਸ ਕਰਕੇ ਪਹਿਲਾਂ ਆਪ ਜੀ ਦਾ ਧਿਆਨ ਇਸ ਵਾਲੇ ਪਾਸੇ ਦਵਾਇਆ। ਹੁਣ ਰਹੀ ਗੱਲ WhatsApp ਕੀ ਵੀ ਇਹ ਜੇ ਇਸ ਤਰ੍ਹਾਂ ਨਹੀਂ ਤੇ ਫਿਰ ਕਿਸ ਤਰ੍ਹਾਂ ਹੋਏਗਾ। ਹੁਣ ਇਹ ਗੱਲ ਪੱਕੀ ਹੈ ਕਿ ਜਿਹੜੀ ਚੀਜ਼ ਸਮੱਸਿਆ ਨਿੱਜੀ ਸੀ, ਜੇ ਉਹਦਾ ਪਤਾ ਲੱਗਿਆ ਵੀ ਉਹ ਨਿੱਜੀ ਨਹੀਂ ਆ, ਉਹ ਸਾਰਿਆਂ ਦੀ ਹੈ, ਤੇ ਫਿਰ ਹੱਲ ਜਿਹੜਾ ਹੈ ਉਹ ਵੀ ਨਿੱਜੀ ਨਹੀਂ ਹੋਣਾ, ਹੱਲ ਵੀ ਸਾਰਿਆਂ ਨੂੰ ਇਕੱਠੇ ਕਰਨਾ ਪੈਣਾ। ਉਹ ਇਕੱਠੇ ਹੋ ਕੇ ਹੱਲ ਉਹਦੇ 'ਚੋਂ ਕਿਵੇਂ ਨਿਕਲ ਸਕਦਾ, ਮੈਂ ਚਾਹੁੰਦਾ ਆਪਾਂ ਉਸ ਵਾਲੇ ਪਾਸੇ ਨੂੰ ਥੋੜ੍ਹੀ ਜਿਹੀ ਗੱਲ ਕਰ ਲਈਏ ਤੇ ਸ਼ਾਇਦ ਸਮੱਸਿਆ ਤਾਂ ਸਮਝ ਆ ਗਈ, ਉਹਦਾ ਹੱਲ ਵੀ ਸਮਝ ਆਵੇ। ਸੰਧਾਲੀਆ ਸਾਹਿਬ, ਬਹੁਤ ਜ਼ਰੂਰੀ ਹੈ। ਦੇਖੋ ਸਾਰਿਆਂ ਦਾ ਇਹ ਕੰਮ ਨਾ ਨਾਲ ਚੱਲਣਾ ਹੈ, ਬਿਲਕੁਲ ਨਾਲ ਚੱਲਣਾ। ਜੇ ਕੋਈ ਸ਼ਹਿਰ ਵਾਲਾ ਕਹਿੰਦਾ ਕਿ ਭਾਈ ਇਹ ਤਾਂ ਖੇਤਾਂ ਦਾ ਮਸਲਾ ਮੈਨੂੰ ਕੀ, ਜੇ ਕੋਈ ਵਪਾਰੀ ਕਹਿੰਦਾ ਕਿਸਾਨ ਦਾ ਮਸਲਾ ਮੈਨੂੰ ਕੀ, ਜੇ ਕੋਈ ਮਜ਼ਦੂਰ ਕਹਿੰਦਾ ਕਿਸਾਨ ਦਾ ਮਸਲਾ ਮੈਨੂੰ ਕੀ, ਜੁੜਿਓ ਆ, ਇਹ ਜੁੜੇ ਹੋਈ ਆ ਭਾਈ। ਮੈਂ ਆ ਬਾਂਹ ਆ, ਪਰ ਬਾਂਹ ਵੀ ਮੇਰੇ ਨਾਲ ਹੀ ਆ, ਇਹਨੂੰ ਲਾ ਕੇ ਮੈਂ ਇੱਥੋਂ ਪੇਚ ਖੋਲ ਕੇ ਪਰੇ ਵੱਢ ਕੇ ਨਹੀਂ ਸੁੱਟ ਦੇਣਾ। ਇੱਦਾਂ ਹੀ ਜੁੜਿਆ ਆ ਪੰਜਾਬ ਦਾ ਹਰ ਇੱਕ ਬੰਦਾ, ਹਰਿਆਣਾ ਵੀ ਸਾਡੇ ਨਾਲ, ਯੂਪੀ ਵੀ ਨਾਲ, ਰਾਜਸਥਾਨ ਵੀ ਨਾਲ। ਹੁਣ ਤੁਸੀਂ ਦੇਖੋ ਕਿ ਸਾਡੇ ਬਾਜ਼ਾਰ ਦਾ ਜਿਹੜਾ ਸੌਦਾ ਪੱਤਾ, ਆਮ ਬੰਦੇ ਦੇ ਕੋਲੇ ਇੱਕ ਕਿਸਾਨ ਹੈ, ਉਹਦੇ ਕੋਲੇ 4 ਰੁਪਏ ਆਉਂਦੇ। ਆਪਾਂ ਕਿੰਨੀ ਵਾਰੀ ਸਰਕਲ ਬਣਾ ਕੇ ਦੱਸਿਆ, ਅੱਜ ਇੱਕ ਵਾਰੀ ਫਿਰ ਉਧਰਲਾ ਪਾਸੇ ਜ਼ਿਕਰ ਕਰਦੇ ਹਾਂ। ਕਿਸਾਨ ਦੇ ਕੋਲੇ ਉਹ ਕਣਕ ਵੇਚੂਗਾ, ਉਹਦੇ ਕੋਲੇ 10,000 ਰੁਪਈਆ ਮੰਨ ਲਓ ਆ ਗਿਆ, 1,500 ਰੁਪਈਆ ਉਹਦੇ ਵਿੱਚੋਂ ਉਹਨੇ ਮਜ਼ਦੂਰ ਨੂੰ ਦੇ ਦਿੱਤਾ, ਉਹਦੀ ਖਰੀਦ ਸ਼ਕਤੀ ਆਈ। 1,500 ਰੁਪਈਆ ਜਿੱਥੋਂ ਦਵਾਈ ਖਾਦ ਲਿਆਂਦਾ ਸੀ, ਬੀਜ ਲਿਆਂਦਾ ਸੀ, ਉਹਨੂੰ ਦੇ ਦਿੱਤਾ। 500 ਰੁਪਈਆ ਕਰਿਆਨੇ ਵਾਲੇ ਦਾ ਦੇ ਦਿੱਤਾ। 500 ਰੁਪਈਆ ਹੋਰ ਜੇਬ ਤੋਂ ਕੋਈ ਸੰਦ ਸਵੇੜਾ, ਕੋਈ ਲੱਕੜ ਲੋਹੇ ਦਾ ਕੰਮ ਕਰਾਇਆ ਸੀ, ਉਹਨੂੰ ਦੇ ਦਿੱਤਾ। ਡੀਜ਼ਲ ਵਾਲੇ ਨੂੰ ਦਿੱਤੇ। ਫਿਰ ਨਿਆਣਿਆਂ ਦੇ ਕੁੜਤੇ ਪਜਾਮੇ, ਝੱਗੇ ਚੁੰਨੀਆਂ ਸੀ, 2,000 ਰੁਪਈਆ ਬਜਾਜੀ ਵਾਲੇ ਨੂੰ ਦਿੱਤਾ। ਇਹ ਤੋਂ ਇਲਾਵਾ ਬਾਕੀ ਨਿੱਕ ਸੁੱਕ ਖਰੀਦਣਾ ਸੀ, ਜਿੱਥੇ ਜਿਹੜੇ ਬੰਦੇ ਸਟੇਸ਼ਨਰੀ ਵਾਲੇ ਆ, ਬੁੱਕ ਸ਼ਾਪ ਵਾਲੇ ਆ, ਉਹਨਾਂ ਨੂੰ ਦਿੱਤਾ। ਮਾਤਾ ਦੀ ਐਨਕ ਬਣਾਉਣੀ ਸੀ, ਉਹ ਐਨਕਾਂ ਵਾਲੇ, ਆਪਟੀਕਲ ਵਾਲੇ ਜਿਹੜੇ ਆ ਪੈਸੇ ਉਹਨੂੰ ਦਿੱਤੇ। ਵੰਡ ਹੋ ਗਏ। ਜੇ ਹੁਣ ਕਿਸਾਨ ਦੀ ਆਮਦਨੀ ਘਟਣ ਲੱਗ ਪਊਗੀ ਤਾਂ ਬਾਜ਼ਾਰ ਦੇ ਵਿੱਚ ਪੈਸੇ ਦਾ ਫਲੋ ਕਿੱਥੋਂ ਆਊ? ਪੈਸਾ ਥੋੜੇ ਹੱਥਾਂ 'ਚ ਚਲੇ ਜਾਊ। ਇਹਦੇ ਨਾਲ ਸੰਧਾਲੀਆ ਸਾਹਿਬ, ਆ ਜਿਸ ਤਰ੍ਹਾਂ ਦਾ ਸਿਸਟਮ ਕ੍ਰੀਏਟ ਹੋ ਰਿਹਾ, ਉਹਦੇ ਵਿੱਚ ਤਾਂ ਦੇਖੋ ਛੋਟੇ ਵੱਡੇ ਦੀ ਗੱਲ ਹੀ ਕੋਈ ਨਹੀਂ। ਜੇ ਕੋਈ 20 ਖੇਤਾਂ ਵਾਲਾ ਸੋਚਦਾ ਮੈਂ ਵੱਡਾ ਕਿਸਾਨ ਹੋਏ, ਤੇਰੇ ਕੋਲ ਤਾਂ ਖੇਤ ਹੀ 2.5 ਆ, ਉਹ ਚੀਕ ਇੱਕੋ ਹੀ ਪੈਣੀ ਹੈ, ਉਹ ਰੱਸਾ ਇੱਕੋ ਹੀ ਵੱਜਣਾ, ਉਹ ਪਟਾ ਇੱਕੋ ਹੀ ਪੈਣਾ, ਡਾਂਗ ਇੱਕੋ ਹੀ ਫਿਰਨੀ ਹੈ। ਇਸ ਕਰਕੇ ਸਾਂਝੇ ਤੌਰ ਦੇ ਉੱਤੇ ਆਪਾਂ ਥੋੜਾ ਜਿਹਾ ਅੱਗੇ ਨੂੰ ਵਧਣ ਨੂੰ ਸ਼ੁਰੂ ਕਰੀਏ। ਲਾਗਤ ਵੱਧ ਰਹੀ ਹੈ, ਆਮਦਨ ਉਨੀ ਵੱਧ ਨਹੀਂ ਰਹੀ,
ਕੁੱਲ ਮਿਲਾ ਕੇ ਜਿਹੜਾ ਨੈਟ ਪ੍ਰੋਫਿਟ ਆ, ਸ਼ੁੱਧ ਲਾਭ ਆ ਬੰਦੇ ਦਾ, ਕਿਸਾਨ ਦਾ, ਉਹ ਘਟੀ ਜਾਂਦਾ। ਸੰਧਾਲੀਆ ਸਾਹਿਬ, ਜੇ ਲਾਭ ਘਟੀ ਜਾਂਦਾ, ਕਿਤੇ ਨਾ ਕਿਤੇ ਖਰਚੇ ਘਟਾਉਣ ਨਾਲ ਤਾਂ ਸੋਚਣਾ ਪਊਗਾ, ਤੇ ਖਰਚੇ ਵੀ ਕਿਸੇ ਦੇ ਇਕੱਲੇ ਥੋੜੀ ਘਟਣੇ ਆ। ਕੋਈ ਕੁੜੀ ਦੇ ਵਿਆਹ ਦੇ ਉੱਤੇ ਘੱਟ ਖਰਚਾ ਕਰੇ, ਮੇਰਾ ਕਿਹੜਾ ਜੀ ਨਹੀਂ ਦਿੰਦਾ। ਲੈ ਸੰਧਾਲੀਆ ਕੋ ਬੰਦਾ ਸੂਮ ਕੰਜੂਸ, ਸਾਡੇ ਵਿਆਹ ਦੇ ਉੱਤੇ ਆਇਆ ਸੀ, ਪਨੀਰ ਵਾਲੇ ਪਕੌੜਿਆਂ ਨਾਲ ਪਲੇਟ ਭਰੀ ਹੋ ਸੀ, ਆਪਣੀ ਯਾਰੀ ਆ ਪਾਲਕ ਦੇ ਪਕੌੜੇ ਜਮਰ ਰਾਤੇ ਖਾਣ ਨੂੰ ਵੀ ਜੀ ਨਾ ਕਰੇ। ਆ ਚਟਣੀ ਬਣਾਈ ਸੀ ਖਟਿਆਈ, ਉਹਦੇ ਵਿੱਚ 4 ਕੇਲੇ ਹੀ ਕੱਟ ਕੇ ਪਾ ਲੈਂਦੇ, ਜਾਣੀ ਜੀਣ ਨਹੀਂ ਦੇਣਾ। ਕਈ ਚੀਜ਼ਾਂ ਹੈਗੀਆਂ ਜਿਹੜੇ ਸਾਡੇ ਹੱਥ ਵੱਸ ਆ। ਅਸਲ 'ਚ ਬਾਟ ਸਾਹਿਬ ਉੱਥੇ ਚੀਜ਼ ਹੈ, ਉੱਥੇ ਕੰਮ ਕਰਨ ਦੀ ਲੋੜ ਹੈ। ਅਸੀਂ ਇਹ ਜ਼ਿਕਰ ਆਪ ਜੀ ਦੇ ਨਾਲ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਇਸ ਵਕਤ ਲੜਾਈ ਹੈ ਕਿ ਕਾਰਪੋਰੇਟ ਕੀ ਕਰੇਗਾ। ਕਾਰਪੋਰੇਟ ਸਾਨੂੰ ਮਾਰ ਦੇਗਾ, ਕਾਰਪੋਰੇਟ ਜਿਹੜਾ ਜੇ ਉਹ ਆ ਗਿਆ ਤੇ ਫਿਰ ਅਸੀਂ ਕੀ ਕਰਾਂਗੇ। ਪਰ ਗੱਲ ਇਹ, ਕਾਰਪੋਰੇਟ ਸ਼ਬਦ ਦੇ ਨਾਲ ਇੱਕ ਰਲਦਾ ਮਿਲਦਾ ਜਿਹਾ ਸ਼ਬਦ ਬਹੁਤ ਦੇਰ ਪਹਿਲਾਂ ਪੰਜਾਬ ਦੇ ਪਿੰਡਾਂ 'ਚ ਹੁੰਦਾ ਸੀ। ਅੱਜ ਵੀ ਹੋ ਸਕਦਾ ਕਿ ਉਹ ਕਾਰਪੋਰੇਟ ਹੈ ਤਾਂ ਇੰਗਲਿਸ਼ ਦਾ ਸ਼ਬਦ, ਪਰ ਉਹਦੇ ਨਾਲ ਰਲਦਾ ਮਿਲਦਾ ਸ਼ਬਦ ਤੁਹਾਨੂੰ ਪੰਜਾਬੀ ਦੇ ਵਿੱਚ ਕਿਤੇ ਨਾ ਕਿਤੇ ਕੰਧ ਤੇ, ਕਿਤੇ ਕੋਠੇ ਤੇ ਲਿਖਿਆ ਮਿਲ ਜੇ, ਕਿਸੇ ਜੰਗਾਲੇ ਬੋਰਡ ਤੇ ਵੀ ਲਿਖਿਆ ਮਿਲ ਸਕਦਾ, ਜਿਹਨੂੰ ਕੋਆਪਰੇਟਿਵ ਕਹਿੰਦੇ ਆ। ਕਾਰਪੋਰੇਟਿਵ ਤੇ ਕੋਆਪਰੇਟਿਵ, ਇਹ ਦੋਵੇਂ ਆਪਸ ਦੇ ਵਿੱਚ ਬੜੇ ਰਲਦੇ ਸ਼ਬਦ ਨੇ, ਪਰ ਇਹਨਾਂ ਦੋਵਾਂ ਦਾ ਮਤਲਬ ਬਿਲਕੁਲ ਉਲਟਾ, ਤੇ ਇਹਨਾਂ ਦੋਵਾਂ ਦੇ ਵਿੱਚ ਹੀ ਉਸ ਸਮੱਸਿਆ ਦਾ ਤੇ ਉਸ ਸਮੱਸਿਆ ਦਾ ਹੱਲ ਲੁਕਿਆ। ਜਿਹੜੀ ਚੀਜ਼ ਕੋਆਪਰੇਟਿਵ ਦੇ ਹਿਸਾਬ ਨਾਲ ਪਹਿਲਾਂ ਹੁੰਦੀ ਸੀ ਤੇ ਅਸੀਂ ਉਹ ਛੱਡ ਕੇ ਤੇ ਕੁੱਲ ਮਿਲਾ ਕੇ ਸਾਰਾ ਕੁਝ ਮੈਨੂੰ ਕੀ, ਮੇਰਾ ਚਾਹੀਦਾ, ਮੈਂ ਦੇਖਾਂ, ਮੈਂ ਕੀ ਲੈਣਾ ਪਿੰਡ ਤੋਂ, ਮੈਂ ਕੀ ਲੈਣਾ ਗੁਆਂਢੀ ਤੋਂ, ਉਹ ਕਰਦੇ ਕਰਦੇ ਅਖੀਰ ਆਪਾਂ ਨੂੰ ਹੁਣ ਜਾ ਕੇ ਪਤਾ ਲੱਗਾ ਵੀ ਉਹ ਮੈਂ ਕਰਦੇ ਅਖੀਰ ਅਸੀਂ ਉੱਥੇ ਜਾ ਕੇ ਫਸ ਗਏ ਜਿੱਥੇ ਮੈਂ ਤਾਂ ਸਾਰੇ ਹੀ ਕਰਦੇ ਪਿਆ, ਪਰ ਫਸੇ ਸਾਰੇ ਇੱਕੋ ਸਮੱਸਿਆ 'ਚ। ਤੇ ਉੱਥੇ ਦੇਖਿਆ ਕਿਹਦੇ ਵੱਲ ਜਾ ਰਿਹਾ, ਉਹੀ ਕਾਰਪੋਰੇਟ ਕੀ ਕਰੇਗਾ ਹੁਣ। ਤੇ ਜੇ ਕਾਰਪੋਰੇਟ ਨੂੰ ਰੋਕਣਾ ਤੇ ਮੇਰੇ ਖਿਆਲ ਨਾਲ ਕੋਆਪਰੇਟਿਵ ਵਾਲੇ ਪਾਸੇ ਆਪਾਂ ਨੂੰ ਦੁਬਾਰਾ ਮੁੜਨਾ ਪੈਣਾ, ਫਿਰ ਜਾ ਕੇ ਹੱਲ ਹੋਣਾ। ਬਜਾਏ ਦੇ ਕਿ ਆਪਾਂ ਵਿਰੋਧ ਹੀ ਦਰਜ ਕਰਾਈਏ, ਆਪਾਂ ਨੂੰ ਆਪਣੇ ਅੰਦਰ ਵੀ ਝਾਤੀ ਮਾਰਨੀ ਪੈਗੀ ਕਿ ਪਿਛਲੇ ਸਮੇਂ 'ਚ ਅਸੀਂ ਕਿਹੜੀ ਬੱਸ ਐਸੀ ਗਲਤ ਚੜ੍ਹ ਆਏ ਹਾਂ ਜਿਹੜੀ ਸਾਨੂੰ ਹੁਣ ਕਿਸੇ ਹੋਰ ਅੱਡੇ ਤੇ ਜਾ ਕੇ ਲਾਹ ਦਿੱਤੀ ਤੇ ਜਿੱਥੋਂ ਸਾਨੂੰ ਪਤਾ ਨਹੀਂ ਲੱਗਦਾ ਵੀ ਪਿੰਡ ਨੂੰ ਕਿੱਦਾਂ ਜਾਣਾ। ਵੈਸੇ ਤਾਂ ਸਾਰੇ ਬੰਦੇ ਬਹੁਤ ਸੁਘੜ ਨੇ, ਸਿਆਣੇ ਨੇ, ਸਾਡੇ ਤੋਂ ਵੱਧ ਸਮਝਦਾਰ ਨੇ, ਪਰ ਜਿਹੜੇ 2 ਸ਼ਬਦਾਂ ਦਾ ਭਾਅ ਨੇ ਜ਼ਿਕਰ ਕੀਤਾ ਕਿ ਭਾਈ ਅੱਜ ਕਾਰਪੋਰੇਟ ਵਾਲੇ ਜਿਹੜੇ ਆ, ਜਾਣੀ ਕਿ ਸਰਮਾਏਦਾਰ ਵੱਡੀਆਂ ਕੰਪਨੀਆਂ ਜਿਨ੍ਹਾਂ ਦੇ ਸਾਰੇ ਸੂਬਿਆਂ ਦੇ ਵਿੱਚ ਵੱਡੇ ਵੱਡੇ ਕਾਰੋਬਾਰ, ਵਿਦੇਸ਼ਾਂ 'ਚ ਕਾਰੋਬਾਰ, ਰੁਪਈਆ ਆਨਾ, ਸਾਡੀ ਸਮਝ ਤੋਂ, ਸਾਡੀ ਪਹੁੰਚ ਤੋਂ ਬਾਹਰ, ਜਿੱਥੋਂ ਸਾਡਾ ਕੰਮ ਖਤਮ ਹੋ ਜਾਂਦਾ ਉਹਦੇ ਤੋਂ ਕਈ ਫੁੱਟ ਗਾਂਹ ਜਾ ਕੇ ਉਹ ਸੋਚਣਾ ਸ਼ੁਰੂ ਕਰਦੇ ਕਿ ਭਾਈ ਇੱਥੋਂ ਕਰਨਾ ਕਿ ਨਹੀਂ ਕਰਨਾ। ਹੁਣ ਇਸ ਲਈ ਬਹੁਤੇ ਲੋਕਾਂ ਦਾ ਤੌਖਲਾ ਹੈ ਕਿ ਭਾਈ ਉਹਨਾਂ ਨੇ ਆਮ ਬੰਦੇ ਦੀ ਸੰਘੀ ਘੁੱਟ ਦੇਣੀ ਆ। ਹੁਣ ਆਮ ਬੰਦੇ ਦਾ ਆਰਥਿਕ ਤੌਰ ਦੇ ਉੱਤੇ ਮੱਚ ਮਾਰ ਦੇਣਾ ਉਹ ਜਿਹੜੇ ਕਾਰਪੋਰੇਟ ਵਾਲੇ ਉਹਨਾਂ ਨੇ। ਪਰ ਜਿਹੜੇ ਕੋਆਪਰੇਟ ਨੇ, ਜਿਹੜੀ ਸਹਿਕਾਰੀ ਖੇਤੀ ਨੇ ਕਿ ਸੰਦ ਸਵੇੜਾ ਸਾਂਝਾ ਹੋਵੇ, ਉਹ ਟਰੈਕਟਰ ਸਾਂਝਾ ਹੋਵੇ, ਭਾਈ ਛੋਟੇ ਬੰਦੇ ਨੂੰ ਲੈਣ ਦੀ ਲੋੜ ਨਹੀਂ, ਉਹ ਭਾਈ ਇੱਥੋਂ ਖਾਦ ਮਿਲੇ, ਉਹ ਇੱਥੋਂ ਗੋਬਰ ਗੈਸ ਵਾਲੇ ਪਲਾਂਟ ਚੱਲਣ, ਉੱਥੋਂ ਭਾਈ ਇੱਧਰਲੇ ਪਾਸੇ ਨੂੰ ਜਿਹੜੀ ਆਪਾਂ ਨੂੰ ਕੁਦਰਤੀ ਗੈਸ ਮਿਲੇ। ਬਹੁਤ ਕੁਝ, ਇੱਕ ਚੀਜ਼ ਨਹੀਂ, ਸਾਰਿਆਂ ਨੂੰ ਟਰਾਲੀ ਨਾ ਬਣਾਉਣੀ ਪਵੇ, ਸਾਰਿਆਂ ਨੂੰ ਹਲ ਨਾ ਬਣਾਉਣੇ ਪੈਣ, ਸਾਰਿਆਂ ਨੂੰ ਜਿਹੜੀਆਂ ਤਵੀਆਂ ਨਾ ਬਣਾਉਣੀਆਂ ਪੈਣ, ਸਾਰੇ ਤੂੜੀ ਬਣਾਉਣ ਵਾਲੀਆਂ ਮਸ਼ੀਨਾਂ ਜਿਹੜੀਆਂ ਉੱਥੇ ਪਈਆਂ ਹੋਣ, ਕੋਈ ਹਬੀ ਨਬੀ ਹੋ ਜਵੇ ਤਾਂ ਬਹੁਤ ਸਾਰੀਆਂ ਚੀਜ਼ਾਂ ਉੱਥੋਂ ਮਿਲ ਜਾਂਦੀਆਂ, 4 ਪੈਸੇ ਟਕੇ ਵੀ ਮਿਲ ਜਾਂਦੇ ਸੀ ਘੱਟ ਵਿਆਜ ਦੇ ਉੱਤੇ। ਹੁਣ ਇੱਕ ਪਾਸੇ ਸਾਨੂੰ ਲੱਗਦਾ ਕਿ ਭਾਈ ਆ ਵੱਡੇ ਬੰਦੇ ਆ ਗਏ, ਵੱਡੇ ਵੱਡੇ ਗੋਡਾਊਨਾਂ ਵਾਲੇ ਆ ਗਏ, ਸਾਨੂੰ ਮਾਰ ਦੇਣਾ ਹੀ। ਜਿਹਨੇ ਕੋਆਪਰੇਟਿਵ ਨੇ, ਜਿਹਨੇ ਸਹਿਕਾਰੀ ਸੰਸਥਾ ਨੇ ਸਾਨੂੰ ਬਚਾਉਣਾ ਸੀ, ਚੇਤੇ ਕਰੋ ਹੱਥੀਂ ਮਾਰੇ ਕਿ ਨਹੀਂ ਮਾਰੇ। ਹੱਥੀਂ ਮਾਰ ਦਿੱਤੇ, ਹੱਥੀਂ ਗਲਾ ਘੁੱਟਿਆ ਕਿ ਭਾਈ ਜੇ ਕੋਈ ਟਰੈਕਟਰ ਲਿਆ ਭੰਨ ਕੇ ਖੜਾ ਕੀਤਾ, ਜੇ ਕੋਈ ਤਵੀਆਂ ਉਹਨਾਂ ਦੀਆਂ ਲੈ ਆਇਆ ਤੇ ਅਸੀਂ ਜਿੱਦਾਂ ਆਪਣੇ ਘਰ ਦੀਆਂ ਤਵੀਆਂ ਦਾ ਕੱਲਾ ਕੱਲਾ ਪੇਚ ਕੱਸਦੇ ਹਾਂ ਅਸੀਂ ਕੱਸੀਆਂ। ਇਹਦਾ ਮਤਲਬ ਇਹ ਨਹੀਂ ਕਿ ਉਹ ਕੋਆਪਰੇਟਿਵ ਸਿਸਟਮ ਦੁਆਰਾ ਜਿਉਂਦਾ ਨਹੀਂ ਹੋ ਸਕਦਾ, ਹੋ ਸਕਦਾ, ਆਰਾਮ ਨਾਲ ਹੋ ਸਕਦਾ। ਭਾਰਤ ਦੇ ਕਈ ਸੂਬਿਆਂ 'ਚ ਠੋਕ ਕੇ ਚੱਲਦਾ। ਸੰਧਾਲੀਆ ਸਾਹਿਬ ਤੇ ਪੰਨੂ ਸਾਹਿਬ ਨੇ ਪ੍ਰੋਗਰਾਮ ਕੀਤਾ ਸੀ ਨਾ, ਉੱਥੇ ਜਾ ਕੇ ਉਸੇ ਪਿੰਡ ਦੇ ਵਿੱਚ ਲਾਂਬੜਾ ਕਾਂਗੜੀ ਦੇ ਵਿੱਚ ਉੱਥੇ ਚੱਲੀ ਜਾਂਦਾ, ਪੰਜਾਬ ਦਾ ਹੀ ਹੈ, ਕੋਈ ਹੋਰ ਕਾਨੂੰਨ ਨਹੀਂ ਲਾਗੂ ਹੁੰਦਾ, ਕੋਈ ਹੋਰ ਨਿਯਮ ਨਹੀਂ ਲਾਗੂ ਹੁੰਦਾ, ਸੰਵਿਧਾਨ ਕੋਈ ਹੋਰ ਨਹੀਂ ਲਾਗੂ ਹੁੰਦਾ। ਜਿਹਨੇ ਸਾਨੂੰ ਬਚਾਉਣਾ ਸੀ ਹੱਥੀਂ ਕੋ ਕੇ ਮਾਰਿਆ। ਆਪਾਂ ਥੋੜੇ ਥਾਵਾਂ ਦੇ ਉੱਤੇ ਚੱਲਦਾ, ਠੀਕ ਹੈ, ਕਿਹਾ ਜਾ ਸਕਦਾ ਕਿ ਭਾਈ ਉੱਪਰੋਂ ਹਦਾਇਤਾਂ ਇਦਾਂ ਦੀਆਂ ਸੀ, ਕਿਸੇ ਨੇ ਉਦੋਂ ਸਾਂਭਿਆ ਨਾ, ਪਤਾ ਹੀ ਨਹੀਂ ਸੀ, ਪਰ ਉਹ ਚੀਜ਼ਾਂ ਦੁਬਾਰਾ ਚੱਲ ਸਕਦੀਆਂ। ਆ ਜਿਹੜੇ 2 ਸ਼ਬਦ ਇੱਕੋ ਜਿਹੇ ਲੱਗਦੇ ਆ, ਪਰ ਇੱਕੋ ਜਿਹੇ 2 ਸ਼ਬਦਾਂ ਦੇ ਵਿੱਚ ਵੀ ਫਰਕ ਬਹੁਤ ਹੈ ਤੇ ਅਸੀਂ ਕਿੱਧਰਲੇ ਪਾਸੇ ਨੂੰ ਤੁਰਨਾ ਇਹ ਹੁਣ ਸਾਡੇ ਉੱਤੇ ਨਿਰਭਰ ਕਰਦਾ। ਹੁਣ ਇਹ 2 ਸ਼ਬਦ ਤਾਂ ਚਲੋ ਆਪਾਂ ਸਮਝਾਉਣ 'ਚ ਕਾਮਯਾਬ ਹੋ ਗਏ, ਕੋਆਪਰੇਟਿਵ ਤੇ ਕਾਰਪੋਰੇਟਿਵ। ਹੁਣ ਕਾਰਪੋਰੇਟ ਨਾਲ ਲੜਾਈ ਹੈ, ਕੋਆਪਰੇਟਿਵ ਦੇ ਵਿੱਚ ਹੱਲ ਹੈ। ਤੇ ਜਦੋਂ ਆਪਾਂ ਇਹਨੂੰ ਸਹਿਕਾਰੀ ਸ਼ਬਦ ਵਰਤਦੇ ਹਾਂ ਤੇ ਆਪਾਂ ਸਹਿਕਾਰੀ ਨੂੰ ਸਰਕਾਰੀ ਸਮਝ ਲੈਂਦੇ ਹਾਂ, ਤੇ ਸਰਕਾਰੀ ਸ਼ਬਦ ਨੂੰ ਆਪਾਂ ਨੂੰ ਵੈਸੇ ਹੀ ਬੜੀ ਅਲਰਜੀ ਹੈ ਵੀ ਯਾਰ ਜਿਹੜਾ ਕੰਮ ਹੀ ਸਰਕਾਰੀ ਉਹਦੇ 'ਚੋਂ ਕੀ ਲੱਭਣਾ। ਇਹਨੂੰ ਮੈਂ ਥੋੜ੍ਹਾ ਜਿਹਾ ਹੋਰ ਦੇਸੀ ਭਾਸ਼ਾ 'ਚ ਸਮਝਾਵਾਂ ਕਿ ਸਹਿਕਾਰੀ ਨੂੰ ਆਪਾਂ ਸਹਿਕਾਰੀ ਸਰਕਾਰੀ ਵੀ ਛੱਡ ਦਈਏ, ਆਪਾਂ ਇਹਨੂੰ ਇਹ ਸਮਝ ਲੈਂਦੇ ਵੀ ਭਾਈਚਾਰਾ। ਹੁਣ ਜੇ ਆਪਾਂ ਇਸ ਅੰਦੋਲਨ ਦੀ ਗੱਲ ਕਰੀਏ ਖੇਤੀ ਵਾਲੇ ਦੀ, ਤੇ ਇਹ ਅੰਦੋਲਨ ਵੀ ਇੱਕ ਤਰ੍ਹਾਂ ਦਾ ਕੋਆਪਰੇਟਿਵ ਅੰਦੋਲਨ ਹੀ ਚੱਲਦਾ ਪਿਆ। ਉੱਥੇ ਜਿਹੜਾ ਬੰਦਾ ਦੁੱਧ ਢੋਂਦਾ ਉਹ ਕਿਸੇ ਨੂੰ ਪੁੱਛਦਾ ਨਹੀਂ ਵੀ ਹਾਂ ਭਾਈ ਸਾਹਿਬ ਇਹਦਾ ਕੀ ਹਿਸਾਬ ਕਿਤਾਬ ਹੈ,
ਉੱਥੇ ਜਿਹੜਾ ਬੰਦਾ ਲੱਕੜਾਂ ਲੈ ਕੇ ਗਿਆ, ਜਿਹੜਾ ਬੰਦਾ ਕੰਬਲ ਦੇ ਕੇ ਆਇਆ, ਜਿਹੜਾ ਬੰਦਾ ਆਪਣੀ ਡਿਊਟੀ ਸਮਝ ਕੇ 15 ਦਿਨ ਰਹਿ ਕੇ 5 ਦਿਨ ਪਿੰਡ ਰਹਿ ਕੇ 15 ਦਿਨ ਫਿਰ ਉੱਥੇ ਜਾਂਦਾ, ਉਹ ਸਾਰਾ ਕੁਝ ਕੀ ਹੈ? ਉਹ ਇੱਕ ਤਰ੍ਹਾਂ ਦਾ ਭਾਈਚਾਰਾ ਹੀ ਹੈ ਕਿ ਠੀਕ ਹੈ ਯਾਰ, ਜੇ ਤੂੰ ਕਰ ਰਿਹਾ ਤੇ ਮੈਂ ਵੀ ਤੇਰੇ ਨਾਲ ਹਾਂ, ਜੇ ਤੂੰ ਆਹ ਕੀਤਾ ਤੇ ਮੈਂ ਵੀ ਆਹ ਕਰ ਰਿਹਾ, ਆਹ ਚੀਜ਼ ਆਪਣੀ ਆਪਾਂ ਇਹਨੂੰ ਸਾਂਭਣਾ ਤੇ ਆਪਾਂ ਤੇਰੇ ਨਾਲ ਹਾਂ। ਉਹ ਹੈ ਆਪਸ ਦੇ ਵਿੱਚ ਭਾਈਚਾਰਾ। ਜਿਹੜਾ ਉਹ ਭਾਈਚਾਰਾ ਆਪਾਂ ਪਿਛਲੇ ਸਮੇਂ ਦੇ ਵਿੱਚ ਤੋੜ ਲਿਆ ਸਹਿਕਾਰੀ ਸਰਕਾਰੀ ਸ਼ਬਦਾਂ ਦੇ ਵਿੱਚ ਉਲਝ ਕੇ, ਕਿਉਂਕਿ ਉਹਦੇ ਵਿੱਚ ਕਿਤੇ ਨਾ ਕਿਤੇ ਘੁੰਮ ਘੁਮਾ ਕੇ ਜਾ ਕੇ ਸਰਕਾਰਾਂ ਇਨਵੋਲਵ ਸੀ। ਹੋ ਸਕਦਾ ਕਿ ਉਧਰਲੇ ਪਾਸਿਓਂ ਜਿਹੜੀ ਚੀਜ਼ ਜਿਵੇਂ ਹੋਣੀ ਹੋਵੇ ਉਵੇਂ ਨਾ ਹੋਈ ਹੋਵੇ, ਅਸੀਂ ਨਿਰਾਸ਼ ਹੋ ਕੇ ਪਿੱਛੇ ਹਟ ਗਏ। ਪਰ ਜੇ ਸਰਕਾਰਾਂ ਵੀ ਆਪਾਂ ਕੱਢ ਦਈਏ ਤੇ ਕੀ ਇਹ ਡਾਇਰੈਕਟ ਭਾਈਚਾਰਾ ਜੇ ਇੰਨੇ ਮਹੀਨੇ ਅੰਦੋਲਨ ਦੇ ਰੂਪ 'ਚ ਚੱਲ ਸਕਦਾ ਤੇ ਆਪਣੀ ਖੇਤੀ ਜਾਂ ਆਪਣਾ ਘਰ-ਬਾਰ ਸੰਭਾਲਣ ਲਈ ਜਾਂ ਆਪਣੇ ਪਿੰਡ ਸੰਭਾਲਣ ਲਈ ਨਹੀਂ ਕੀਤਾ ਜਾ ਸਕਦਾ? ਸੰਭਵ ਆ ਜੀ, 100% ਕੀਤਾ ਜਾ ਸਕਦਾ। ਤੇ ਉਮੀਦ ਹੈ ਕਿ ਟਰਾਲੀਆਂ ਦੇ ਵਿੱਚ ਜਿਹੜੇ ਬੰਦੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਆ ਵਿਚਾਰਨਗੇ, ਜ਼ਰੂਰ ਵਿਚਾਰਦੇ ਵੀ ਹੈ। ਕਈ ਥਾਵਾਂ ਦੇ ਉੱਤੇ ਕੰਮ ਸ਼ੁਰੂ ਹੋ ਗਿਆ। ਜੇ ਮਤੇ ਪੈ ਸਕਦੇ ਆ ਕਿ ਭਾਈ 5-5 10-10 ਜਾਂ 20 ਬੰਦੇ ਹਰ 7-7 ਜਾਂ 5-5 ਦਿਨ ਦੇ ਲਈ ਦਿੱਲੀ ਜਾਣਗੇ, ਜੇ ਮਤੇ ਪੈ ਸਕਦੇ ਆ ਕਿ ਪ੍ਰਤੀ ਏਕੜ ਆਪਾਂ ਇੰਨੇ ਪੈਸੇ ਇਕੱਠੇ ਕਰਨੇ ਆ, ਔਖੇ ਹੋ ਕੇ ਭਾਵੇਂ ਦੇਣੇ ਪੈਣ, ਸਾਰੇ ਹੱਸ ਕੇ ਦਿੰਦੇ ਆ, ਜੇ ਅਸੀਂ ਉਹਦੇ ਲਈ ਇਕੱਠੇ ਹੋ ਸਕਦੇ ਆ, ਜੇ ਅਸੀਂ ਇੱਕ ਦੂਜੇ ਦੇ ਝੋਲਿਆਂ ਦਾ ਖਿਆਲ ਰੱਖ ਸਕਦੇ ਆ ਕਿ ਫਲਾਨਾ ਸੁਣਾਉਣ ਗਿਆ ਬਈ ਆ ਉਹਦਾ ਝੋਲਾ ਪਿਆ, ਮੈਂ ਖਿਆਲ ਰੱਖਣਾ, ਜੇ ਆਹੀ ਸਿਸਟਮ ਅਸੀਂ ਵਾਪਸ ਪਿੰਡਾਂ ਦੇ ਵਿੱਚ ਦੁਬਾਰਾ ਲੈ ਆਈਏ। ਸੰਧਾਲੀਆ ਸਾਹਿਬ, ਇੱਕ ਫਰਕ ਹੈ ਸਾਡੇ 'ਚ। ਕੋਈ ਬੰਦਾ ਕਿਸੇ ਦੇ ਗੁੱਸਾ ਨਾ ਕਰੇ। ਕੋਈ ਬੰਦਾ ਕੋਈ ਵੇਲਾ ਹੁੰਦਾ ਸੀ, ਦੇਖੋ ਅਸੀਂ ਕਿੱਥੋਂ ਕਿੱਥੇ ਆਏ ਹਾਂ ਤੇ ਦੁਬਾਰਾ ਅਸੀਂ ਉੱਥੇ ਕਿਉਂ ਨਹੀਂ ਜਾ ਸਕਦੇ? ਦੁਬਾਰਾ ਅਸੀਂ ਦੇਸੀ ਨਹੀਂ ਬਣਨਾ, ਦੁਬਾਰਾ ਅਸੀਂ ਚੰਗੇ ਬੰਦੇ ਬਣਨਾ, ਅਸੀਂ ਤਕਨੀਕ ਨਹੀਂ ਛੱਡ ਦੇਣੀ। ਕੋਈ ਵੇਲਾ ਹੁੰਦਾ ਸੀ, ਜੇ ਕਿਸੇ ਨੇ ਕੋਈ ਕੋਠਾ ਛੱਤਣਾ, ਕਿਸੇ ਨੇ ਬਰਾਂਡਾ ਪਾਉਣਾ, ਕਿਸੇ ਨੇ ਰਸੋਈ ਖੜੀ ਕਰਨੀ, ਕਿਸੇ ਨੇ ਚੌਂਕਾ ਬਣਾਉਣਾ, ਤੇ ਪਿੰਡ ਦੇ 20-25 ਬੰਦੇ, ਉਹ ਕਹਿਣਾ 4 ਟਰਾਲੀਆਂ ਲੈ ਚਲੋ, 20-25 ਜਾਣੇ, ਚਲੋ ਰੇਤਾ ਲੈ ਕੇ ਆਈਏ। ਜਿੱਦਾਂ ਲੈਂਟਰ ਪੈਣਾ, ਉਹ ਕਈ ਬੰਦੇ ਹੁੰਦੇ ਸੀ, ਕੋਈ ਗੱਲ ਨਹੀਂ ਮੈਂ ਨਾਲ ਮਾੜੀ ਜਿਹਾ ਕੜਾਈਏ 4 ਮੈਂ ਫੜਾਉਣਾ, ਚੱਲ ਕੋਈ ਗੱਲ ਨਹੀਂ ਵੀ ਲੈਂਟਰ ਪਾ ਦਿੰਨੇ ਆ। ਜੇ ਕਿਸੇ ਨੂੰ ਬਾਲੇ ਚਾਹੀਦੇ ਆ, ਉਹਨੂੰ ਉੱਦਾਂ ਹੀ ਮੇਰੇ ਵਰਗੇ ਤੁਰੇ ਜਾਂਦੇ ਨੇ 10 ਪਾਉਣੀ, ਉਹ ਹੈਗੇ ਆ ਬਾਲੇ, ਉਹ ਫਲਾਨੀ ਜਗ੍ਹਾ ਦੇ ਉੱਤੇ ਉਹਨਾਂ ਨੇ ਕੋਠੇ ਢਾਏ ਆ, ਬਾਲੇ ਖਰੇ ਆ, ਨਰੋਏ ਬਾਲੇ ਆ, ਐਵੇਂ ਤੂੰ ਨਵੇਂ ਨਾ ਲੈਣ ਜੇ, ਪੁਰਾਣੀ ਲੱਕੜ ਪੁਰਾਣੀ ਹੁੰਦੀ ਹੈ, ਮੈਂ ਤੇਰੇ ਨਾਲ ਚੱਲਦਾ, ਪੱਠਿਆਂ ਦੀ ਪੰਡ ਸਿੱਟ ਕੇ ਮੈਂ ਆਇਆ। ਜਾਣੀ ਇੱਕ ਦੂਜੇ ਦਾ ਸਾਥ ਹੁੰਦਾ ਸੀ ਕਿ ਅਗਲੇ ਦੇ ਪੈਸੇ ਬਚਣ, ਨਾਲ ਸਾਥ ਦੇਣਾ ਕਿ ਕੋਈ ਗੱਲ ਨਹੀਂ ਬੰਦੇ ਤੂੰ 2 ਘੱਟ ਕਰ ਲੈ, ਮੈਨੂੰ ਪਤਾ ਕਿ ਔਖਾ ਸਰਦਾ ਹੁੰਦਾ, ਆ 500-700 ਰੁਪਈਆ ਵੀ ਮੇਰੇ ਕੋਲ ਪਿਆ, ਅੜੀ ਥੋੜੀ ਨੂੰ ਕੋਈ ਗੱਲ ਨਹੀਂ, ਆਪਾਂ ਖੜੇ ਆ। ਜੇ ਕਿਸੇ ਨੂੰ ਬੱਲੀਆਂ ਚਾਹੀਦੀਆਂ, ਕਿਸੇ ਨੂੰ ਫੱਟੇ ਚਾਹੀਦੇ ਆ, ਇਹ ਨਹੀਂ ਹੁੰਦਾ ਸੀ ਕਿ ਘਰ ਦਾ ਕੁੰਡਾ ਲੈ ਲੈਣਾ, ਮੰਗਣ ਨਾ ਆ ਜਾਣ, ਕਹਿਣਾ 2 ਸਾਡੇ ਵੀ ਪਏ ਆ, ਕੋਈ ਗੱਲ ਨਹੀਂ ਆਪਾਂ ਕੋਈ ਰਲ ਮਿਲ ਕਰ ਲੈਣਾ, ਤੂੰ ਹੋ ਅੱਗੇ ਨੂੰ। ਇਦਾਂ ਹੀ ਚੱਲਦੇ ਹੁੰਦੇ ਕੰਮ, ਕੋਈ ਗੱਲ ਨਹੀਂ। ਉਹਨੇ ਕਹਿਣਾ ਪਾ ਨਹੀਂ ਯਾਰ, ਕੋਠਾ ਐਤਕੀ ਪੂਰਾ ਪੈਣਾ ਨਹੀਂ 2 ਪਾਉਣੇ ਆ। ਉਹਨੇ ਕਹਿਣਾ ਨਹੀਂ ਯਾਰ, ਕੁੜੀ ਵੀ ਵੱਡੀ ਹੋਈ ਜਾਂਦੀ, ਉਹ ਯਾਰ ਰਲ ਮਿਲ ਕੇ ਵਿਆਹ ਲੈ, ਗੱਲ ਤੂੰ ਇਦਾਂ ਨਹੀਂ ਕਰੀਦਾ, ਇਦਾਂ ਹੀ ਹੁੰਦਾ, ਚੱਕ ਲੋ ਕਰਕੇ ਕੰਮ ਹੋ ਜਾਂਦਾ ਸੀ। ਪਰ ਹੁਣ ਕੋਈ ਘਰ ਪਾਉਣ ਲੱਗ ਪਵੇ ਤੇ 2 ਜਣੇ ਬਾਹਰ ਖੜੇ ਆ, ਉਹ ਯਾਰ ਸਾਡੇ ਪ੍ਰਾਹੁਣੇ ਨੇ ਪਾਈ ਕੋਠੀ, ਆ ਤਾਂ ਪੁਰਾਣਾ ਡਿਜ਼ਾਈਨ ਹੋ ਗਿਆ। ਉਹ ਕਰਨਾ ਕੁਝ ਨਹੀਂ, ਉਹ ਬਸ ਉਹਨਾਂ ਨੇ ਠੇਕਾ ਦਿੱਤਾ, ਉਹਨਾਂ ਨੇ ਚਾਬੀਆਂ ਲਈਆਂ ਹੀ, ਕਰਨਾ ਉੱਥੇ ਕੀ ਲਿਬੜੇ ਤਿਬੜੇ ਰਹੋ ਯਾਰ, 4 ਪੈਸੇ ਕੋ ਹੈਗੇ ਆ, ਕੀ ਵਿੱਚੇ ਆਪ ਹੀ ਆ ਕੜਾਈਆਂ ਚੱਕ ਕੇ ਤੁਰਿਆ ਫਿਰਦਾ, ਇਦਾਂ ਥੋੜੀ ਹੁੰਦੀ ਹੈ। ਇਹ ਨਹੀਂ ਗੱਲ ਹੁੰਦੀ, ਆ ਤਾਂ ਕੋਈ ਨਹੀਂ ਹੈ ਅੱਜ। ਆ ਜਿਹੜੀ ਸਾਡੀ ਮਾਨਸਿਕ ਤਬਦੀਲੀ ਹੋਈ, ਪਤਾ ਨਹੀਂ ਕਿੱਥੋਂ ਹੋ ਗਈ, ਉਸ ਤਬਦੀਲੀ ਨੇ ਸਾਡਾ ਕੰਮ ਖਰਾਬ ਕੀਤਾ। ਆਪਾਂ ਪੁਰਾਣੀ ਸਾਂਝ ਵਾਲੇ ਪਾਸੇ ਤੁਰਨਾ ਜ਼ਰੂਰ ਹੈ। ਆਵਤ ਸ਼ਬਦ ਜਿਹੜਾ ਆ ਅਸੀਂ ਦਿੱਲੀ ਦੀਆਂ ਬਰੂਹਾਂ ਤੇ ਵੀ ਪੈਦਾ ਕਰ ਲਿਆ। 150 ਥਾਵਾਂ ਤੇ ਪੰਜਾਬ ਦੇ ਉੱਤੇ ਧਰਨਾ ਲੱਗਿਆ, ਉੱਥੇ ਕੌਣ ਕਿਹਨੂੰ ਲੈ ਕੇ ਜਾਂਦਾ? ਬਜ਼ੁਰਗ ਕਈ ਇਕੱਲੇ ਗਏ, ਉਹਨਾਂ ਦਾ ਖਿਆਲ ਕੌਣ ਰੱਖਦਾ? ਬਜ਼ੁਰਗ ਜਾਂ ਘਰ ਦਾ ਕਮਾਊ ਜੀ ਜਿਹੜਾ ਦਿੱਲੀ ਗਿਆ, ਉਹਦੇ ਪੱਠੇ ਵੱਢ ਕੇ ਕੌਣ ਦੇਈ ਜਾਂਦਾ? ਤੂੜੀ ਦੀਆਂ ਪੰਡਾਂ ਕੌਣ ਰੱਖੀ ਜਾਂਦਾ? ਇਹੀ ਕੋਆਪਰੇਟਿਵ ਸਿਸਟਮ ਆ। ਇਹਨੂੰ ਅਸੀਂ ਡਿਵੈਲਪ ਕਰਕੇ ਛੱਡ ਥੋੜੀ ਦੇਣਾ ਖੇਤੀ ਅੰਦੋਲਨ ਦੇ ਨਾਲ, ਇਹ ਤਾਂ ਸਾਨੂੰ ਚਾਹੀਦਾ। ਬਿਲਕੁਲ, ਇਹ ਜਿੱਦਣ ਆ ਗਿਆ ਸਮਝ ਲਓ ਕਿ ਕੰਮ ਤਾਂ ਨੂੰ ਚਲਾ ਗਿਆ। ਅਸਲ ਦੇ ਵਿੱਚ ਇਹ ਉਹ ਚੀਜ਼ ਹੈ ਜਿਹੜੀ ਚੀਜ਼ ਅਸੀਂ ਗਵਾ ਲਈ ਸੀ, ਤੇ ਜਿਹਦਾ ਕਰਕੇ ਸਾਰੀਆਂ ਚੀਜ਼ਾਂ ਦਾ ਨੁਕਸਾਨ ਹੋਇਆ, ਜਿਹਦਾ ਕਰਕੇ ਅਸੀਂ ਇਹ ਸੋਚਦੇ ਹਾਂ ਕਿ ਅੰਨਦਾਤਾ, ਜਦੋਂ ਆਪਾਂ ਸ਼ਬਦ ਵਰਤਦੇ ਹਾਂ, ਦਾਤਾ ਮਤਲਬ ਦੇਣ ਵਾਲਾ, ਅੰਨ ਅਨਾਜ, ਤੇ ਉਹ ਦਾਤਾ ਵਿਚਾਰਾ ਸੜਕਾਂ ਤੇ ਜਾ ਕੇ ਬੈਠਾ ਹੋਵੇ ਤੇ ਉਹ ਭਾਲੇ ਕਿ ਜਿਨ੍ਹਾਂ ਦੇ ਜੇਬ ਨਾਲ ਹਰਿਆ ਪੈਨ ਲੱਗਾ ਉਹ ਦਸਤਖਤ ਕਰੂਗਾ ਤੇ ਫਿਰ ਦਾਤੇ ਦਾ ਕੰਮ ਚੱਲਣਾ। ਇੱਦਾਂ ਥੋੜਾ ਹੁੰਦਾ। ਜੇ ਨਾਂ ਨਾਲ ਅੰਨਦਾਤਾ ਲੱਗਾ ਤੇ ਫਿਰ ਉਹ ਸੱਚਮੁੱਚ ਦਾਤਾ ਹੈ। ਹਾਂ, ਇਹ ਹੋ ਸਕਦਾ ਕਿ ਪਿਛਲੇ ਸਮੇਂ ਦੇ ਵਿੱਚ ਕੁਝ ਇਹੋ ਜਿਹਾ ਹੋ ਗਿਆ ਹੋਵੇ ਜਿਹਦਾ ਕਰਕੇ ਉਹਨੂੰ ਜਾਪਿਆ ਕਿ ਉਹ ਖੁਦ ਕਿਤੇ ਗਲਤ ਟਰੈਕ ਤੇ ਨਿਕਲ ਗਿਆ। ਉਹ ਜਿਹੜੀ ਆਪਾਂ ਗਲਤ ਬੱਸੇ ਚੜ੍ਹ ਗਏ ਸੀ, ਉਸੇ ਬੱਸ ਨੂੰ ਆਪਾਂ ਮੋੜਾ ਪਾ ਕੇ ਦੁਬਾਰਾ ਸਹੀ ਰਸਤੇ ਤੇ ਵੀ ਆ ਸਕਦੇ, ਮਸਲਾ ਹੱਲ ਹੋ ਸਕਦਾ। ਤੁਸੀਂ ਆ ਕੋਠੀ ਵਾਲੀ ਉਦਾਹਰਨ ਦਿੱਤੀ ਵਾਟ ਸਾਹਿਬ, ਜ਼ਰੂਰ ਪੁੱਛਣ ਹਰੇਕ ਬੰਦਾ ਆਪਣੇ ਆਪ ਨੂੰ, ਕਿਸੇ ਨੂੰ ਨਹੀਂ, ਆਪਣੇ ਆਪ ਨੂੰ ਪੁੱਛੇ, ਜਿੱਡੀਆਂ ਵੱਡੀਆਂ ਕੋਠੀਆਂ, ਜਿੱਡੇ ਵੱਡੇ ਘਰ ਮਕਾਨ ਅਸੀਂ ਪਾਏ ਆ, ਕੀ ਅਸੀਂ ਉਹਨਾਂ ਦੇ ਵਿੱਚ ਰਹਿੰਦੇ ਹਾਂ? ਜੇ ਅਸੀਂ ਰਹਿੰਦੇ ਹਾਂ ਤਾਂ ਕੀ ਅਸੀਂ ਸਾਰੇ ਕਮਰਿਆਂ ਦੇ ਵਿੱਚ ਜਾਂਦੇ ਹਾਂ? ਜੇ ਕਮਰਿਆਂ ਦੇ ਵਿੱਚ ਪਾ ਕੇ ਬਾਹਰ ਵਾਲੇ ਮੁੰਡੇ ਦੇ ਕਹਿਣ 'ਤੇ ਕੋਠੀ ਵੀ ਪਾ ਲਈ, ਸਾਰਾ ਕੁਝ ਹੋ ਗਿਆ, ਤੇ ਅੱਜ ਵੀ ਕੋਠੀ ਭਾਵੇਂ ਇਟਾਲੀਅਨ ਪੱਥਰ ਲੱਗਾ ਪਰ ਫਿਰ ਵੀ ਮੰਜਾ ਉਹੀ ਹੈ, ਚੁੱਲ੍ਹਾ ਭਾਵੇਂ ਸਾਨੂੰ ਫਿਰ ਵੀ ਮਿਸਤਰੀ ਨੂੰ ਕਹਿ ਕੇ ਪਾਸੇ ਬਾਹਰ ਬਣਾਉਣਾ ਪਵੇ, ਇੱਕ ਇੱਥੇ ਨਾ ਚੌਂਕਾ ਬਣਾ ਦੇ ਮਿਸਤਰੀ ਤੇ ਇੱਕ ਬਾਹਰ ਗੁਸਲਖਾਨਾ ਬਣਾ ਦੇ,
ਉਹ ਅੰਦਰ ਫਿਰ ਜਾਈਏ ਨਾ ਤੇ ਫਿਰ ਉਹ ਮੁੜ ਕੇ ਨਹੁੰ ਲੜਦੀ ਆਂਦੀ ਵੀ ਤੂੰ ਬਾਪੂ ਉੱਥੇ ਐਵੇਂ ਮਿੱਟੀ ਖਿਲਾਰਤੀ, ਇੱਥੇ ਬਾਹਰ ਠੀਕ ਹੈ। ਜੇ ਸਾਡਾ ਰਹਿਣ ਸਹਿਣ ਅਜੇ ਵੀ ਦੇਸੀ ਹੈ, ਬੰਦੇ ਅਸੀਂ ਦੇਸੀ ਆ, ਤੇ ਫਿਰ ਉਹ ਜਿਹੜੇ ਲੱਖਾਂ ਰੁਪਈਆ ਆਪਾਂ ਲਾ ਕੇ ਤੇ ਠੇਕੇਦਾਰਾਂ ਨੂੰ ਤੇ ਪੱਥਰਾਂ ਵਾਲਿਆਂ ਨੂੰ ਤੇ ਹੋਰ ਲਾਈਟਾਂ ਬੱਤੀਆਂ ਵਾਲਿਆਂ ਨੂੰ ਫੂਕ ਦਿੱਤਾ, ਉਹਦਾ ਕੀ ਫਾਇਦਾ ਸੀ? ਨਹੀਂ, ਇਹ ਗੱਲ ਤੁਹਾਡੀ ਠੀਕ ਹੈ। ਵੈਸੇ ਵੀ ਮੰਨ ਲਓ ਜੇ ਕਿਤੇ ਨਹੁੰ ਨਾ ਵੀ ਅੜਿੱਕਾ ਪਾਉਂਦੀ ਹੋਵੇ, ਬਾਪੂ ਦੇ ਮਿੱਟੀ ਦੇ ਉੱਤੇ ਨਾ ਵੀ ਖੇਚਲ ਕਰਦੀ ਹੋਵੇ, ਬਹੁਤ ਘਰਾਂ ਦੇ ਵਿੱਚ ਇਦਾਂ ਹੁੰਦਾ, ਉਹ ਫਿਰ ਅੰਦਰਲੀ ਰਸੋਈ ਦਾ ਆਏ ਗਿਆ ਤੇ ਵਰਤੀ ਦੀ ਆ, ਇੱਥੇ ਵਧੀਆ ਨਾਲ ਹੀ ਬਾਪੂ ਪੀੜੀ ਤੇ ਬੈਠ ਕੇ ਰੋਟੀ ਖਾ ਲੈਂਦਾ, ਇੱਥੇ ਨਿਆਣੇ ਨਾਲੇ ਖੇਡਦੇ ਹੁੰਦੇ ਆ, ਨਾਲੇ ਅੱਗ ਸੇਕ ਲਈਦੀ ਹੈ। ਸਾਗ ਹੁਣ ਅੰਦਰ ਥੋੜੀ ਬਣਦਾ ਹੈ, ਉਹ ਪਰੌਂਠਿਆਂ ਦਾ ਧੂਆਂ ਕੋਠੀ ਬੰਦ ਬਣਾ ਲਈ ਹੈ, ਅੰਦਰੋਂ ਜਾਂਦਾ ਹੀ ਨਹੀਂ। ਅਸੀਂ ਫਿਰ ਵੀ ਉਸੇ ਚੌਂਕੇ ਦੇ ਵਿੱਚ ਜਾ ਕੇ ਸੰਤੁਸ਼ਟੀ ਜਿਹੜੀ ਉਹ ਮਹਿਸੂਸ ਕਰਦੇ ਆ। ਇਹ ਗੱਲ ਤਾਂ ਪੱਕੀ ਹੈ। ਸੰਧਾਲੀਆ ਸਾਹਿਬ, ਇੱਕ ਬੇਨਤੀ ਕਰਨੀ ਹੈ, ਜਿਹੜੇ ਸੱਜਣ ਮੈਰਿਜ ਪੈਲੇਸ ਦੇ ਵਿੱਚ ਕੰਮ ਕਰਦੇ ਆ, ਡੀਜੇ ਦਾ ਕੰਮ ਕਰਦੇ ਆ, ਵਿਆਹਾਂ ਸ਼ਾਦੀਆਂ ਦੇ ਵਿੱਚ ਕੋਈ ਹੋਰ ਕੰਮ ਕਰਦੇ ਆ, ਗੁੱਸਾ ਨਾ ਭਾਈ ਕਰਿਓ ਜੇ। ਥੋੜਾ ਤਾਂ ਔਖ ਸਾਰਿਆਂ ਨੂੰ ਸਹਿਣੀ ਪਊਗੀ ਆ। ਕੋਵਿਡ ਦੇ ਵਿੱਚ ਵੀ ਤਾਂ ਸਾਰਾ ਕੁਝ ਬੰਦ ਰਿਹਾ। ਸੰਧਾਲੀਆ ਸਾਹਿਬ, ਮੈਨੂੰ ਐਂ ਲੱਗਦਾ ਕਿ ਭਾਈ ਅਸੀਂ ਇੱਕ ਦੂਜੇ ਤੋਂ ਉੱਪਰ ਵੱਧ ਕੇ ਹੁਣ ਵਿਆਹਾਂ ਦੇ ਉੱਤੇ ਖਰਚਾ ਨਾ ਕਰੀਏ। ਮੈਂ ਕਹਿੰਦਾ ਭੰਗੜੇ 4 ਦਿਨ ਪਾਓ, 5 ਦਿਨ ਪਾਓ, ਗਿੱਧੇ ਪਾਓ, ਉਹ ਖੁਸ਼ੀਆਂ ਕਰਨ ਤੋਂ ਨਹੀਂ ਕੋਈ ਬੰਦਾ ਰੁਕਦਾ। ਪਰ ਜ਼ਰੂਰੀ ਥੋੜੀ ਹੈ ਕਿ 3 ਲੱਖ ਜਿਸ ਮੈਰਿਜ ਪੈਲੇਸ ਦਾ ਕਿਰਾਇਆ ਆਪਾਂ ਉੱਥੇ ਹੀ ਵਿਆਹ ਕਰਨਾ। ਹੁਣ ਆਮ ਤੌਰ ਤੇ ਹੁੰਦਾ ਕੀ ਹੈ, ਉਹ ਨਹੀਂ ਯਾਰ ਮੀਂਹ ਕਣੀ ਆ ਜਾਂਦਾ, ਬਰਾਤ ਦੀ ਸੇਵਾ ਕਰਨੀ ਹੈ, ਵਧੀਆ ਤਰੀਕੇ ਦੇ ਨਾਲ ਸੇਵਾ ਕਰਨੀ ਹੈ। ਉਦਣ ਬਰਾਤ ਵੀ ਤਾਂ ਪੰਜਾਬ 'ਚੋਂ ਆਈ ਆ। ਹੁਣ ਜਿਹੜਾ ਜਲੰਧਰ ਦੇ ਵਿੱਚ ਮੀਂਹ ਪੈਂਦਾ ਜਾਂ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਮੀਂਹ ਪੈਂਦਾ, ਕਪੂਰਥਲਿਓਂ ਬਰਾਤ ਆਈ ਆ, ਉਹ ਬਰਾਤੀਆਂ ਨੇ ਕਦੇ ਮੀਂਹ ਨਹੀਂ ਦੇਖਿਆ। ਉਹਨਾਂ ਨੇ ਕਦੇ ਚੁੱਲ੍ਹੇ ਦੇ ਉੱਤੇ ਪੱਲੀ ਪਾ ਕੇ ਤੇ ਉੱਪਰ ਇੱਟਾਂ 4 ਰੱਖੀਆਂ ਨਹੀਂ ਕਿ ਭਈ ਢੱਕਣਾ, ਜਾਂ ਉਹਨਾਂ ਨੇ ਕਦੇ ਬਾਹਰ ਤਾਰ ਦੇ ਉੱਤੇ ਜਿਹੜੇ ਕੱਪੜੇ ਸੁੱਕਣੇ ਪਾਏ ਹੁੰਦੇ ਕਦੇ ਉਹਨਾਂ ਨੇ ਦੇਖਿਆ, ਜਾਂ ਉਹਨਾਂ ਦੇ ਘਰੇ ਧੀਆਂ ਭੈਣਾਂ ਇਹ ਨਹੀਂ ਜਿਹਨਾਂ ਦਾ ਵਿਆਹ ਕਰਦੇ ਉਹਨਾਂ ਦੇ ਮਨ ਦੇ ਵਿੱਚ ਨਹੀਂ ਆਉਂਦਾ। ਅਸੀਂ ਆਹ ਜਿਹੜਾ ਇੱਕ ਕਮਿਊਨੀਕੇਸ਼ਨ ਗੈਪ ਪੈਦਾ ਕਰ ਲਿਆ ਨਾ ਕਿ ਨਹੀਂ ਯਾਰ, ਜੇ ਮੈਰਿਜ ਪੈਲੇਸ ਦੇ ਵਿੱਚ ਵਿਆਹ ਨਾ ਕੀਤਾ, ਜੇ ਬਰਾਤ ਦੀ ਠੋਕ ਵਜਾ ਕੇ ਸੇਵਾ ਨਾ ਕੀਤੀ ਤਾਂ ਕੱਲ ਨੂੰ ਕੁੜੀ ਤੰਗ ਹੋਊ। ਯਾਰ ਕਿੱਦਾਂ ਤੰਗ ਹੋਊ? ਉਹਨਾਂ ਦੇ ਵੀ ਕੁੜੀਆਂ ਘਰ ਦੇ ਵਿੱਚ ਹੈਗੀਆਂ। ਇਧਰਲੇ ਪਾਸੇ ਜ਼ਰੂਰ ਸੋਚੀਏ, ਸਾਡੀ ਪਰਿਵਾਰਾਂ ਦੀ 10-10, 12-12, 15-15 ਸਾਲਾਂ ਦੀ ਆਮਦਨ ਇੱਕ ਵਿਆਹ ਦੇ ਉੱਤੇ ਖਰਚ ਹੋ ਰਹੀ ਹੈ। ਪ੍ਰੋਡਕਸ਼ਨ ਕੋਈ ਨਹੀਂ, ਉਹ ਅਗਲੇ ਪਾਸੇ ਨੂੰ ਸਾਨੂੰ ਨਹੀਂ ਤੋਰਦੀ। ਸਮੱਸਿਆਵਾਂ ਉਦਾਂ ਦੀਆਂ ਖੜੀਆਂ। ਆਪਾਂ ਕਿਉਂ ਨਹੀਂ ਸਾਰੇ ਜਣੇ ਕਰ ਸਕਦੇ? ਹਨੇਰੀ ਆਜੂ, ਕੋਈ ਗੱਲ ਨਹੀਂ, ਖੜ ਜਾਾਂਗੇ ਬਾਂਸ ਫੜ ਕੇ। ਆ ਦਿੱਲੀ ਦੇ ਵਿੱਚ ਵੀ ਤਾਂ ਖੜੇ ਆ, ਜਦੋਂ ਹਨੇਰੀ ਆਉਂਦੀ ਹੈ ਇੱਕ ਵੀ ਟੈਂਟ ਉਡਣ ਦਿੱਤਾ ਲੋਕਾਂ ਨੇ? ਨਹੀਂ ਉਡਣ ਦਿੱਤਾ। ਉੱਥੇ ਵੀ ਤਾਂ ਲੋਕਾਂ ਨੇ ਜਾ ਕੇ ਜਿਹੜੇ ਵੱਡੇ ਵੱਡੇ ਦੇਗੇ ਪਏ ਸੀ ਉਹਨਾਂ ਦੇ ਉੱਤੇ ਢੱਕਣ ਰੱਖੇ ਸੀ, ਉਹਦੇ ਉੱਤੇ ਰੱਖੀਆਂ ਕਿ ਨਹੀਂ 2-2 ਇੱਟਾਂ ਜਾ ਕੇ ਕਿ ਭਾਈ ਢੱਕਣ ਨਹੀਂ ਉਡਣ ਦੇਣਾ। ਉੱਥੇ ਵੀ ਤਾਂ ਸਾਰੇ ਕੁਝ ਸਾਂਭਿਆ ਹੀ ਆ। ਆਪਾਂ ਪੰਜਾਬ ਦੇ ਪਿੰਡਾਂ 'ਚ ਕਿਉਂ ਨਹੀਂ ਸਾਂਭ ਸਕਦੇ? ਖਰਚਾ ਘਟਾਈਏ, 10%, 20%, 25%, ਕੁਛ ਤਾਂ ਘਟਾਈਏ। ਇਹਦਾ ਹੱਲ ਵੀ ਦੇਖੋ ਇਸੇ ਚੀਜ਼ 'ਚ ਹੀ ਲੁਕਿਆ। ਹੁਣ ਦੇਖੋ ਕਾਰਨ ਇਹ ਆ ਵੀ ਪਿੰਡ 'ਚ ਚੰਗਾ ਭਲਾ ਥਾਂ ਵੀ ਹੁੰਦਾ, ਘਰ ਘਾਟ ਵੀ ਹੁੰਦਾ। ਉਸ ਤੋਂ ਬਾਅਦ ਆਪਾਂ ਨੂੰ ਕਈ ਵੇਲੇ ਇਹ ਵੀ ਹੁੰਦਾ ਵੀ ਪਿੰਡ ਦੇ ਵਿੱਚ ਪਾਰਟੀ ਬਾਜੀ ਆ, ਤਾਂ ਕਰਕੇ ਪੰਚਾਇਤ ਕੁਛ ਨਹੀਂ ਕਰਦੀ। ਮੈਂ ਕਹਿੰਦਾ ਨਾ ਕਰੇ ਪੰਚਾਇਤ। ਧਾਰਮਿਕ ਆਸਥਾ ਤੇ ਹਰੇਕ ਦੀ ਹੈਗੀ ਹੈ। ਗੁਰੂ ਘਰ ਆਪਾਂ ਬਣਾ ਰੱਖੇ ਹੋਏ ਆ। ਗੁਰੂ ਘਰ ਇੱਕ ਨਹੀਂ, 2-2, 4-4, 5-5, 10-10, 12-12, 13-13 ਵੀ ਹੈਗੇ। ਮੈਂ ਜਦੋਂ 13 ਸ਼ਬਦ ਵਰਤਦਾ ਤੇ ਫਿਰ ਮੈਂ ਤੁਹਾਨੂੰ ਉਦਾਹਰਨ ਵੀ ਦੇ ਦੂੰਗਾ ਵੀ ਕਿੱਥੋਂ ਦੀ ਵਿਖਾ ਵੀ ਦੂੰਗਾ। ਹੁਣ ਉਹ ਜਿਹੜੇ ਗੁਰੂ ਘਰ ਨੇ, ਮੈਂ ਨਹੀਂ ਕਹਿੰਦਾ ਵੀ ਕਿਸੇ ਦੀ ਆਸਥਾ ਤੇ ਆਪਾਂ ਉਹਦੇ 'ਚ ਘੱਟ ਖਰਚ ਕਰੀਏ, ਪਰ ਉਹ ਵੱਖਰੇ ਵੱਖਰੇ ਕਿਉਂ ਆ? ਉਹ ਪੱਤੀ ਦੇ ਹਿਸਾਬ ਨਾਲ ਬਣਾ ਲਿਆ, ਉਹ ਪਹੁੰਚ ਦੇ ਹਿਸਾਬ ਨਾਲ ਬਣਾ ਲਿਆ, ਉਹ ਪ੍ਰਧਾਨਗੀ ਦੇ ਹਿਸਾਬ ਨਾਲ ਬਣਾ ਲਿਆ, ਉਹ ਕਮੇਟੀ ਦੇ ਹਿਸਾਬ ਨਾਲ ਬਣਾ ਲਿਆ। ਉਹ ਜਿਹੜਾ ਕੰਮ ਅਸੀਂ ਆਪਣੇ ਤੌਰ ਤੇ, ਜਿਹੜੇ ਧਰਮ ਨੇ ਸਾਨੂੰ ਇਹ ਸਿਖਾਇਆ ਵੀ ਯਾਰ ਸਭ ਇੱਕ ਨੇ, ਸਭ ਇਕੱਠੇ ਨੇ, ਅਸੀਂ ਵੱਖ ਹੈ ਹੀ ਨਹੀਂ, ਅਸੀਂ ਉਸੇ ਦੇ ਨੂੰ ਆਧਾਰ ਬਣਾ ਕੇ ਤੇ ਆਪ ਵੱਖੋ ਵੱਖ ਹੋਏ ਫਿਰਦੇ ਹਾਂ। ਜਿਹੜਾ ਉਹ ਖਰਚਾ ਆਪਾਂ ਹਰੇਕ 6 ਮਹੀਨੇ ਬਾਅਦ, ਸਾਲ ਬਾਅਦ ਗਰਾਈਆਂ ਦੇ ਰੂਪ ਦੇ ਵਿੱਚ ਵੱਖੋ ਵੱਖਰੇ ਰੂਪਾਂ 'ਚ ਉੱਥੇ ਦਿੰਦੇ ਆ ਅਲੱਗ-ਅਲੱਗ ਥਾਵਾਂ ਦੇ ਉੱਪਰ। ਉਹ ਜੇ ਗੁਰੂ ਘਰ ਇੱਕ ਹੋਵੇ, ਇੱਕ ਤਾਂ ਆਪਾਂ ਇੱਕ ਹੋ ਗਏ, ਤੇ ਇੱਕ ਜਿਹੜੀਆਂ ਉਹ ਵੱਖ-ਵੱਖ ਗਰਾਈਆਂ ਨੇ, ਉਹ ਸਾਰੇ ਪੈਸਿਆਂ ਦਾ ਕੀ ਇੱਕ ਮੈਰਿਜ ਪੈਲੇਸ ਪਿੰਡ 'ਚ ਨਹੀਂ ਬਣਦਾ, ਜਾਂ 2-4 ਪਿੰਡਾਂ ਦਾ ਮਿਲ ਕੇ ਨਹੀਂ ਬਣਦਾ। ਕਈ ਪਿੰਡਾਂ ਦੇ ਵਿੱਚ ਸੰਧਾਲੀਆ ਸਾਹਿਬ ਹੈਗੇ ਆ, ਸਾਂਝੇ ਹਾਲ ਬਣੇ ਆ, ਕਮਿਊਨਿਟੀ ਹਾਲ ਬਣੇ ਹੋ ਆ। ਸ਼ਹਿਰਾਂ ਦੇ ਵਿੱਚ ਤਾਂ ਬਹੁਤ ਚਿਰਾਂ ਦੇ ਬਣੇ ਆ। ਹਰਿਆਣੇ, ਬਹੁਤ ਸਾਰੇ ਹਰਿਆਣੇ ਦੇ ਸ਼ਹਿਰਾਂ 'ਚ ਬਣੇ ਹੋ ਆ, ਪਿੰਡਾਂ 'ਚ ਬਣ ਗਏ ਹੋ ਆ। ਪੰਜਾਬ 'ਚ ਵੀ ਕੰਮ ਸ਼ੁਰੂ ਹੋ ਗਿਆ। ਉੱਥੇ ਕੀ ਆ? ਦੇਖੋ, ਜੇ ਅਸੀਂ ਗੁਰੂ ਘਰ ਦੇ ਵਿੱਚੋਂ ਭਾਂਡੇ ਲੈ ਕੇ ਜਾਂਦੇ ਸੀ, ਜੇ 2 ਗਲਾਸ ਘੱਟ ਜਾਂਦੇ ਸੀ, 4 ਗਲਾਸਾਂ ਦੇ ਬੰਦੇ ਪੈਸੇ ਜਮ੍ਹਾਂ ਕਰਾ ਕੇ ਆਉਂਦਾ ਸੀ, ਨਹੀਂ ਭਾਈ ਬਰੋਬਰ ਰਹਿਣ। ਮੈਨੂੰ ਤਾਂ ਚੇਤਾ ਹੈ ਕਿ ਜਦੋਂ ਪਿੰਡਾਂ ਦੇ ਵਿੱਚ ਕਦੇ ਪਾਠ ਰਖਾਉਣਾ, ਗੁਰੂ ਘਰ ਦੇ ਵਿੱਚੋਂ ਵੀ ਬਿਸਤਰੇ ਮੰਜੇ ਲੈ ਕੇ ਜਾਂਦੇ ਹੁੰਦੇ ਸੀ ਲੋਕ ਕਿ ਭਾਈ ਪਾਠੀ ਸਿੰਘਾਂ ਦੇ ਲਈ ਜਿਹੜੇ ਆ ਬਿਸਤਰੇ ਤੇ ਮੰਜੇ ਜਿਹੜੇ ਗੁਰੂ ਘਰ ਦੇ ਵਿੱਚੋਂ, ਪੱਖੇ ਵੀ ਲੈ ਜਾਂਦੇ ਸੀ। ਅੱਜ ਸਾਨੂੰ ਸੰਗ ਕਾਹਤੋਂ ਆਉਣ ਲੱਗ ਪਈ ਹੈ? ਦੇਖੋ, ਇੱਕ ਗੱਲ ਤਾਂ ਪੱਕੀ ਹੈ, ਪਿੰਡ ਉਨਾ ਹੀ ਆ, ਚਾਹੇ ਬੰਦੇ ਵਿਦੇਸ਼ ਗਏ ਹੋ ਆ, ਚਾਹੇ ਉੱਥੇ ਹੀ ਆ, ਇਨਕਮ ਉਨੀ ਹੈ। ਉਹ ਪੈਸੇ ਅਸੀਂ ਇੱਕ ਗੁਰੂ ਘਰ ਦੇ ਵਿੱਚੋਂ ਵੀ ਸਰ ਸਕਦਾ। ਰੌਲਾ ਤਾਂ ਪ੍ਰਧਾਨਗੀ ਦਾ ਨਾ, ਹੋਰ ਤਾਂ ਕੋਈ ਰੌਲਾ ਨਹੀਂ। ਰੌਲਾ ਤਾਂ ਇਹ ਨਾ ਉਹ ਸਾਨੂੰ ਫਲਾਨਾ ਕੰਮ ਨਹੀਂ ਕਰਨ ਦਿੰਦੇ ਸੀ, ਉਹ ਪ੍ਰਧਾਨਗੀ ਦੇ ਉਹ ਧੱਕੇ ਨਾਲ ਹੀ ਕਾਬਜ਼ ਹੋਏ ਸੀ, ਅਸੀਂ ਫਿਰ ਆਪ ਦਾ ਵੱਖਰਾ ਬਣਾ ਲਿਆ। ਉਹ ਨਾ ਪਾ, ਇੱਦਾਂ ਨਹੀਂ। ਤੁਸੀਂ ਦੇਖੋ, ਸਕੂਲ ਡਿੱਗਣ ਵਾਲਾ, ਸਕੂਲ ਦੇ ਕਮਰੇ 3 ਆ, ਜਮਾਤਾਂ 5 ਆ, ਸਕੂਲ ਦੇ ਵਿੱਚ ਗਰਾਊਂਡ ਬਣਨ ਵਾਲੀ ਆ, ਪਿੰਡ ਦੇ ਵਿੱਚ ਪਾਰਕ ਚਾਹੀਦਾ ਹੀ ਚਾਹੀਦਾ,
ਜਿੱਥੇ ਸਵੇਰ ਸ਼ਾਮ ਬਜ਼ੁਰਗ ਵੀ ਸੈਰ ਕਰ ਸਕਣ, ਸਾਡੇ ਬੱਚੇ ਵੀ ਖੇਡ ਸਕਣ। ਉੱਥੇ ਜ਼ਰੂਰੀ ਹੈ ਗਰਾਊਂਡ ਚਾਹੀਦੀ ਹੈ, ਨਿਆਣਿਆਂ ਨੂੰ ਚਿੜੀ ਛਿੱਕੇ ਚਾਹੀਦੇ ਹੈ, ਖੋ-ਖੋ ਦਾ ਪੋਲ ਲੱਗਾ ਹੋਣਾ ਚਾਹੀਦਾ, ਵਾਲੀਬਾਲ ਦਾ ਨੈੱਟ ਉੱਥੇ ਚਾਹੀਦਾ, ਬੈਡਮਿੰਟਨ ਦਾ ਨੈੱਟ ਉੱਥੇ ਚਾਹੀਦਾ। ਜ਼ਮੀਨਾਂ ਸਾਡੇ ਕੋਲੇ ਸਾਂਝੀਆਂ ਹੈਗੀਆਂ, ਉਹਦੇ ਲਈ ਸਾਡੇ ਕੋਲੇ ਪੈਸੇ ਨਹੀਂ। ਦੇਖੋ, ਹਰ ਇੱਕ ਧਰਮ ਦੇ ਬਹੁਤ ਪਾਵਨ, ਪਵਿੱਤਰ, ਸਤਿਕਾਰਯੋਗ, ਪੂਜਣਯੋਗ ਗ੍ਰੰਥ ਨੇ। ਉਹਨਾਂ ਗ੍ਰੰਥਾਂ ਨੂੰ, ਉਹਨਾਂ ਦੇ ਵਿੱਚ ਕੁਝ ਲਿਖਿਆ, ਉਹਦੇ ਵਿੱਚੋਂ ਸਮਝਣਾ ਪੈਣਾ। ਤੇ ਲਿਖੇ ਨੂੰ ਪੜ੍ਹਾਂਗੇ ਫੇਰ ਹੀ ਸਮਝਾਂਗੇ, ਪੜ੍ਹਾਂਗੇ ਤਾਂ ਜੇ ਸਾਨੂੰ ਸ਼ਬਦ ਆਉਂਦਾ ਹੋਊਗਾ। ਸ਼ਬਦ ਕਿੱਥੋਂ ਆਉਣਾ? ਸਕੂਲ ਦੇ ਵਿੱਚੋਂ ਆਉਣਾ। ਸਕੂਲ ਸਾਡਾ ਡਿੱਗੀ ਜਾਂਦਾ ਤੇ ਧਾਰਮਿਕ ਸਥਾਨਾਂ ਦੀਆਂ ਇਮਾਰਤਾਂ ਸਾਡੀਆਂ ਵੱਡੀਆਂ। ਆਪਾਂ ਮਨਾ ਨਹੀਂ ਕਰਦੇ, ਬਹੁਤ ਔਖੇ ਹੋ ਕੇ ਲੋਕੀ ਪੈਸੇ ਦਿੰਦੇ ਆ, ਪਰ ਕਿਤੇ ਨਾ ਕਿਤੇ ਇਧਰਲੇ ਪਾਸੇ ਨੂੰ ਤੁਰਨਾ ਪਊਗਾ। ਕਿੱਡੀ ਕੁ ਵੱਡੀ ਗੱਲ ਹੈ। ਮੈਂ ਕਹਿੰਦਾ ਕਿ ਕਿਸੇ ਗੁਰੂ ਘਰ ਦੇ ਵਿੱਚ, ਕਿਸੇ ਮੰਦਿਰ ਦੇ ਵਿੱਚ, ਕਿਸੇ ਮਸਜਿਦ ਦੇ ਵਿੱਚ, ਕਿਸੇ ਗਿਰਜਾ ਘਰ 'ਚ ਰੱਖ ਲਓ ਤਾਂ ਇੱਕ ਵੱਡਾ ਹਾਲ, ਜਿੱਥੇ ਵਿਆਹ ਸ਼ਾਦੀ ਦਾ ਪ੍ਰੋਗਰਾਮ ਵੀ ਹੋਵੇ, ਬਹੁਤੀਆਂ ਆੜੀਆਂ ਆਪਾਂ ਨਾ ਕਰੀਏ, ਰੱਖ ਲਓ ਇੱਕ ਵੱਡਾ ਹਾਲ ਬਣਾ ਲਓ। ਉੱਥੇ ਵੈਸੇ ਰੋਜ਼ ਸ਼ਾਮ ਨੂੰ 3 ਘੰਟੇ ਤੁਸੀਂ ਪਿੰਡ ਦੇ 5 ਪੜ੍ਹੇ ਲਿਖੇ ਨਿਆਣਿਆਂ ਨੂੰ ਦਿਓ, 10-10 ਹਜ਼ਾਰ ਰੁਪਈਆ ਮਹੀਨੇ ਦਾ। ਜੇ ਆਪਾਂ ਕਰੋੜ ਰੁਪਈਆ, 2-2 ਕਰੋੜ ਰੁਪਈਆ 10-10 ਧਾਰਮਿਕ ਸਥਾਨਾਂ ਤੇ ਲਾ ਸਕਦੇ ਹਾਂ, 50,000 ਰੁਪਈਆ ਦਿਓ, 5 ਨਿਆਣੇ ਰੱਖੋ, ਉਹ ਸਾਰੇ ਪਿੰਡ ਦੇ ਨਿਆਣਿਆਂ ਨੂੰ ਪੜ੍ਹਾਉਣ। ਸੋਝੀ ਆਵੇ ਕਿਸੇ ਨੂੰ, ਕੋਈ ਨਿਆਣਾ ਹਿਸਾਬ ਦੇ ਵਿੱਚ ਕਮਜ਼ੋਰ ਹੈ, ਕੋਈ ਵਿਗਿਆਨ ਦੇ ਵਿੱਚ ਕਮਜ਼ੋਰ ਹੈ, ਲਵਾਓ ਇੰਗਲਿਸ਼ ਦੀਆਂ ਕਲਾਸਾਂ। ਆਇਲਸ ਦੇ ਸੈਂਟਰ ਨੇ, ਉੱਥੇ ਜਾ ਕੇ ਵੀ ਤਾਂ ਪੈਸੇ ਪੱਟਦੇ ਹੀ ਆ। ਨਿਆਣੇ ਸਾਡੇ ਅੰਗਰੇਜ਼ੀ ਦੇ ਵਿੱਚੋਂ ਕਮਜ਼ੋਰ ਹੁੰਦੇ ਆ, ਬਾਹਰ ਅੰਦਰ ਤਾਂ ਬਹੁਤਿਆਂ ਨੇ ਜਾਣਾ, ਆਪਾਂ ਇੰਨੀ ਛੇਤੀ ਇਹ ਵਰਤਾਰੇ ਨੂੰ ਰੋਕ ਨਹੀਂ ਸਕਦੇ। ਉੱਥੇ ਜਾ ਕੇ ਵੀ ਤਾਂ ਜੀ ਭਿਆਣੇ ਹੋ ਕੇ ਆਪਾਂ ਬਹਿਨੇ ਹੀ ਆ, ਇੰਨਾ ਕੰਮ ਨਹੀਂ ਕਰ ਸਕਦੇ। ਫਿਰ ਸਾਨੂੰ ਕਾਨੂੰਨ ਵੀ ਪੜ੍ਹਨੇ ਆ ਜਾਣਗੇ। ਵਿਧਾਨ ਸਭਾ ਦੇ ਵਿੱਚ ਕਾਰਵਾਈ ਕੀ ਹੁੰਦੀ? ਉੱਥੇ ਬੈਠ ਕੇ ਪਿੰਡ ਦੇ ਵਿੱਚ 4 ਸੈਮੀਨਾਰ ਕਰਾ ਲਓ ਭਾਈ। ਬੀਬੀਆਂ ਕਿੱਦਾਂ ਸਮਝਣ, ਸਿਲਾਈ ਕਢਾਈ ਦਾ ਕੇਂਦਰ ਵੀ ਉੱਥੇ ਕੀ 5-5 ਹਫ਼ਤੇ ਦੇ ਨਹੀਂ ਲੱਗ ਸਕਦੇ। ਥੋੜਾ ਜਿਹਾ ਕਰਨਾ ਪਊ। ਅਸੀਂ ਕਰਦੇ ਹਾਂ ਐਫਰਟ, ਆਲਰੇਡੀ ਇਨਵੈਸਟਮੈਂਟ ਸਾਡੀ ਹੋ ਰਹੀ ਹੈ, ਉਹ ਵੀ ਕਮਿਊਨਿਟੀ ਦੇ ਕਾਰਜ ਨੇ, ਇਹ ਵੀ ਕਮਿਊਨਿਟੀ ਦੇ ਕਾਰਜ ਆ। ਇਹੀ ਇੱਕ ਫਰਕ ਹੈ ਜਿਹੜੀ ਚੀਜ਼ ਨੂੰ ਸਮਝਣ ਦੀ ਲੋੜ ਆ। ਅਸੀਂ ਜਿਹੜਾ ਇਹੀ ਜ਼ਿਕਰ ਅੱਜ ਕਰ ਰਹੇ ਹਾਂ ਕਿ ਭਾਈਚਾਰਾ, ਉਹ ਕੋਆਪਰੇਟਿਵ ਸ਼ਬਦ ਵੀ ਮੈਂ ਕੱਢ ਦਿੰਦਾ, ਸਹਿਕਾਰੀ ਸ਼ਬਦ ਵੀ ਆਪਾਂ ਕੱਢ ਦਿੰਦੇ ਹਾਂ। ਉਹ ਜਿਹੜਾ ਭਾਈਚਾਰਾ ਸਾਡੇ ਕੋਲੇ ਪਹਿਲਾਂ ਸੀ, ਅਸੀਂ ਜਿਹੜਾ ਭਾਈਚਾਰਾ ਛੱਡ ਬੈਠੇ, ਤੇ ਉਸ ਭਾਈਚਾਰੇ ਨੂੰ ਦੁਬਾਰਾ ਸਾਨੂੰ ਯਾਦ ਕਰਨਾ ਪਿਆ ਜਦੋਂ ਐਡਾ ਵੱਡਾ ਅੰਦੋਲਨ ਕੀਤਾ। ਤੇ ਉਹ ਭਾਈਚਾਰਾ ਇਕੱਲੇ ਪਿੰਡ ਦਾ ਜਾਂ ਪੰਜਾਬ ਲੈਵਲ ਦਾ ਨਹੀਂ ਰਹਿ ਗਿਆ, ਉਹ ਦੇਸ਼ ਭਰ ਦਾ ਹੋ ਗਿਆ। ਤੇ ਲੋਕਾਂ ਦੇ ਵਿੱਚ ਏਕਾ ਕਿਹੜੀ ਚੀਜ਼ ਦਾ? ਸਿਰਫ ਇੱਕ ਕਿੱਤੇ ਦਾ। ਤੇ ਉਹ ਕਿੱਤਾ ਕੀ? ਕਿਸਾਨੀ। ਜੇ ਇੱਕ ਕਿਸਾਨੀ ਕਿੱਤੇ ਦਾ ਕਰਕੇ ਦੇਸ਼ ਭਰ ਦੇ ਲੋਕਾਂ 'ਚ ਭਾਈਚਾਰਾ ਹੋ ਸਕਦਾ ਕਿ ਸਾਡਾ ਕਿੱਤਾ ਇੱਕ ਹੈ, ਅਸੀਂ ਇਸ ਕਰਕੇ ਇੱਕ ਹੈ, ਸਾਡੀਆਂ ਮੰਗਾਂ ਇੱਕ ਨੇ, ਸਾਡੀਆਂ ਮੁਸ਼ਕਲਾਂ ਇੱਕ ਨੇ। ਤੇ ਫਿਰ ਜਦੋਂ ਆਪਾਂ ਪਿੰਡ ਲੈਵਲ ਦੇ ਉੱਪਰ ਚਲੇ ਜਾਂਦੇ ਤੇ ਉਸ ਪਿੰਡ 'ਚ ਵੀ ਮੁਸ਼ਕਲਾਂ ਉਹੀ ਨੇ, ਉਸ ਪਿੰਡ 'ਚ ਵੀ ਬੰਦੇ ਉਹੀ ਨੇ, ਉਸ ਪਿੰਡ ਦੇ ਵਿੱਚ ਵੀ ਉਹੀ ਸਾਧਨ ਨੇ, ਤੇ ਉਹਨਾਂ ਚੀਜ਼ਾਂ ਦੇ ਵਿੱਚ ਉਹੀ ਹੱਲ ਲੁਕਿਆ ਹੋਇਆ। ਫਰਕ ਸਿਰਫ ਇੰਨਾ ਹੈ ਕਿ ਆਪਾਂ ਨੂੰ ਆਪਣੀ ਚੌਧਰ ਛੱਡ ਕੇ, ਜਾਂ ਜਿਹੜਾ ਬੰਦਾ ਵੀ ਇੱਧਰੋਂ ਉੱਧਰੋਂ ਆਪਾਂ ਨੂੰ ਜਾਪਦਾ ਵੀ ਆਹ ਬੰਦਾ ਵੰਡਣ ਵਾਲੀ ਕੋਸ਼ਿਸ਼ ਕਰਦਾ, ਉਹਨੂੰ ਥੋੜ੍ਹਾ ਜਿਹਾ ਲਾਂਭੇ ਕਰਕੇ ਇੱਕ ਉਹ ਰਸਤਾ ਅਖਤਿਆਰ ਕਰਨਾ ਪਊਗਾ, ਜਿਹੜਾ ਰਸਤਾ ਸਾਨੂੰ ਆਪਣੇ ਆਪ ਦੇ ਵਿੱਚ ਆਤਮ ਨਿਰਭਰ ਬਣਾਵੇ, ਨਾ ਕਿ ਇਹੋ ਜਿਹਾ ਬਣਾਵੇ ਕਿ ਅਸੀਂ ਬੈਂਕ ਦੇ ਵੀ ਦੇਣੇ ਆ, ਆੜ੍ਹਤੀਏ ਦੇ ਵੀ ਦੇਣੇ ਆ, ਇੱਧਰੋਂ ਉੱਧਰੋਂ ਰਿਸ਼ਤੇਦਾਰਾਂ ਕੋਲੋਂ ਵੀ ਫੜੇ ਆ, ਤੇ ਬਾਅਦ ਦੇ ਵਿੱਚ ਅੰਦਰ ਖਾਤੇ ਸੋਚ ਕੇ ਪਤਾ ਹੀ ਉਦੋਂ ਲੱਗਦਾ ਵੀ ਓਹੋ ਫਲਾਨਾ ਸੋ ਕਹਿੰਦੇ ਇੱਦਾਂ ਕਰ ਗਿਆ ਯਾਰ, ਅਜੇ ਤੇ ਕੱਲ੍ਹ ਤੇ ਮੈਨੂੰ ਮਿਲਿਆ ਸੀ। ਉਹ ਖਬਰਾਂ ਨਾ ਆਉਣ, ਇਸ ਕਰਕੇ ਅਸੀਂ ਆਪ ਜੀ ਦੇ ਨਾਲ ਇਹ ਗੱਲਾਂ ਸਾਂਝੀਆਂ ਕਰ ਰਹੇ। ਸੰਧਾਲੀਆ ਸਭ ਜ਼ਰੂਰੀ ਹੈ, ਕਈ ਚੀਜ਼ਾਂ ਕਰਨੀਆਂ ਪੈਣਗੀਆਂ, ਦੁੱਖ ਸੁੱਖ ਅਸੀਂ ਹੁਣ ਦੇਖਦੇ ਹਾਂ। ਦੇਖੋ, ਮਜਬੂਰੀ 'ਚ ਵੀ ਤਾਂ ਇਕੱਠੇ ਹੋਏ ਆ ਨਾ। ਅੱਜ ਜਦੋਂ ਏਡੀ ਵੱਡੀ ਸਮੱਸਿਆ ਆਣ ਕੇ ਖੇਤੀ ਅੰਦੋਲਨ ਦੇ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆਈ ਹੈ, ਇੱਕ ਸਮੱਸਿਆ ਆਈ, ਪ੍ਰਤੀਕਿਰਿਆ ਹੋਈ, ਲੋਕ ਇਕੱਠੇ ਹੋ ਕੇ ਦਿੱਲੀ ਤੱਕ ਤੁਰ ਪਏ, ਕੁਰਬਾਨੀਆਂ ਵੀ ਹੋਈਆਂ, ਜੇਲ੍ਹਾਂ ਵੀ ਹੋ ਰਹੀਆਂ, ਪਰਚੇ ਹੋ ਰਹੇ, ਬਹੁਤ ਕੁਝ ਹੋ ਰਿਹਾ। ਅਸੀਂ ਉਦੋਂ ਵੀ ਤਾਂ ਇਕੱਠੇ ਹੋਏ ਹਾਂ। ਮਰਨੇ ਪਰਨੇ ਦੇ ਉੱਤੇ ਵੀ ਤਾਂ ਸਾਰੇ ਗਿਲੇ ਸ਼ਿਕਵੇ ਛੱਡ ਕੇ ਸ਼ਮਸ਼ਾਨ ਘਾਟ 'ਚ ਜਾਂਦੇ, ਉਹ ਕਿਉਂ ਨਹੀਂ ਇਕੱਠੇ ਹੋ ਸਕਦੇ ਬਈ? ਕੀ ਗੱਲ ਹੈ? ਬੜਾ ਪਿਛਲੇ 15 ਸਾਲਾਂ ਦੇ ਵਿੱਚ ਸੁਣਿਆ, ਕਈ ਆਪਦੇ ਘਰ ਦੇ ਵੀ ਰੋਕ ਦਿੰਦੇ ਆ, ਤੂੰ ਕਾਹਨੂੰ ਪੰਗੇ 'ਚ ਫਸਣਾ? ਉਹਨਾਂ ਦਾ ਨਿਆਣਾ ਕੁਝ ਖਾਂਦਾ, ਮਾੜਾ ਚੰਗੀ ਚੀਜ਼ ਕੋਈ ਖਾਂਦਾ, ਕੋਈ ਨਸ਼ਾ ਪੱਤਾ ਕਰਦਾ, ਤੂੰ ਅਗਲੇ ਨੂੰ ਜਾ ਕੇ ਦੱਸੂਗਾ, ਤੇਰੇ ਗਲ ਪੈਣਗੇ, ਉਹਨਾਂ ਦਾ ਮੁੰਡਾ ਤੇਰੇ ਗਲ ਪਊਗਾ ਕੱਲ੍ਹ ਨੂੰ। ਉਹ ਨਹੀਂ ਕਿਸੇ ਦੀ ਸੁਣਦੇ। ਫਲਾਨੇ ਨੇ ਵੀ ਦੱਸਿਆ ਸੀ, ਸੁਣੀ ਨਹੀਂ ਉਹਨਾਂ ਨੇ, ਸਗੋਂ ਉਹਦੇ ਗਲ ਪੈ ਗਏ। ਅਸੀਂ ਮੂੰਹ ਬੰਦ ਕਰ ਲੈਂਦੇ ਹਾਂ। ਹੁਣ ਉਹ ਸਮਾਂ ਨਹੀਂ ਰਹਿ ਗਿਆ। ਕੀ ਕਰ ਲੂ? ਲੱਤ ਤੋੜ ਦਊ ਅਗਲੇ ਨੂੰ ਵੇਲੇ। ਸ਼ਾਇਦ 5 ਨਿਆਣੇ ਨੁਕਸਦਾਰ ਹੈ, ਤੁਸੀਂ 5 ਨੂੰ ਦੱਸੋ, ਹੌਲੀ ਦੇਣੀ ਦੱਸੋ, ਸ਼ਾਇਦ ਉਹਦੇ ਵਿੱਚੋਂ ਇੱਕ ਸੁਧਰ ਜਾਏ। ਸ਼ਾਇਦ ਇੱਕ ਦੇ ਮਾਪੇ ਕਹਿਣ ਕਿ ਚੰਗਾ ਹੋਇਆ ਭਾ ਤੂੰ ਸਾਨੂੰ ਦੱਸਿਆ, 4 ਤਾਂ ਪਹਿਲੇ ਹੀ ਵਿਗੜੇ ਹੋ ਆ, ਨਹੀਂ ਸੁਧਰਨਗੇ। ਸਾਨੂੰ ਚੁੱਪ ਰਹਿਣ ਦੀ ਗੁੜਤੀ ਤਾਂ ਮਿਲੀ ਨਹੀਂ, ਨਾ ਧਰਮ ਦੇ ਵਿੱਚੋਂ ਮਿਲੀ, ਨਾ ਸਮਾਜ ਦੇ ਵਿੱਚੋਂ ਮਿਲੀ। ਸਾਨੂੰ ਤਾਂ ਇਹੀ ਕਿਹਾ ਜਾਂਦਾ ਸੀ ਕਿ ਭਾਈ ਧੱਕਾ ਕਿਸੇ ਨਾਲ ਕਰਨਾ ਨਹੀਂ। ਕਿਸੇ ਦੇ ਨਾਲ ਧੱਕਾ ਹੁੰਦਾ, ਚਾਹੇ ਕਿਸੇ ਕਿਸਮ ਦਾ ਵੀ ਹੈ। ਕਿਸੇ ਦਾ ਨਿਆਣਾ ਨਸ਼ਾ ਕਰਦਾ, ਪਰਿਵਾਰ ਦੇ ਨਾਲ ਧੱਕਾ ਹੀ ਹੈ, ਉਹਦੇ ਬੱਚਿਆਂ ਦੇ ਨਾਲ ਧੱਕਾ, ਉਹਦੇ ਬਜ਼ੁਰਗ ਮਾਪਿਆਂ ਦੇ ਨਾਲ ਧੱਕਾ। ਤੇ ਸਾਡੀ ਜੀਭ ਜਿਹੜੀ ਹੈ ਸੂਤੀ ਕਿਉਂ ਜਾਂਦੀ ਹੈ? ਅਸੀਂ ਜੀਭ ਦੰਦਾਂ ਥੱਲੇ ਕਿਉਂ ਲੈ ਲੈਂਦੇ ਹਾਂ? ਅਸੀਂ ਚੁੱਪ ਰਹਿੰਦੇ ਹਾਂ। ਮੈਂ ਇੱਕ ਗੱਲ ਕਲੀਅਰ ਕਰ ਦਿੰਦਾ ਸੰਧਾਲੀਆ ਸਾਹਿਬ, ਕੋਈ ਸੱਜਣ ਗੁੱਸਾ ਨਾ ਕਰੇ। ਜੇ ਪਿੰਡ ਦੇ ਵਿੱਚ, ਪੰਜਾਬ ਦੇ ਪਿੰਡਾਂ 'ਚ ਕਲੀਅਰ ਕੱਟ ਗੱਲ ਹੈ, ਅਸੀਂ ਕਬੱਡੀ ਦੇ ਮੇਲੇ ਵੀ ਕਰਾਉਂਦੇ ਹਾਂ, ਅਸੀਂ ਸੱਭਿਆਚਾਰਕ ਮੇਲੇ ਵੀ ਕਰਾਉਂਦੇ ਹਾਂ, ਅਸੀਂ ਇੱਕ ਤੋਂ ਵੱਧ ਧਾਰਮਿਕ ਸਥਾਨ ਵੀ ਬਣਾ ਲੈਂਦੇ ਹਾਂ। ਅਸੀਂ ਬੀਹੀ ਦੇ ਵਿੱਚ ਜੇ ਕਿਸੇ ਨੇ ਰੇਡ ਬਣਾ ਲਈ ਹੈ, ਉੱਥੇ ਕੇਸ ਵੀ ਕਰਦੇ ਹਾਂ, ਵਕੀਲਾਂ ਦੇ ਮੂੰਹ ਦੇ ਵਿੱਚ ਨੋਟ ਆਪ ਜਾ ਕੇ ਤੁੰਨਦੇ ਹਾਂ।
ਗਲੀ ਕਿਹਦੀ ਬਣ ਗਈ ਕਿਹਦੀ ਨਹੀਂ ਬਣ ਗਈ, ਪ੍ਰਬੰਧਕ ਕਿੱਥੇ ਲਾਉਣਾ, ਸਰਪੰਚੀ ਲਈ ਅਸੀਂ ਕੇਸ ਲੜਦੇ ਹਾਂ, ਲੱਖਾਂ ਰੁਪਈਆ ਖਰਚਦੇ ਹਾਂ। ਉਸੇ ਪਿੰਡ ਦੇ ਵਿੱਚ 5-7 ਨਿਆਣੇ ਇਦਾਂ ਦੇ ਜ਼ਰੂਰ ਹੁੰਦੇ ਜਿਹੜੇ ਪੜ੍ਹਨ ਵਾਲੇ ਹੁੰਦੇ, ਪਰ ਉਹਨਾਂ ਦੀਆਂ ਫੀਸਾਂ ਦਾ ਪ੍ਰਬੰਧ ਨਹੀਂ ਹੁੰਦਾ। ਸਾਡੇ ਲਈ ਸੋਚਣ ਦਾ ਵੇਲਾ ਹੈ, ਸਾਰੇ ਇਕੱਠੇ ਤਰੱਕੀ ਕਰੀਏ। ਮਜ਼ਦੂਰ ਦਾ ਬੱਚਾ ਵੀ, ਕਿਸਾਨ ਦਾ ਬੱਚਾ ਵੀ, ਫੈਕਟਰੀ ਦੇ ਵਿੱਚ ਕੰਮ ਕਰਨ ਜਾਂਦੇ ਕਰਮਚਾਰੀ ਦਾ ਬੱਚਾ ਵੀ ਸਾਡੇ ਆਪਣੇ ਨੇ। ਅਸੀਂ ਇੰਨੇ ਜੋਗੇ ਨਹੀਂ ਹੈਗੇ। ਅੱਜ ਅਸੀਂ ਦੁੱਧ ਵੀ ਭੇਜਦੇ ਹਾਂ, ਲੱਸੀ ਵੀ ਭੇਜਦੇ ਹਾਂ, ਪਿੰਨੀਆਂ ਬਣਾ ਕੇ ਭੇਜਦੇ ਹਾਂ। ਬਿਸਤਰਿਆਂ ਦੀ ਕੋਈ ਘਾਟ ਨਹੀਂ, ਟੈਂਟਾਂ ਦੀ ਕੋਈ ਘਾਟ ਨਹੀਂ, ਟਰਾਲੀਆਂ ਉੱਥੇ ਖੜੀਆਂ ਕਰ ਦਿੱਤੀਆਂ। ਤੇ ਫਿਰ ਭਾਈ ਜਦੋਂ ਵਾਪਸ ਹੀ ਲੈਣੀ ਆ ਜਾਂ ਜਦੋਂ ਤੱਕ ਸੰਘਰਸ਼ ਚੱਲਦਾ ਵੀ ਹੈ, ਕਾਪੀ ਪੈਨ ਕੱਢੋ, ਟਰਾਲੀਆਂ 'ਚ ਬੈਠੋ, ਸਾਂਝ ਪਾਓ, ਪਰਚੇ ਵਾਪਸ ਲਾਓ, ਕੇਸ ਵਾਪਸ ਲਾਓ, ਵੱਟ ਬੰਨਿਆਂ ਦੇ ਝਗੜੇ ਪਾਈ ਮੁਕਾਓ। ਕਿਹੜੇ ਪਿੰਡ ਦੀ ਕਿਹੜੀ ਸਮੱਸਿਆ ਰਲ ਕੇ ਹੱਲ ਹੋ ਸਕਦੀ ਹੈ। 20 ਬੰਦਿਆਂ ਨੂੰ ਡੇਂਗੂ ਹੋ ਜਾਂਦਾ, ਮਲੇਰੀਆ ਹੋ ਜਾਂਦਾ ਕਿਉਂਕਿ ਸੜਕ ਦੇ ਵਿੱਚ ਪਾਣੀ ਖੜਦਾ। ਕਿੱਡੀ ਕੁ ਵੱਡੀ ਗੱਲ ਹੈ, ਚੱਕਾਂਗੇ ਤਸਲਾ ਇੱਕ ਇੱਕ ਪਾ ਦਿਆਂਗੇ ਮਿੱਟੀ ਉੱਥੇ। ਕੋਈ ਏਡੀ ਵੱਡੀ ਗੱਲ ਨਹੀਂ। ਕਿਸੇ ਦਾ ਘਰ ਪੁਰਾਣਾ ਟਰਾਇਆ ਹੁੰਦਾ, ਰੋੜੀ ਲਿਆ ਕੇ ਪਾ ਦਾਂਗੇ। ਸਰਕਾਰਾਂ ਦੇ ਮੂੰਹ ਵੱਲ ਥੋੜੀ ਦੇਖਣਾ, ਉਹਨਾਂ ਦੇ ਆਪਣੇ ਕਾਰਾਂ ਲਈ ਪੈਸੇ ਹੁੰਦੇ ਆ ਤੇ ਲੋਕਾਂ ਲਈ ਖਜ਼ਾਨਾ ਖਾਲੀ ਹੈ। ਇੱਕ ਨਾ ਜਿਹੜੀ ਆਪਣੇ ਚੀਜ਼ ਅਕਸਰ ਹੋ ਜਾਂਦੀ ਹੈ, ਲੈ ਯਾਰ ਫਲਾਨਾ ਬੰਦਾ ਅੱਗੇ ਲੱਗਾ, ਉਹਨੂੰ ਫਿਰ ਕੋਈ ਲਾਲਚ ਹੋਣਾ ਆਪਣਾ। ਹੋ ਸਕਦਾ ਕੋਈ ਮਾੜਾ ਮੋੜ ਵਿੱਚੋਂ ਕੋਈ ਬਣਦਾ ਹੋਵੇ ਰੋਟੀ ਪਾਣੀ, ਉਹ ਕੋਈ ਚਾਹ ਪਾਣੀ ਬਣਦਾ ਹੋਣਾ, ਹੋਰ ਕਿਤੇ ਐਵੇਂ ਥੋੜਾ ਅੱਗੇ ਲੱਗਾ ਫਿਰਦਾ। ਇਹ ਜਿਹੜੀਆਂ ਚੀਜ਼ਾਂ ਅਸੀਂ ਅਕਸਰ ਹੀ ਕਰਨ ਲੱਗ ਪਏ ਨੇ। ਇਹ ਉੱਥੇ ਛੱਡੋ, ਆਪਣੇ ਕਿਸਾਨ ਅੰਦੋਲਨ ਬਾਰੇ ਵੀ ਤੇ ਹੋਈ ਜਾਂਦੀਆਂ। ਉਹ ਕਹਿੰਦੇ ਉਹ ਲੈ ਇਹਨਾਂ ਨੂੰ ਬਾਹਰੋਂ ਪੈਸੇ ਆਉਣ ਡੇ, ਹੁਣ ਇਹਨਾਂ 4 ਦਿਨ ਦਿੱਲੀ ਬਹਿਣਾ, ਉੱਥੇ ਵਾਹਵਾ ਨਜ਼ਾਰੇ, ਨਾਲੇ ਬੈਂਕ ਦਾ ਕੰਮ ਚੱਲੀ ਜਾਂਦਾ, ਨਾਲੇ ਪੈਸੇ ਆਈ ਜਾਂਦੇ, ਨਾਲੇ ਮੌਜਾਂ, ਇਹ ਕਿਤੇ ਮੁੜਨ ਲੱਗੇ। ਆਹ ਜਿਹੜੀ ਗੱਲ ਅਸੀਂ ਉਸੇ ਵੇਲੇ ਮੂੰਹ ਪਾੜ ਕੇ ਕਹਿ ਦਿੰਦੇ ਆ ਨਾ, ਇਹ ਕਿਸੇ ਵੇਲੇ ਜਿਹੜਾ ਬੰਦਾ ਕਿਤੇ ਨਿਰਸਵਾਰਥ ਹੋ ਕੇ ਲੱਗਾ ਕਰ ਰਿਹਾ ਹੋਵੇ ਨਾ, ਉਹਦਾ ਦਿਲ ਤੋੜ ਦਿੰਦੀ ਹੈ। ਤੇ ਫਿਰ ਉਸ ਤੋਂ ਬਾਅਦ ਅਗਲਾ ਬੰਦਾ ਉਹ ਜੇ ਨਾਮ ਹੀ ਕਵੇ ਤਾਂ ਉਹਦੇ ਘਰ ਦੇ ਹੀ ਛਡਾ ਦਿੰਦੇ ਵੀ ਤੂੰ ਦਫਾ ਕਰ, ਅਸੀਂ ਲੋਕਾਂ ਦੀਆਂ ਗੱਲਾਂ ਨਹੀਂ ਸੁਣਨੀਆਂ। ਜੇ ਕੋਈ ਮਰਦਾ ਮਰੇ ਸਾਡੇ ਵੱਲੋਂ ਭਾਵੇਂ ਆਪ ਕਰ ਲੈਣ, ਜਿਹਨੂੰ ਇਹਦੇ ਚੋਂ ਚਾਹ ਪਾਣੀ ਲੱਭਦਾ ਉਹ ਕਰ ਲੈ, ਅਸੀਂ ਨਹੀਂ ਕਰਦੇ। ਫਿਰ ਹੋਰ ਕੋਈ ਚਾਹ ਪਾਣੀ ਵਾਲਾ ਲੱਭਦਾ ਨਹੀਂ, ਜਿਹਨੇ ਕਿਹਾ ਹੁੰਦਾ ਮੇਰੇ ਅੱਗੇ ਨੇ ਉਹ ਵੀ ਅੱਗੇ ਨਹੀਂ ਲੱਗਦਾ, ਤੇ ਕੰਮ ਉੱਥੇ ਦਾ ਉੱਥੇ ਰਹਿ ਜਾਂਦਾ। ਇਹ ਬਹੁਤ ਵੱਡੀ ਬਿਮਾਰੀ ਆ ਆਪਣੇ ਲੋਕਾਂ 'ਚ। ਨਹੀਂ, ਵੱਡੀ ਸਮੱਸਿਆ ਜੀ। ਜਾਣੀ ਲੱਤ ਅਸੀਂ ਪਹਿਲਾਂ ਖਿੱਚਣੀ ਆ, ਸ਼ੱਕ ਅਸੀਂ ਪਹਿਲਾਂ ਕਰਨਾ। ਉੱਪਰਲੇ ਨਹੀਂ ਖਾਂਦੇ, ਹੇਠਲਾ ਕੋ ਖਾ ਜੂਗਾ, ਦੂਜਾ ਚੰਗਾ ਲਾਪੂ, ਤੀਜਾ ਚੰਗਾ ਲਾਪੂ। ਪਰ ਆਹ ਜਿਹੜੀ ਅਸੀਂ ਉਹ ਨਾ ਉਹ ਕੋਈ ਬੰਦਾ ਵਿਚਾਰ ਦੇਵੇ। ਤੁਸੀਂ ਕਹਿੰਦੇ ਕਿ ਭਾਈ ਇੱਥੇ ਆ ਖੜੰਜੇ ਦੀ ਸੜਕ ਬਣਨੀ ਚਾਹੀਦੀ ਹੈ, ਗਲੀ ਬਣਨੀ ਹੈ, ਉਹ ਦੂਜਾ ਕਹਿੰਦਾ ਨਾ ਉਹ ਲਵਾਓ ਦੂਜੀਆਂ ਜਿਹੜੀਆਂ ਅੱਜ ਕੱਲ੍ਹ ਆਉਂਦੀਆਂ ਚੌਰਸ ਸੀਮੈਂਟਡ ਜਿਹੜੀਆਂ ਨੇ ਉਹ ਲਵਾਓ, ਉੱਦਾਂ ਨਹੀਂ ਗੱਲ ਬਣਦੀ। ਤੀਸਰਾ ਕਹਿੰਦਾ ਨਹੀਂ ਪੱਕੀ ਬਣਨੀ ਹੈ, ਲੋਕਾਂ ਵਾਲੀ ਬਣੇ ਤਾਂ ਚੰਗਾ। ਜੇ ਕਿਸੇ ਦੂਜੇ ਨੇ ਕੋਈ ਦੂਜੀ ਸਲਾਹ ਦੇਤੀ, ਅਸੀਂ ਤੰਗ ਕਾਹਤੋਂ ਹੁੰਦੇ ਆ? ਸੋਚ ਕੇ ਦੇਖੋ ਕਿ ਦੂਜੀ ਸਲਾਹ ਵਾਲੇ ਬੰਦੇ ਨੂੰ ਅਸੀਂ ਮਾਨਤਾ ਦਿੰਦੇ ਕਦੇ ਨਹੀਂ। ਉਹ ਕੋਈ ਬੰਦਾ ਉਹਦੇ ਕੋਲੇ ਨਹੀਂ ਬਹਿਣਾ। ਇਸ ਕਰਕੇ ਭਾਈ ਉਧਰਲੇ ਪਾਸਿਓਂ ਨਿਕਲੀਏ, ਸਮਾਂ ਸਮਾਪਤੀ ਵਾਲੇ ਪਾਸੇ ਜਾਈ ਜਾਂਦਾ। ਤੁਸੀਂ ਬਹੁਤ ਚੰਗੇ ਹੋ ਜੇ ਗੁਰੂ ਘਰਾਂ ਦੀਆਂ ਇਮਾਰਤਾਂ ਵੀ ਵੱਧ ਬਣੀਆਂ ਜਾਂ ਪਿੰਡਾਂ ਦੇ ਵਿੱਚ ਟੂਰਨਾਮੈਂਟ ਵੀ ਹੁੰਦੇ, ਤੁਸੀਂ ਮਿਹਨਤ ਕਰਕੇ ਪੈਸੇ ਦਿੰਦੇ ਹੋ। ਪਰ ਹੁਣ ਅਸੀਂ ਥੋੜਾ ਜਿਹਾ ਢੰਗ ਤਰੀਕਾ ਬਦਲਣਾ, ਹੁਣ ਅਸੀਂ ਥੋੜਾ ਜਿਹਾ ਉਹਨੂੰ ਹੋਰ ਕੂਹਣੀ ਮੋੜ ਦੇਣਾ। ਆ ਦਿੱਲੀ ਵਾਲੇ ਮੋਰਚੇ ਨੇ, ਖੇਤੀ ਅੰਦੋਲਨ ਨੇ ਸਾਨੂੰ ਬਹੁਤ ਕੁਝ ਸਿਖਾ ਦਿੱਤਾ ਕਿ ਫਸਲਾਂ ਦੀ ਮਾਰਕੀਟਿੰਗ ਵੀ ਤਾਂ ਆਪ ਕਰਨੀ ਪਊਗੀ। ਅਸੀਂ ਫਸਲਾਂ ਕੁਝ ਵੱਖਰੇ ਤਰ੍ਹਾਂ ਦੀਆਂ ਬੀਜਣੀਆਂ ਤਾਂ ਕਿੱਦਾਂ ਬੀਜਣੀਆਂ। ਅਸੀਂ ਥੋੜਾ ਜਿਹਾ ਥਾਂ ਜਿਹੜਾ ਆਪਦਾ ਘਰ ਖਾਣ ਜੋਗਾ ਜਾਂ ਜਿਹੜਾ ਨਾਲ ਕਿਰਤੀ ਬੰਦਾ ਕੰਮ ਕਰਦਾ, ਜਿਹਨੂੰ ਸੇਪੀ ਦਾ ਸੌਦਾ ਪੱਤਾ ਦੇਣਾ ਹੈ, ਜਾਂ ਪਿੰਡ ਦੇ ਵਿੱਚ 2 ਪਰਿਵਾਰ ਕਹਿੰਦੇ ਕਿ ਭਾਈ ਸਾਨੂੰ ਬਿਨਾਂ ਖਾਦ ਤੋਂ ਕਣਕ ਦੇ ਦਿਓ ਐਤਕੀ, ਆਪਾਂ ਕਰ ਲਈਏ ਸ਼ੁਰੂ। ਸਾਲ ਤੰਗ ਹੋ ਜਾਾਂਗੇ, 2 ਸਾਲ ਤੰਗ ਹੋ ਜਾਾਂਗੇ। ਇੰਨੀ ਆਮਦਨ ਤਾਂ ਨਹੀਂ ਘਟਦੀ ਆ ਜਿੰਨੇ ਦਾ ਆਪਾਂ ਟਰੈਕਟਰਾਂ ਦੇ ਵਿੱਚ ਤੇਲ ਪਵਾ ਕੇ ਦਿੱਲੀ ਦੇ ਗੇੜੇ ਮਾਰੇ ਆ, ਮਿੰਟ ਇੱਕ ਦਿੱਤਾ ਭਾ ਨੂੰ। ਉਸ 1 ਮਿੰਟ 'ਚ ਇੱਕ ਗੱਲ ਕਹਿ ਦਿਆਂ ਮੈਂ ਫਿਰ ਉਹੀ ਕਿ ਆਪਣੇ ਨੂੰ ਇੱਧਰ ਉੱਧਰ ਰਿਸ਼ਤੇਦਾਰੀ ਭਾਈਚਾਰੇ ਜਾਂ ਪਿੰਡ 'ਚ ਜਿਹੜਾ ਬੰਦਾ ਅੱਗੇ ਲੱਗਾ ਉਹਦੇ ਕੀਤੇ ਹੋਏ ਕੰਮ ਤੇ ਕਈ ਵਾਰ ਇਦਾਂ ਹੁੰਦਾ ਵੀ ਫਲਾਨਾ ਖਾ ਗਿਆ, ਇਹਨੂੰ ਕੁਝ ਬਚਦਾ ਹੋਣਾ, ਉਹਦੇ ਤੇ ਇਤਰਾਜ਼ ਕਰ ਦਿੰਦੇ ਆ। ਪਰ ਇਸ ਵਕਤ ਤੁਸੀਂ ਆਪਣੇ ਦਿਲ ਤੇ ਹੱਥ ਰੱਖ ਕੇ ਦੱਸਿਓ ਕਿ ਜਿਹਨੂੰ ਵੋਟਾਂ ਪਾਉਂਦੇ ਹੋ, ਜਿਹੜੀ ਪਾਰਟੀ ਨੂੰ ਪਾਉਂਦੇ ਹੋ, ਜਿਹੜੇ ਲੀਡਰ ਇਸ ਵਕਤ ਇੱਕਦਮ ਤੁਹਾਡੇ ਚਿਹਰੇ ਅੱਗੇ ਆ ਜਾਣ ਵੀ ਆਹ ਲੀਡਰ ਹੈਗੇ ਆ, ਕਿ ਉਹ ਨਹੀਂ ਖਾਂਦੇ। ਜੇ ਉਹ ਨਹੀਂ ਖਾਂਦੇ ਜਾਂ ਤੁਹਾਨੂੰ ਨਹੀਂ ਪਤਾ ਵੀ ਉਹ ਨਹੀਂ ਖਾਂਦੇ, ਉਹਦੇ ਬਾਵਜੂਦ ਵੀ ਆਪਾਂ 5 ਸਾਲੀ ਉਹਨਾਂ ਨੂੰ ਜਾ ਕੇ ਵੋਟ ਪਾਉਣੇ, ਪੁੱਜ ਕੇ ਵੀ ਆਪਾਂ ਜ਼ਰੂਰ ਪਾ ਕੇ ਆਉਣੀ ਆ। ਤੇ ਫਿਰ ਜਿਹੜਾ ਬੰਦਾ ਆਪਣੇ ਸਾਹਮਣੇ ਆਪਣੇ ਕੋਲ ਆਪਣੇ ਕੰਮ ਹੀ ਕਰਨ ਡਿਆ, ਜੇ ਉਹ ਵਿੱਚੋਂ 10 ਰੁਪਏ ਖਾ ਵੀ ਜਾਂਦਾ ਜਾਂ ਉਹਦੀ ਲੋੜ ਵੀ ਸੀਗੀ, ਪਰ ਉਹਦੇ ਬਾਵਜੂਦ ਆਪਾਂ ਨੂੰ ਕੰਮ ਹੀ ਕਰਕੇ ਦੇ ਰਿਹਾ, ਫਿਰ ਉੱਤੇ ਆਪਾਂ ਨੂੰ ਤੰਗੀ ਨਾਰਾਜ਼ਗੀ ਇੰਨੀ ਛੇਤੀ ਕਿਉਂ ਹੋ ਜਾਂਦੀ ਹੈ? ਇਹਦੇ ਨਾਲ ਕੰਪੈਰੀਜ਼ਨ ਕਰਾਂਗੇ ਤੇ ਸ਼ਾਇਦ ਉਹ ਜਿਹੜਾ ਪਹਿਲਾ ਉਲਾਂਭਾ ਉਹ ਵੀ ਦੂਰ ਹੋ ਜਾਵੇ। ਬਾਠ ਸਾਹਿਬ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ, ਧੰਨਵਾਦ ਸੰਧਾਲੀਆ ਸਾਹਿਬ। ਦੇਖੋ, ਕੋਈ ਸੱਜਣ ਗੁੱਸਾ ਨਾ ਕਰੇ, ਸਾਡੀਆਂ ਬਹੁਤ ਸਾਰੀਆਂ ਗੱਲਾਂ ਦੇ ਨਾਲ ਅਸਹਿਮਤੀ ਹੋ ਸਕਦੀ ਹੈ, ਪਰਫੈਕਟ ਕੋਈ ਨਹੀਂ ਹੈ। ਸਿਰਫ ਕੁਝ ਲੱਭਣ ਤੇ ਖੋਜਣ ਦਾ ਯਤਨ ਜਿਹੜਾ ਉਹ ਕੀਤਾ ਸੀ ਕਿ ਕਿਵੇਂ ਹੋ ਸਕਦਾ। ਤੁਸੀਂ ਬਹੁਤ ਚੰਗੇ ਹੋ, ਤੁਸੀਂ ਜੁਝਾਰੂ ਹੋ, ਤੁਸੀਂ ਬਹੁਤ ਹਿੰਮਤੀ ਹੋ, ਤੁਸੀਂ ਬਹੁਤ ਵੱਡਾ ਤਿਆਗ ਕਰ ਲੈਂਦੇ ਹੋ। ਆਪਦੀ ਜੇਬ ਦੇ ਵਿੱਚੋਂ ਕੱਢ ਕੇ ਆਪਦੀ ਥਾਲੀ 'ਚੋਂ ਚੱਕ ਕੇ ਦੂਜੇ ਦੇ ਮੂੰਹ 'ਚ ਪਾਉਣ ਲੱਗੇ ਤੁਸੀਂ ਮਿੰਟ ਨਹੀਂ ਲਾਉਂਦੇ। ਆ ਜਿਹੜੀਆਂ ਹਿੰਮਤਾਂ ਤੁਸੀਂ ਪਿਛਲੇ 4-5 ਮਹੀਨਿਆਂ ਦੇ ਵਿੱਚ ਦਿਖਾਈਆਂ, ਜੋ ਤੁਸੀਂ ਸਹਿਯੋਗ ਇੱਕ ਦੂਸਰੇ ਨੂੰ ਦਿੱਤਾ, ਉਹਦੇ ਤੋਂ ਕਾਸ ਵੱਜੀ ਆ। ਤੁਸੀਂ ਕਰ ਸਕਦੇ ਹੋ, ਜ਼ਰੂਰ ਹੰਬਲਾ ਮਾਰਿਓ। ਜੇ ਕਿਤੇ ਇਦਾਂ ਦਾ ਕੰਮ ਚੱਲਦਾ ਹੈ, ਤੁਸੀਂ ਟਿੱਪਣੀਆਂ ਕਰ ਦਿਓ। ਪੰਜਾਬ ਬਚ ਸਕਦਾ ਹੈ, ਪੰਜਾਬ ਦੇ ਪੱਲੇ ਬਹੁਤ ਕੁਝ ਹੈ। ਥੋੜੀ ਜਿਹੀ ਦਿਸ਼ਾ ਨਿਰਧਾਰਿਤ ਕਰ ਲਈਏ, ਢਿੱਡੜੀਆਂ ਇੱਕ ਦੂਸਰੇ ਨਾਲ ਲੈਣੀਆਂ ਛੱਡ ਦਈਏ। ਆਸ ਤੇ ਉਮੀਦ ਦੇ ਵਿੱਚ ਆ ਕਿ ਨਿਰਾਸ਼ ਤੁਸੀਂ ਨਹੀਂ ਕਰੋਗੇ। ਗੁਰਪ੍ਰੀਤ ਸਿੰਘ ਸੰਧਾਲੀਆ ਤੇ ਮੈਨੂੰ ਪਰਮਜੀਤ ਸਿੰਘ ਬਾਠ ਨੂੰ ਇੱਥੇ ਹੀ ਦਿਓ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।